ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਦੋਹਰਾ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 58 ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸਤਿਗੁਰੂ ਜੀ ਮੌਕੇ ਵਿੱਚ ਪਹੁੰਚ ਚੁੱਕੇ ਹਨ। ਸਤਿਗੁਰੂ ਜੀ ਮਹਾਰਾਜ ਸੱਚਾ ਉਪਦੇਸ਼ ਦੇਣ ਵਾਸਤੇ ਉੱਥੇ ਪਹੁੰਚੇ ਹਨ। ਸੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਦੀ ਪਾਵਨ ਕਥਾ ਨੂੰ ਸਰਵਨ ਕਰੋ ਜੀ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਸੋ ਮੰਗਲ ਕਵੀ ਸੰਤੋਖ ਸਿੰਘ ਜੀ ਕਰਦੇ ਹਨ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਸ੍ਰੀ ਗੁਰੂ ਸ਼ਬਦ ਜੋ ਕਿ ਗੁਰਸਿੱਖ ਸ਼ਬਦ ਗੁਰੂ ਜਾਣ ਕਰਕੇ, ਸ਼ਬਦ ਨੂੰ ਗੁਰੂ ਰੂਪ ਜਾਣ ਕਰਕੇ, ਜੋ ਗੁਰੂ ਦੇ ਬਚਨ ਜੋ ਕਹੇ ਹੋਏ ਹਨ ਉਹਨਾਂ ਨੂੰ ਗੁਰੂ ਰੂਪ ਜਾਣ ਕਰਕੇ ਜੇ ਉਹਨਾਂ ਨੂੰ ਕੋਈ ਗੁਰਸਿੱਖ ਕਮਾਉਂਦਾ ਹੈ ਜੀਤੇ ਪੰਚ ਵਿਕਾਰ। ਉਹਨਾਂ ਦੇ ਵਿੱਚ ਇਹ ਸਮਰਥਾ, ਇਹ ਪਾਵਰ ਆ ਜਾਂਦਾ ਹੈ ਕਿ ਉਹਨਾਂ ਦੇ ਵਿੱਚ ਇਹ ਤਾਕਤ ਆ ਜਾਂਦੀ ਹੈ, ਰੂਹਾਨੀ ਤਾਕਤ, ਜਿਹੜੇ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲੈਂਦੇ ਹਨ। ਤਿੰਨ ਸੰਤਨ ਕੋ ਬੰਦਨਾ। ਉਹਨਾਂ ਸੰਤਾਂ ਨੂੰ ਸਾਡੀ ਬੰਦਨ ਨਮਸਕਾਰ ਹੈ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਜਿਹੜਾ ਕਮਾਇਆ ਹੈ। ਸਿਰ ਚਰਨਨ ਪਰ ਧਾਰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਡਾ ਸਿਰ ਉਹਨਾਂ ਦੇ ਚਰਨਾਂ ਤੇ ਟਿਕਿਆ ਹੋਇਆ ਹੈ। ਅਸੀਂ ਉਹਨਾਂ ਨੂੰ ਮੱਥਾ ਟੇਕਦੇ ਐਸੇ ਸੰਤਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਦੇ ਬਚਨ ਕਮਾਏ ਹਨ। ਸ੍ਰੀ ਬਾਲਾ ਸੁੰਦਰ ਵਾਚ ਕਬਿਤ ਸੁਨੋ ਅੰਗਦ ਜੀ ਆਗੇ ਪੁਨ ਕਥਾ ਅਬ। ਭਾਈ ਬਾਲਾ ਜੀ ਹੁਣ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਹਨ, ਹੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਬੈਠੇ ਜਗਤੇਸ ਕੋ ਘਟੀ ਤਹਿ ਥਾਨ ਹੈ। ਕਹਿਣਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੱਕੇ ਪਹੁੰਚ ਚੁੱਕੇ ਹਨ ਤੇ ਭਾਈ ਮਰਦਾਨੇ ਨੂੰ ਕਿਹਾ ਕਿ ਤੂੰ ਜਾ ਕੇ ਦੇਖ ਲਾ, ਜਾ ਕੇ ਆਪਣੀ ਯਾਤਰਾ ਕਰ ਲਾ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਉੱਠਣ ਲੱਗੇ ਤਾਂ ਉਹਨਾਂ ਦੇ ਮਨ ਵਿੱਚ ਸੰਕਲਪ ਆਇਆ ਕਿ ਗੁਰੂ ਨਾਨਕ ਵੀ ਮੇਰੇ ਨਾਲ ਚੱਲਣ ਤੇ ਅਸੀਂ ਇਕੱਠੇ ਹੀ ਜਾ ਕੇ ਇਹ ਯਾਤਰਾ ਕਰੀਏ ਮੱਕੇ ਦੀ। ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕ ਭਾਈ ਮਰਦਾਨੇ ਦੀ ਇਹ ਜਿਹੜੀ ਸੰਕਲਪ ਸੀ, ਉਸਦਾ ਫੁਰਨਾ ਸੀ, ਮਹਾਰਾਜ ਨੇ ਜਾਣ ਲਿਆ। ਸਤਿਗੁਰੂ ਜੀ ਉੱਠ ਕਰਕੇ ਭਾਈ ਮਰਦਾਨੇ ਨਾਲ ਗਏ ਤੇ ਜਿੱਥੇ ਇਹ ਕਾਬਾ ਹੈ ਉਸਦੇ ਆਲੇ ਦੁਆਲੇ ਇੱਕ ਵੱਡੀ ਕੰਧ ਬਣੀ ਹੋਈ ਸੀਗੀ। ਸੋ ਉਹ ਕਾਬੇ ਦੇ ਜਿਹੜਾ ਹਨ ਆਲੇ ਦੁਆਲੇ ਪਰਿਕਰਮਾ ਜਿੰਨਾ ਥਾਂ ਛੱਡਿਆ ਹੋਇਆ ਹੈ ਤੇ ਉਸਦੇ ਬਾਹਰ ਇੱਕ ਕੰਧ ਬਣੀ ਹੋਈ ਹੈ ਜਿਹਦਾ ਇੱਕੋ ਇੱਕ ਦਰਵਾਜ਼ਾ ਬਣਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਏਸ਼ ਜਗਤ ਦੇ ਮਾਲਿਕ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਕੰਧ ਦੇ ਓਲੇ ਹੋ ਕੇ ਬੈਠ ਗਏ ਤੇ ਕਿੰਨਾ ਚਿਰ ਬੈਠੇ? ਇੱਕ ਘੜੀ 24 ਮਿੰਟਸ ਵਾਸਤੇ ਬੈਠੇ ਰਹੇ। ਦੀਨਨ ਕੇ ਦਾਨੀ ਬੋਲੇ ਬਦਨ ਤੇ ਬਾਨੀ ਤਬ। ਉਸ ਵੇਲੇ ਦੀਨਨ ਕੇ ਦਾਨੀ, ਦੀਨਾਂ ਨੂੰ ਗਰੀਬਾਂ ਨੂੰ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਦੇਖ ਮਰਦਾਨੇ ਜਾ ਕੋ ਚਾਹਿਤ ਮਹਾਨ ਹੈ। ਦੇਖ ਮਰਦਾਨਿਆਂ ਜਾ ਕੇ ਦੇਖ ਲਾ, ਜਾ ਅੰਦਰ ਜਾ, ਇਸ ਕੰਧ ਦੇ ਦਰਵਾਜ਼ੇ ਦੀ ਅੰਦਰ ਹੋ ਕੇ ਤੂੰ ਅੰਦਰ ਜਾ ਕੇ ਕਾਬੇ ਦੇ ਦਰਸ਼ਨ ਕਰ ਲਾ, ਜਿਹਨੂੰ ਤੂੰ ਬਹੁਤ ਜਿਹੜਾ ਹੈ ਮਹਾਨ ਮੰਨਿਆ ਜਾਂਦਾ ਹੈ, ਜਿਹਦੇ ਆਕੇ ਜਿਹੜਾ ਹੈ ਹਰ ਇੱਕ ਮੁਸਲਮਾਨ ਉਸਦੀ ਪਰਿਕਰਮਾ ਕਰਦਾ, ਉਸਦੇ ਦਰਸ਼ਨ ਕਰਦਾ ਹੈ। ਮਰਦਾਨਿਆਂ ਤੂੰ ਅੰਦਰ ਜਾ ਕਰਕੇ ਦਰਸ਼ਨ ਕਰ ਲਾ। ਸ੍ਰੀ ਪ੍ਰਭ ਪੁਨੀਤ ਇਹ ਚਾਰੋ ਦਿਸ ਭੀਤ। ਸੋ ਭਾਈ ਮਰਦਾਨਾ ਜੀ ਉੱਠ ਕੇ ਖੜੇ ਹੋ ਗਏ, ਦੇਖਦੇ ਹਨ ਤੇ ਕਹਿੰਦਾ ਭਾਈ ਮਰਦਾਨਾ, ਹੇ ਸ੍ਰੀ ਪ੍ਰਭ ਪੁਨੀਤ, ਹੇ ਸਤਿਗੁਰੂ ਜੀ, ਆਪ ਜੀ ਜਿਹੜੇ ਹਨ ਪੁਨੀਤ ਹੋ, ਆਪ ਜੀ ਪਵਿੱਤਰ ਹੋ। ਸਤਿਗੁਰੂ ਜੀ ਮਹਾਰਾਜ ਦੇਖੋ ਤਾਂ ਸਹੀ, ਇਹ ਚਾਰੇ ਪਾਸੇ ਤਾਂ ਕੰਧ ਕੀਤੀ ਹੋਈ ਹੈ, ਮੈਨੂੰ ਕਾਬਾ ਅੰਦਰ ਦਿਸ ਨਹੀਂ ਰਿਹਾ। ਕਰੈ ਕਹੂੰ ਮੈਂ ਪ੍ਰਤੀਤ ਸਭ ਤੁਰਕ ਅਜਾਨ ਹੈ। ਕਹਿੰਦੇ ਕਰੂੰ ਕਾਹੂੰ ਮੈਂ ਪ੍ਰਤੀਤ, ਮਹਾਰਾਜ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੁਝ ਹੈਗਾ ਹੈ। ਭਾਈ ਮਰਦਾਨੇ ਨੂੰ ਡਾਊਟ ਜਾ ਹੋਣ ਲੱਗ ਗਿਆ ਉੱਥੇ ਪਹੁੰਚ ਕਰਕੇ। ਪਹਿਲਾਂ ਤਾਂ ਕਹਿੰਦਾ ਸੀ ਮੈਂ ਯਾਤਰਾ ਕਰਨੀ ਹੈ, ਮਹਾਰਾਜ ਮੈਨੂੰ ਜ਼ਰੂਰ ਮੱਕੇ ਲੈ ਕੇ ਜਾਓ। ਹੁਣ ਮੱਕੇ ਪਹੁੰਚ ਕਰਕੇ ਕਹਿੰਦਾ ਹੈ ਸਤਿਗੁਰੂ ਜੀ, ਕਰੇ ਕਾਹੂੰ ਮੈਂ ਪ੍ਰਤੀਤ, ਮਹਾਰਾਜ ਮੈਨੂੰ ਕੋਈ ਸੱਚ ਜਿਹਾ ਨਹੀਂ ਲੱਗ ਰਿਹਾ। ਜਿਹੋ ਜਿਹਾ ਮੈਂ ਇਮੇਜਿਨ ਕੀਤਾ ਸੀ ਵੀ ਮੈਂ ਵੈਸਾ ਮੈਂ ਦੇਖ ਨਹੀਂ ਰਿਹਾ। ਮੈਂ ਇਮੇਜਿਨ ਹੋਰ ਕੁਝ ਕੀਤਾ ਸੀ ਤੇ ਹੁਣ ਮੈਨੂੰ ਦਿਖਾਈ ਕੁਝ ਹੋਰ ਦੇ ਰਿਹਾ ਹੈ। ਮੈਨੂੰ ਹੁਣ ਕੋਈ ਸੱਚ ਨਹੀਂ ਆ ਰਿਹਾ, ਮੈਂ ਕਨਵਿੰਸ ਨਹੀਂ ਹੋ ਰਿਹਾ। ਸਭ ਤੁਰਕ ਅਜਾਨ ਹੈ। ਮਹਾਰਾਜ ਇਹ ਸਾਰੇ ਤੁਰਕ ਅਜਾਣੇ ਹੈ ਜਿਹੜੇ ਵਾਧੂ ਦੀ ਵਡਿਆਈ ਕਰਦੇ ਰਹੇ ਹੁਣ ਤੱਕ। ਕੈਸੀ ਇਹ ਰੀਤ ਕਾਕੋ ਪੂਜ ਕਰੈ ਪ੍ਰੀਤ ਨਰ। ਮਹਾਰਾਜ ਕਹਿੰਦੇ ਮਹਾਰਾਜ ਮੈਨੂੰ ਇਹ ਨਹੀਂ ਪਤਾ ਲੱਗਦਾ ਕੈਸੀ ਇਹ ਰੀਤ, ਕਹਿੰਦੇ ਇਹ ਰੀਤ ਕੈਸੀ ਚਲਾਈ ਹੋਈ ਹੈ, कैसी ये रीत ये प्रैक्टिस कैसी है
ਕਾਂਕੋ ਕਿਹਨੂੰ ਪੂਜਾ ਕਰਨੀ ਹੈ ਜੀ ਇੱਥੇ ਪਹੁੰਚ ਕਰਕੇ? ਕਿਹਦੀ ਪੂਜਾ ਮੈਂ ਕਰਾਂ ਹੁਣ ਇੱਥੇ? ਮੋਕੋ ਤੋਂ ਅਨੀਤ ਸੀ ਫੁਰਤ ਪਾਜਵਾਨ ਹੈ। ਮੈਨੂੰ ਤਾਂ ਲੱਗਦਾ ਕੋਈ ਧੋਖਾ ਜਾ ਹੋਇਆ ਲੱਗਦਾ ਮੇਰੇ ਨਾਲ ਇੱਥੇ। ਹੁਣ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੋਂ ਯਾਤਰਾ ਸ਼ੁਰੂ ਕਰਾਂ, ਕਿੱਥੇ ਜਾ ਕੇ ਮਕਾਮਾਂ, ਕੀ ਮੇਰਾ ਮੈਂ ਕਿੱਥੋਂ ਹੱਜ ਕਰਾਂ, ਮੈਨੂੰ ਨਹੀਂ ਮਹਾਰਾਜ ਪਤਾ ਲੱਗਦਾ ਕੁਛ। ਦੇਖੋ ਮਤ ਜਾਓ ਜੈਸੇ ਬਣਿਓ ਹੈ ਬਣਾਓ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੱਸਦੇ ਹਨ। ਮਹਾਰਾਜ ਕਹਿੰਦੇ ਮਰਦਾਨਿਆਂ ਤੂੰ ਇੱਥੇ ਬਾਹਰ ਖੜਾ ਹੀ ਬੋਲੀ ਜਾਂਦਾ, ਕਹਿੰਦੇ ਅੰਦਰ ਤਾਂ ਜਾ, ਕੰਧ ਲੰਘ ਕੇ, ਇਹ ਦਰਵਾਜ਼ਾ ਹੈ, ਇਹ ਦਰਵਾਜ਼ੇ ਦੀ ਤੂੰ ਲੰਘ ਕੇ ਤੂੰ ਅੰਦਰ ਜਾ। ਅੰਦਰ ਜਾ ਕੇ ਕਹਿੰਦੇ ਜਾ ਕੇ ਤਾਂ ਦੇਖ ਜਰਾ ਕਾਬਾ ਬਣਿਆ ਹੋਇਆ ਅੰਦਰ ਕੈਸਾ ਹੈ। ਬੈਲ ਸੁਣ ਚੱਲਿਓ ਮਰਦਾਨਾ ਹੁਲਸਾਇਕ ਹੈ। ਇਹ ਗੱਲ ਸੁਣ ਕਰਕੇ ਭਾਈ ਮਰਦਾਨਾ ਜੀ ਹੁਲਸਾਏ ਖੁਸ਼ ਹੋ ਕੇ ਮਹਾਰਾਜ ਦੀ ਆਗਿਆ ਪਾ ਕੇ ਤੁਰਿਆ ਹੁਣ ਕੰਧ ਵੱਲ ਜਾ ਰਿਹਾ, ਉਹ ਦਰਵਾਜ਼ੇ ਵੱਲ। ਗਇਓ ਜਬ ਪੌਰ ਤਹਾਂ ਬੈਸੇ ਹੈ ਮੁਜੌਰ ਕਹੈ। ਕੀ ਹੋਇਆ ਉੱਥੇ ਜਾ ਕਰਕੇ ਭਾਈ ਮਰਦਾਨਾ ਜਦੋਂ ਦਰਵਾਜ਼ੇ ਦੇ ਕੋਲ ਪਹੁੰਚਿਆ, ਅੰਦਰ ਜਾਣ ਲੱਗਿਆ ਤਾਂ ਉੱਥੇ ਦਰਵਾਜ਼ੇ ਤੇ ਪੁਜਾਰੀ ਬੈਠੇ ਸਨ, ਉਹ ਮੌਲਵੀ ਬੈਠੇ ਸਨ, ਹਾਜੀ ਬੈਠੇ ਸਨ। ਉਹ ਜਿਹੜੇ ਬੈਠੇ ਹੁੰਦੇ ਹਨ ਵੀ ਦਰਵਾਜ਼ੇ ਤੇ, ਉਹ ਦੇਖਦੇ ਹਨ ਵੀ ਕੌਣ ਅੰਦਰ ਜਾ ਸਕਦਾ, ਕੌਣ ਨਹੀਂ ਅੰਦਰ ਜਾ ਸਕਦਾ। ਸੋ ਦਰਵਾਜ਼ੇ ਤੇ ਬੈਠਿਆਂ ਨੇ ਕੀ ਕੀਤਾ ਉਸ ਵੇਲੇ? ਇਹਾਂ ਕਰ ਕਾਜ ਜੋ ਆਗੇ ਕਰੈ ਜਾਏ ਕੈ। ਹੁਣ ਭਾਈ ਮਰਦਾਨੇ ਨੂੰ ਉਹਨਾਂ ਨੇ, ਮੌਲਵੀ ਨੇ ਹਟਾ ਦਿੱਤਾ, ਕਹਿੰਦਾ ਤੂੰ ਅੰਦਰ ਨਾ ਜਾ। ਕਹਿੰਦਾ ਐਂ ਕਰ, ਜੋ ਤੂੰ ਜਿੱਥੇ ਨਮਸਕਾਰ ਕਰਨੀ ਆ, ਤੂੰ ਮੱਥਾ ਟੇਕਣਾ, ਜੋ ਤੂੰ ਕਰਨਾ, ਤੂੰ ਨਮਾਜ਼ ਪੜ੍ਹ, ਇੱਥੇ ਬਹਿ ਕੇ ਪੜ੍ਹ, ਤੂੰ ਅੰਦਰ ਨਹੀਂ ਜਾ ਸਕਦਾ। ਤੈਨੂੰ ਅੰਦਰ ਜਾਣ ਦੀ ਕੋਈ ਜਿਹੜੀ ਹੈ ਆਗਿਆ, ਪਰਮਿਸ਼ਨ ਨਹੀਂ ਹੈ। ਹਾਂ ਤੋਂ ਹਾਂ ਤੋਂ ਰਕਮੋ ਕੋ ਆਗੇ ਕਿਉਂ ਨ ਜਾਣਦੇ ਹੋ। ਭਾਈ ਮਰਦਾਨੇ ਨੂੰ ਇਹ ਗੱਲ ਚੰਗੀ ਨਾ ਲੱਗੀ। ਭਾਈ ਮਰਦਾਨਾ ਜੀ ਜਿਹੜੇ ਹਨ ਥੋੜੇ ਜਿਹੇ ਜਿਹੜੇ ਹਨ ਗੁੱਸੇ ਵਿੱਚ ਆਏ ਤੇ ਉਹ ਮੌਲਵੀ ਨੂੰ, ਹਾਜੀ ਨੂੰ ਕਹਿਣ ਲੱਗੇ, ਕਹਿੰਦੇ ਦੇਖ ਹਾਜੀ, ਕਹਿੰਦੇ ਮੈਂ ਮੁਸਲਮਾਨ ਹਾਂ, ਮੈਂ ਇੱਕ ਤੁਰਕ ਹਾਂ, ਮੈਂ ਮੁਸਲਮਾਨ ਹਾਂ, ਮੈਨੂੰ ਕਿਉਂ ਨਹੀਂ ਤੁਸੀਂ ਅੰਦਰ ਜਾਣ ਦਿੰਦੇ? ਦਰਸ ਪਰਸ ਹਟ ਆਵੋ ਸੁਖ ਪਾਏ ਕੈ। ਕਹਿੰਦੇ ਕਿ ਮੈਂ ਅੰਦਰ ਜਾਣਾ ਹੈ, ਕਾਬੇ ਨੂੰ ਜਾ ਕੇ ਮੈਂ ਮੱਥਾ ਟੇਕਣਾ ਹੈ, ਕਾਬੇ ਨੂੰ ਜਾ ਕੇ ਮੈਂ ਹੱਥ ਲਾਉਣੇ ਨੇ ਤੇ ਜਾ ਕੇ ਉੱਥੇ ਮੱਥਾ ਟੇਕ ਕੇ ਮੈਂ ਵਾਪਸ ਆ ਜਾਣਾ ਹੈ। ਦੇਖਣ ਰ ਜਾਏ ਨਹੀਂ ਹਮ ਹੂ ਤੇ ਜਾਏ ਤਹਾਂ। ਕਹਿਣ ਲੱਗੇ ਦੇਖੋ, ਉਹ ਮੌਲਵੀ ਕਹਿੰਦੇ, ਹਾਜੀ ਕਹਿੰਦੇ ਭਾਈ ਮਰਦਾਨੇ ਨੂੰ, ਕਹਿੰਦੇ ਤੈਨੂੰ ਦੇਖਣ ਦੀ ਰਜਾ ਨਹੀਂ, ਤੈਨੂੰ ਦੇਖਣ ਦਾ ਹੁਕਮ ਨਹੀਂ, ਤੂੰ ਕਾਬੇ ਨੂੰ ਦੇਖ ਵੀ ਨਹੀਂ ਸਕਦਾ, ਤੈਨੂੰ ਇਹ ਹੁਕਮ ਨਹੀਂ, ਤੂੰ ਨਹੀਂ ਦੇਖ ਸਕਦਾ ਇੱਥੋਂ, ਉੱਥੇ ਨੇੜੇ ਜਾ ਕੇ ਤੂੰ ਨੇੜੇ ਨਹੀਂ ਜਾ ਸਕਦਾ, ਤੇ ਦੂਸਰਾ ਜਿਹੜਾ ਤੂੰ ਦੇਖ ਵੀ ਨਹੀਂ ਸਕਦਾ। ਆਖਿਆ ਦੋ ਬੰਦਾ ਕਰ ਬੰਦਾ ਸੀਸ ਨਾਏ। ਹਾਂ, ਕਹਿਣ ਲੱਗੇ ਜੇ ਤੂੰ ਨੇੜੇ ਜਾ ਕੇ ਤੂੰ ਨਮਸਕਾਰ ਕਰਨੀ ਹੋ ਚਾਹੁੰਦਾ ਤੇ ਤੇਰੇ ਅੱਖਾਂ ਤੇ ਅਸੀਂ ਪੱਟੀ ਬੰਨ ਦੇਣੀ ਹੈ, ਕਿਉਂਕਿ ਤੂੰ ਅੱਖਾਂ ਨਾਲ ਕਾਬੇ ਵੱਲ ਨਹੀਂ ਦੇਖ ਸਕਦਾ, ਤਾਂ ਤੂੰ ਨਹੀਂ ਦੇਖ ਸਕਦਾ ਤੇ ਅੱਖਾਂ ਪੱਟੀ ਬੰਨ ਕੇ ਫੇਰ ਤੂੰ ਅੰਦਰ ਜਾ ਕੇ ਮੱਥਾ ਟੇਕ ਕੇ ਆ ਜਾ। ਫਿਰ ਐਸੇ ਸੁਣ ਬੈਨ ਮੁਰ ਜਾਨੋ ਹਟ ਆਇਓ ਢਿੱਗ। ਕੀ ਹੋਇਆ? ਭਾਈ ਮਰਦਾਨਾ ਵਿਚਾਰਾ ਬੜਾ ਦੁਖੀ ਹੋਇਆ ਗੱਲ ਸੁਣ ਕੇ, ਬੜਾ ਚਾਅ ਨਾਲ ਗਿਆ ਸੀ, ਮੁਰਝਾਇਆ ਹੋਇਆ, ਮੂੰਹ ਜਾ ਥੱਲੇ ਸੱਟ ਕੇ ਵਾਪਸ ਗੁਰੂ ਨਾਨਕ ਸਾਹਿਬ ਕੋਲ ਆ ਗਿਆ। ਗੁਰੂ ਮੁਸਕਾਨੇ ਮਰਦਾਨੇ ਦੇਖਿਓ ਥਾਨ ਕੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨੇ ਵੱਲ ਦੇਖ ਕੇ ਥੋੜੇ ਜਿਹੇ ਮੁਸਕਰਾਉਣ ਲੱਗ ਪਏ, ਹੱਸਣ ਲੱਗ ਗਏ। ਹੱਸਦਿਆਂ ਹੋਇਆ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਮਰਦਾਨਿਆ ਦੇਖ ਲਿਆ ਸਾਰਾ, ਹੋ ਗਈ ਤੇਰੀ ਜਿਹੜੀ ਹਜ ਤੂੰ ਕਰਨੀ ਸੀ? ਹਾਂਜੀ, ਜੋ ਤੇਰੀ ਮਨ ਦੀ ਮੁਰਾਦ ਸੀ ਪੂਰੀ ਹੋ ਗਈ। ਕਹੈ ਨਹੀਂ ਜਾਣਦੇ ਹੈ ਕੈਸੇ ਦੇਖੋ ਜਾਏ ਤਹਾਂ। ਮਹਾਰਾਜ ਮੈਂ ਕੀ ਜਾ ਕੇ ਦੇਖਣਾ, ਮੈਨੂੰ ਤਾਂ ਜਾਣ ਹੀ ਨਹੀਂ ਦਿੰਦੇ, ਦਰਵਾਜ਼ਾ ਵੀ ਨਹੀਂ ਮੈਨੂੰ ਲੰਘਣ ਦਿੱਤਾ ਉਹਨਾਂ ਨੇ ਤਾਂ। ਜਾਏ ਜੇ ਮੁਜੌਰ ਨੈਣ ਬੰਦੇ ਡੀਠ ਹਾਨ ਕੋ। ਮਹਾਰਾਜ ਫੇਰ ਉਹਨਾਂ ਨੇ ਸ਼ਰਤ ਕੀ ਰੱਖੀ, ਜੇ ਲੰਘਣ ਦਿੰਦੇ ਨੇ ਤਾਂ ਅੱਖਾਂ ਬੰਨ ਕੇ, ਕਹਿੰਦੇ ਵੀ ਅੱਖਾਂ ਬੰਨ ਕੇ ਜਾਣਾ, ਤੂੰ ਅੰਦਰ ਜਾ ਕੇ ਤੂੰ ਅੱਖਾਂ ਨਾਲ ਨਹੀਂ ਦੇਖ ਸਕਦਾ। ਸੰਗ ਤੁਮ ਆਏ ਬਿਨਾ ਦੇਖੇ ਇਹ ਜਾਵੇ ਜਬ। ਮਹਾਰਾਜ ਪਰ ਦੇਖੋ, ਮੈਂ ਤੁਹਾਡੇ ਨਾਲ ਇੱਥੇ ਆਇਆ ਮੱਕੇ ਨੂੰ, ਕਹਿੰਦੇ ਹੁਣ ਮੈਂ ਬਿਨਾਂ ਦੇਖੇ ਜਾਵਾਂ, ਇਹ ਚੰਗੀ ਗੱਲ ਹੈ? ਹੈ ਪਛਤਾਵੋ ਭੇਦ ਹੋਏ ਨਾ ਲਖਾਨ ਕੋ। ਮਹਾਰਾਜ ਮੈਂ ਹਮੇਸ਼ਾ ਆਪਣੀ ਸਾਰੀ ਉਮਰੇ ਪਛਤਾਉਂਦਾ ਰਹੂੰਗਾ, ਅੱਧੀ ਉਮਰ ਤਾਂ ਮੈਂ ਇਹੀ ਚਾਹੁੰਦਾ ਰਿਹਾ ਵੀ ਮੈਂ ਦਰਸ਼ਨ ਕਰ ਲਵਾਂ। ਮੈਂ ਇੱਥੇ ਪਹੁੰਚ ਗਿਆ, ਜੇ ਹੁਣ ਦਰਸ਼ਨ ਕਾਬੇ ਦੇ ਨਾ ਹੋਏ, ਮੈਂ ਇਸੇ ਤਰ੍ਹਾਂ ਹੀ ਮੁੜ ਗਿਆ, ਫਿਰ ਮੈਂ ਪਛਤਾਉਂਦਾ ਰਹੂੰਗਾ ਆਪਣੀ ਬਾਕੀ ਦੀ ਉਮਰ। ਫੇਰ ਕਬ ਦੇਖੇ ਜੇ ਨਾ ਅਬ ਦੇਖਿਓ ਜਾਏ। ਮਹਾਰਾਜ ਫੇਰ ਮੈਂ ਕਿਦੋਂ ਆਵਾਂਗਾ, ਮੈਨੂੰ ਕਿਦੋਂ ਚਾਂਸ ਮਿਲੂਗੀ ਇੱਥੇ ਆਉਣ ਦੀ ਮੁੜ ਕੇ? ਫਿਰ ਪ੍ਰਭ ਮੋਕੋ ਦਿਖ ਰਾਏ ਪੁਨ ਕੀਜੈ ਪ੍ਰਸਥਾਨ ਕੋ। ਮਹਾਰਾਜ ਪ੍ਰਭ ਮੋਕੋ ਦਿਖਾਏ, ਮਹਾਰਾਜ ਮੈਨੂੰ ਇੱਥੇ ਇਹ ਸਥਾਨ ਹੁਣ ਦਿਖਾ ਕੇ ਦਿਓ, ਮੈਂ ਹੁਣ ਇਹਨੂੰ ਦੇਖ ਕੇ ਹੀ ਜਾਣਾ ਹਾਂ। ਪੁਨ ਕੀਜੇ ਪ੍ਰਸਥਾਨ ਕੋ, ਫੇਰ ਆਪਾਂ ਜਾਵਾਂਗੇ, ਪਹਿਲਾਂ ਮੈਂ ਆ ਕੇ ਇਹਨੂੰ ਦੇਖ ਹੀ ਲਵਾਂ। ਮਹਾਰਾਜ ਹੁਣ ਪਹੁੰਚੇ ਹੋਏ ਹਾਂ, ਜ਼ਰੂਰ ਮੈਂ ਦੇਖ ਕੇ ਜਾਣਾ, ਪਤਾ ਨਹੀਂ ਬਾਅਦ ਚ ਕਿਤੇ ਚਾਂਸ ਮਿਲਣੀ ਜਾਂ ਨਹੀਂ ਮਿਲਣੀ। ਸਵਈਆ ਦੇਖਣ ਚਾਹੇ ਵਿਸਾਲ ਇਤੀ ਤੁਜ। ਹਾਂ, ਕਹਿੰਦੇ ਦੇਖਣ ਚਾਹੇ ਵਿਸਾਲ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ ਕਿ ਦੇਖਣ ਚਾਹੇ, ਕਹਿੰਦੇ ਕਿ ਭਾਈ ਮਰਦਾਨਿਆ ਦੇਖਣ ਦਾ ਬੜਾ ਚਾਹ ਹੈ ਤੈਨੂੰ ਦੇਖਣ ਦਾ ਬੜਾ ਤੈਨੂੰ ਉਤਸ਼ਾਹ ਹੈ, ਕਹਿੰਦਾ ਇਸ ਕਰਕੇ ਜਾਏ ਪਿਖੋ ਅਬ ਕੇ ਮਰਦਾਨਾ। ਕਹਿੰਦੇ ਮਰਦਾਨਿਆ ਜਾ ਤੂੰ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਾ ਮਰਦਾਨਿਆ, ਜਾ ਕੇ ਦੇਖ ਕੇ ਹੀ ਆ ਹੁਣ। ਹਾਂਜੀ, ਕੋਈ ਗੱਲ ਨਹੀਂ, ਹਾਂਜੀ ਕਿ ਉਹਨੂੰ ਮੌਲਵੀ ਹਟਾਉਂਦੇ ਆ ਤੈਨੂੰ, ਤੂੰ ਫਿਰ ਵੀ ਜਾ। ਹਾਂਜੀ, ਫਿਰ ਦੇਖ ਸਕਿਆ ਨਾ ਮੁਜਾਵਰ ਤੋਹੇ ਕੋ ਅੰਤਰ ਜਾਹੋ ਨਿਸੰਕ ਸੁਜਾਨਾ। ਮਹਾਰਾਜ ਨੇ ਪਤਾ ਕੀ ਬਚਨ ਕੀਤੇ? ਭਾਈ ਮਰਦਾਨੇ ਨੂੰ ਕਹਿੰਦੇ ਤੂੰ ਜਾ, ਤੈਨੂੰ ਮੌਲਵੀ ਦੇਖ ਵੀ ਨਹੀਂ ਸਕਦੇ। ਮਹਾਰਾਜ ਨੇ ਇਨਵਿਜ਼ੀਬਲ ਹੀ ਕਰਤਾ,
ਉਹ ਭਾਈ ਮਰਦਾਨੇ ਨੂੰ ਅੰਨਾ ਕਰਦੇ ਸੀ। ਭਾਈ ਕਿ ਗੁਰੂ ਨਾਨਕ ਸਾਹਿਬ ਨੇ ਉਹ ਹਾਜੀਆਂ ਨੂੰ ਇੰਨੇ ਕਰਤਾ, ਕਹਿੰਦੇ ਵੀ ਉਹ ਨਹੀਂ ਤੈਨੂੰ ਦੇਖ ਸਕਣਗੇ, ਤੂੰ ਚੁੱਪ ਕਰਕੇ ਵਿੱਚ ਦੀ ਲੰਘ ਜਾ, ਹੁਣ ਲੰਘ ਕੇ ਆਪਣਾ ਜੋ ਤੂੰ ਅੰਦਰ ਕਰਨਾ ਕਰਕੇ ਆ ਜਾ ਵਾਪਸ। ਐਸੇ ਧਾਰ ਲਈ ਸਿਰ ਪੈ ਸੁਨ ਬੈਨ ਵੱਡੋ ਮਨ ਮੈਂ ਹਰ ਖਾਨਾ। ਸੋ ਇਹ ਜਿਹੜੀ ਗੱਲ ਸੁਣ ਕੇ ਨਾ ਭਾਈ ਮਰਦਾਨਾ ਜਿਹੜਾ ਬੜਾ ਖੁਸ਼ ਹੋਇਆ, ਤੇ ਮਹਾਰਾਜ ਦੇ ਜਿਹੜਾ ਭਰੋਸਾ ਲੈ ਕੇ ਭਾਈ ਮਰਦਾਨਾ ਹੁਣ ਅੰਦਰ ਵੜੇ ਗਿਆ ਜਾ ਕੇ। ਦਰਵਾਜ਼ੇ ਮੌਲਵੀ ਬੈਠੇ, ਹਾਜੀ ਬੈਠੇ, ਇਕੱਠ ਹੋਇਆ ਹੋਇਆ। ਹਾਂਜੀ, ਭਾਈ ਮਰਦਾਨੇ ਨੂੰ ਕਿਸੇ ਨੇ ਨਹੀਂ ਦੇਖਿਆ, ਤੇ ਵੱਡਾ ਜਿਹੜਾ ਹੈ ਕਹਿੰਦਾ ਵੱਡਾ ਮਨ ਫਰਕਾਣਾ, ਬੜਾ ਖੁਸ਼ ਹੋਇਆ ਭਾਈ ਮਰਦਾਨਾ। ਹੁਣ ਅੰਤਰ ਤਾਹੇ ਪ੍ਰਵੇਸ਼ ਕਰਾ ਸਭ ਅੰਧ ਭਏ ਨਾ ਕਾਹੂ ਲਖਾਨਾ। ਸਾਰੇ ਅੰਨੇ ਹੋ ਗਏ ਜੀ, ਉੱਥੇ ਕਿਸੇ ਨੇ ਦੇਖਿਆ ਭਾਈ ਮਰਦਾਨੇ ਨੂੰ ਅੰਦਰ ਜਾਂਦਿਆਂ ਹੋਇਆਂ। ਅੰਤਰ ਜਾ ਕੇ ਦੇਖਤ ਕਿਆ ਇੱਕ ਪਾਹਨ ਮੂਰਤ ਭੂਰ ਧਰੀ। ਹੁਣ ਭਾਈ ਮਰਦਾਨਾ ਅੰਦਰ ਗਿਆ, ਅੰਦਰ ਜਾ ਕਰਕੇ ਹੁਣ ਤਾਂ ਖੁੱਲਾ ਸੀ, ਕਿਸੇ ਨੇ ਦੇਖਿਆ ਨਹੀਂ ਭਾਈ ਮਰਦਾਨੇ ਨੂੰ। ਅੰਦਰ ਜਾ ਕੇ ਭਾਈ ਮਰਦਾਨੇ ਸਾਰਾ ਚੰਗੀ ਤਰ੍ਹਾਂ ਦੇਖਿਆ, ਇੱਥੋਂ ਤੱਕ ਕਾਬੇ ਦੇ ਅੰਦਰ ਵੀ ਦੇਖਿਆ। ਹਾਂਜੀ, ਕਿਉਂਕਿ ਉੱਥੇ ਇੱਕ ਮੋਰੀ ਬਣੀ ਹੋਈ ਆ, ਉਹ ਅੰਦਰ ਦੇਖ ਸਕਦੇ ਨੇ। ਉਹ ਅੰਦਰ ਦੇਖਿਆ, ਉਸਨੇ ਦੇਖ ਕੇ ਕਹਿੰਦਾ, ਉਹਨੇ ਕੀ ਦੇਖਿਆ ਵੀ ਅੰਦਰ ਕਾਬੇ ਦੇ ਅੰਦਰ ਇੱਕ ਮੂਰਤੀ ਹੈ। ਇੱਕ ਮੂਰਤੀ ਦੇਖੀ ਜਾ ਕੇ ਭਾਈ ਮਰਦਾਨੇ ਨੇ। ਦੂਸਨ ਹੋ ਨਿਕਸਾ ਤਬ ਹੀ ਟਿਕ ਆਇਓ ਤਬੈ ਜਹ ਬੈਠੇ ਹਰੀ। ਚੁੱਪ ਕਰਕੇ ਭਾਈ ਮਰਦਾਨਾ ਫਿਰ ਉਹੀ ਰਸਤੇ ਦੇ ਬਾਹਰ ਆ ਗਿਆ। ਆ ਕੇ ਫਿਰ ਨਾ ਕਿਸੇ ਨੇ ਦੇਖਿਆ। ਆ ਕੇ ਗੁਰੂ ਨਾਨਕ ਸਾਹਿਬ ਜੀ ਕੋਲ ਕਹਿਣ ਲੱਗਾ, ਭਾਈ ਮਰਦਾਨਾ ਬੂਝਤ ਭੇ ਮਨ ਕੋ ਜੋ ਮਨੋਰਥ ਪੂਰਨ ਕੀਨ ਅਬੈ ਕੀ ਬਰੀ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਉਂਦੇ ਸਾਰੇ ਪੁੱਛਿਆ ਕਿ ਤੇਰੇ ਮਨ ਦਾ ਮਨੋਰਥ ਪੂਰਾ ਹੋ ਗਿਆ, ਮਨ ਦੀ ਇੱਛਾ ਪੂਰੀ ਹੋ ਗਈ ਕਿ ਨਹੀਂ? ਕਹਿੰਦੇ ਹੋ ਗਿਆ ਸਭ ਕੁਝ। ਹੁਣ ਕੈਸੇ ਬਿਲੋਕਨ ਕੀਨ ਕਹੋ ਮਰਦਾਨੇ ਕਹਿੰਦੇ ਗੁਰੂ ਸੋ ਉਚਰੀ। ਭਾਈ ਮਰਦਾਨਿਆ ਦੱਸ ਕੀ ਦੇਖ ਕੇ ਆਇਆ? ਹਾਂਜੀ, ਸਾਨੂੰ ਵੀ ਦੱਸ ਤੂੰ ਕੀ ਦੇਖਿਆ ਅੰਦਰ ਜਾ ਕੇ। ਹਾਂਜੀ, ਸੋ ਉਸ ਵੇਲੇ ਭਾਈ ਮਰਦਾਨੇ ਨੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਵਾਲ ਸੁਣ ਕੇ ਫਿਰ ਭਾਈ ਮਰਦਾਨੇ ਨੇ ਕਿਹਾ, ਕਬਿਤ ਕਛੂ ਨਹਿ ਤਹਾ ਇੱਕ ਪਾਹਨ ਹੈ ਲਹਾ ਵੱਡ। ਮਹਾਰਾਜ ਉੱਥੇ ਤਾਂ ਕੁਛ ਹੋਣੀਗਾ, ਇੱਕ ਪੱਥਰ ਪਿਆ ਉੱਥੇ ਵਿਚਾਲੇ। ਹਾਂਜੀ, ਇੱਕ ਮੂਰਤੀ ਜੀ ਬਣਾ ਕੇ ਉਹਨਾਂ ਨੇ ਵਿਚਾਲੇ ਰੱਖੀ ਹੋਈ ਆ, ਤੇ ਮਹਾਰਾਜ ਬਾਕੀ ਤਾਂ ਮੈਂ ਕੁਛ ਨਹੀਂ ਦੇਖਿਆ ਉੱਥੇ। ਯਾ ਕੋ ਜੋ ਪ੍ਰਸੰਗ ਮੋਕੋ ਭਾਖ ਕੈ ਸੁਣਾਈਏ। ਹੁਣ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ, ਮਹਾਰਾਜ ਮੈਨੂੰ ਇਹਦੀ ਸਾਖੀ ਦੱਸੋ, ਇਹ ਕਿੱਥੋਂ ਬਣਿਆ, ਕਿਵੇਂ ਬਣਿਆ, ਕਿਦੋਂ ਬਣਿਆ, ਇਹਦੀ ਮੈਨੂੰ ਦੱਸੋ ਜੀ ਹਿਸਟਰੀ ਸਾਰੀ। ਭਇਓ ਕੈਸੇ ਥਾਨ ਜਾ ਕੀ ਮਾਨਤਾ ਮਹਾਨ। ਮਹਾਰਾਜ ਇਹ ਥਾਂ ਕਿੰਨਾ ਇੰਨਾ ਮਹਾਨ ਬਣਿਆ, ਇੰਨੇ ਲੋਕ ਇਹਦੀ ਪੂਜਾ ਕਰਦੇ, ਦੁਨੀਆ ਇੱਥੋਂ ਚੱਲ ਕੇ ਆਉਂਦੀ, ਕਿਵੇਂ ਬਣਿਆ, ਕੀ ਗੱਲ ਹੈ ਇਸ ਥਾਂ ਦੇ ਉੱਤੇ, ਇਹਦੀ ਹਿਸਟਰੀ ਕੀ ਹੈ? ਨਹੀਂ ਦੇਖਤ ਦਰਸ ਕਿਉਂ ਹੈ ਨੈਣ ਮੂੰਦ ਜਾਈਏ। ਹਾਂ, ਕਹਿੰਦੇ ਫਿਰ ਦੂਜੀ ਗੱਲ ਇਹ ਹੈ, ਜਦੋਂ ਕਹਿੰਦੇ ਇਹ ਅਸਥਾਨ ਨੂੰ ਦੇਖਣ ਦੀ ਕਿਸੇ ਨੂੰ ਆਗਿਆ ਨਹੀਂ, ਕਿਉਂਕਿ ਉਦੋਂ ਜਿਹੜਾ ਹਨ ਅੱਗੇ ਆਵੇਗਾ। ਕਹਿੰਦੇ ਇਹ ਪਤਾ ਕਿਉਂ ਅੱਖਾਂ ਤੇ ਪੱਟੀ ਬੰਨ੍ਹਦੇ ਸਨ? ਕਹਿੰਦੇ ਵੀ ਜਿਹੜਾ ਉਹ ਕਾਬੇ ਦੇ ਅੰਦਰ ਆ, ਜਿਹੜਾ ਕੋਈ ਉਹਨੂੰ ਦੇਖ ਲੈਂਦਾ ਸੀ ਉਹ ਅੰਨਾ ਹੋ ਜਾਂਦਾ ਸੀ। ਇਹ ਗੱਲ ਉਹਨਾਂ ਨੇ ਤੋਰੀ ਹੋਈ ਸੀ, ਸੋ ਇਸ ਕਰਕੇ ਉਹ ਕਹਿੰਦੇ ਸੀ ਵੀ ਪੱਟੀ ਬੰਨ੍ਹ ਕੇ ਜਾਣਾ ਹੈ। ਸੋ ਭਾਈ ਮਰਦਾਨੇ ਨੇ ਹੁਣ ਪੁੱਛਦੇ ਨੇ ਵੀ ਉਹ ਥਾਂ ਵੀ ਜੇ ਇੰਨਾ ਹੀ ਪਵਿੱਤਰ ਹੈ, ਪਰ ਮੈਂ ਜਾਂ ਖੁਦਾ ਦਾ ਘਰ ਮੰਨਦੇ, ਫਿਰ ਉਹ ਦੇਖ ਕੇ ਬੰਨੇ ਅੰਨੇ ਕਿਉਂ ਹੁੰਦੇ ਨੇ? ਹਾਂਜੀ, ਉੱਥੇ ਤਾਂ ਅੰਨਿਆਂ ਨੂੰ ਵੀ ਜਿਹੜੀ ਹੈ ਨਿਗਾਹ ਮਿਲਣੀ ਚਾਹੀਦੀ ਹੈ। ਉਹ ਕਿਹੜਾ ਘਰ ਰੱਬ ਦਾ ਘਰ ਹੋਇਆ ਜਿੱਥੇ ਦੇਖ ਕੇ ਬਨਾਨਾ ਹੋ ਜਾਵੇ? ਤੁਰਕ ਕਹਿਤ ਬੁੱਤ ਪ੍ਰਸਤੀ ਨਾ ਕੀਜੈ ਕਬ। ਉਹ ਦੇਖੋ ਭਾਈ ਮਰਦਾਨਾ ਕਹਿੰਦਾ, ਮਹਾਰਾਜ ਤੁਰਕ ਤਾਂ ਕਹਿੰਦੇ ਆਪਾਂ ਬੁੱਤ ਪ੍ਰਸਤੀ ਨਹੀਂ ਕੀ, ਆਪਾਂ ਬੁੱਤਾਂ ਦੀ ਪੂਜਾ ਨਹੀਂ ਕਰਦੇ, ਆਪਾਂ ਆਈਡਲਸ ਨੂੰ ਨਹੀਂ ਮੰਨਦੇ, ਪਰ ਮਹਾਰਾਜ ਇਹ ਤਾਂ ਇੱਥੇ ਤੇ ਵੀ ਉਹੀ ਕੁਝ ਹੋ ਰਿਹਾ ਹੈ। ਯਾ ਕੋ ਅਬ ਖੇਕਤ ਹੈ ਸਬੈ ਸਿਰ ਨ ਆਈਏ। ਹਾਂ, ਕਹਿਣ ਲੱਗੇ ਇੱਥੇ ਤਾਂ ਵੀ ਆ ਕੇ ਸਾਰੇ ਲੋਕ ਇੱਥੇ ਮੱਥਾ ਟੇਕਦੇ ਨੇ, ਇਹ ਬੁੱਤ ਪ੍ਰਸਤੀ ਨੇ, ਹੋਰ ਕੀ ਆ? ਇਹ ਵੀ ਬੁੱਤ ਹੀ ਆ, ਇਹ ਵੀ ਪੱਥਰ ਹੀ ਹੈ। ਜਾਣਤ ਹੋ ਸਭੈ ਵਿਦ ਦਇਆ ਕੀਜੈ ਦਇਆ ਨਿਦ। ਮਹਾਰਾਜ ਤੁਸੀਂ ਸਾਰੇ ਪ੍ਰਕਾਰ ਕਰਕੇ ਸਭ ਕੁਝ ਜਾਣਨ ਵਾਲੇ ਹੋ ਸਤਿਗੁਰੂ ਜੀ, ਦਇਆ ਕਰਕੇ ਸਾਨੂੰ ਇਹ ਗੱਲ ਦੱਸ ਦਿਓ, ਦਇਆ ਦੇ ਸਮੁੰਦਰ। ਰਿੱਧ ਸਿੱਧ ਦੇਨਹਾਰ ਸੰਸੇ ਕੋ ਮਿਟਾਈਏ। ਮਹਾਰਾਜ ਰਿੱਧੀਆਂ ਸਿੱਧੀਆਂ ਨੂੰ ਬਖਸ਼ਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੇਰਾ ਇਹ ਸੰਸਾ, ਮੇਰਾ ਇਹ ਡਾਊਟ ਮੁਕਾ ਦਿਓ। ਸ੍ਰੀ ਗੁਰੂ ਅਲਾਏ ਪਾਜ ਰਾਖਤ ਦੁਰਾਏ ਇਹ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਕਹਿੰਦੇ ਇਹ ਆਪਣਾ ਸੀਕ੍ਰੇਟ ਜਿਹੜਾ ਹੈ ਨਾ, ਆਪਣਾ ਪਾਜ ਜਿਹੜਾ ਹੈ ਲੁਕੋ ਕੇ ਰੱਖਦੇ, ਕਿਸੇ ਨੂੰ ਦੱਸਦੇ ਨਹੀਂ ਹੈਗੇ। ਆਦ ਕੈ ਪ੍ਰਸੰਗ ਕਹੋ ਸੋ ਸੁਣ ਲੀਜੀਏ। ਕਹਿਣ ਲੱਗੇ ਆਦ ਦਾ ਪ੍ਰਸੰਗ ਤੈਨੂੰ ਸੁਣਾਉਂਦੇ ਆ ਮਰਦਾਨਿਆ, ਤੂੰ ਸੁਣ ਹੁਣ। ਉਮਾ ਅਰਦੰਗ ਜਾ ਕੀ ਪੂਰਬ ਨੇ ਪਾਕੀ ਲਿੰਗ। ਹਾਂ, ਕਹਿੰਦੇ ਉਮਾ ਹੁੰਦੀ ਆ ਪਾਰਵਤੀ। ਪਾਰਵਤੀ ਨੇ ਜਿਹੜੇ ਹਨ, ਪਾਰਵਤੀ ਜਿਹੜੀ ਇਸਤਰੀ ਸੀ ਸ਼ਿਵ ਜੀ ਦੀ, ਕਹਿੰਦੇ ਉਹਨਾਂ ਨੇ ਕੀ ਕੀਤਾ ਆਪਣੇ ਸਮੇਂ ਦੇ ਵਿੱਚ, ਉਹਨੇ 12 ਜਯੋਤੀ ਜਿਹੜੀਆਂ ਹਨ ਲਿੰਗ ਜਿਹੜੇ ਨੇ ਸ਼ਿਵ ਲਿੰਗ, ਉਹਨੇ 12 ਥਾਂ ਸਥਾਪਿਤ ਕੀਤੇ ਜਿੱਥੇ ਉਹਨੇ ਸ਼ਿਵ ਲਿੰਗ ਨੂੰ ਸਥਾਪਿਤ ਕੀਤਾ, ਜਿੱਥੇ ਸ਼ਿਵਾ ਦੀ ਪੂਜਾ ਹੋਇਆ ਕਰਦੀ ਸੀ। ਕਹਿਣ ਲੱਗੇ ਉਹ ਜਿਹੜਾ ਉਸ ਸਥਾਨ ਦੇ ਵਿੱਚ ਇੱਕ ਇਹ ਵੀ ਥਾਂ ਹੈ, ਇੱਥੇ ਵੀ ਇੱਕ ਸ਼ਿਵਲਿੰਗ ਉਹਨਾਂ ਨੇ ਦਿੱਤੀ। 12 ਸ਼ਿਵਲਿੰਗ ਜਿਹਨੇ ਦੁਨੀਆ ਦੇ ਵਿੱਚ ਸੀਗੇ, ਇੱਕ ਸ਼ਿਵਲਿੰਗ ਇੱਥੇ ਵੀ ਆਈ ਹੈ। ਸੋ ਇਸ ਕਰਕੇ ਇੱਥੇ ਸ਼ਿਵਾ ਦੀ ਪੂਜਾ ਹੋਇਆ ਕਰਦੀ ਸੀ ਪੁਰਾਣੇ ਸਮੇਂ ਤੋਂ, ਉਹੀ ਚੱਲਦੀ ਆਉਂਦੀ ਹੈ। ਬਹੁਤ ਲੰਮੇ ਸਮੇਂ ਤੱਕ ਇੱਥੇ ਸ਼ਿਵਾ ਦੀ ਪੂਜਾ ਕਰਦੇ ਰਹੇ ਲੋਕ, ਸ਼ਿਵਲਿੰਗ ਦੀ ਪੂਜਾ ਕਰਦੇ ਰਹੇ। ਧਰਿਓ ਇਹ ਠੌਰ ਵਿਖੇ ਕਬੈ ਕੋ ਲਿਖੀਜੀਏ। ਹਾਂ, ਕਹਿਣ ਲੱਗੇ ਇਹ ਜਿਹੜੀ ਸ਼ਿਵਲਿੰਗ ਆ ਇਹ ਬਹੁਤ ਪਹਿਲਾਂ ਧਰੀ ਗਈ ਆ, ਸਤਜੁਗ ਦੇ ਸਮੇਂ
ਜਿਵੇਂ ਬਹੁਤ ਪਹਿਲਾਂ ਦੀ ਧਰੀ ਹੋਈ ਹੈ, ਕਈ ਹਜ਼ਾਰਾਂ ਸਾਲ ਲੱਖਾਂ ਸਾਲ ਪਰ ਜਿਹੜਾ ਹਨ ਲੱਖਾਂ ਕਰੋੜਾਂ ਸਾਲ ਪਹਿਲਾਂ ਹੀ ਰੱਖੀ ਹੋਈ ਹੈ। ਮੰਦਰ ਨਾ ਕਉ ਇਹਾਂ ਹੁਤੇ ਉਦਿਆਨ ਮਾਹੇ। ਹਾਂ, ਕਹਿਣਗੇ ਉਸ ਵੇਲੇ ਇੱਥੇ ਮੰਦਰ ਨਹੀਂ ਹੋਇਆ ਕਰਦਾ ਸੀ, ਇੱਥੇ ਜਿਹੜਾ ਡੈਜ਼ਰਟ ਹੀ ਡੈਜ਼ਰਟ ਸੀ ਸਾਰਾ। ਪਰ ਇੱਥੇ ਜਿਹੜਾ ਹੈ ਜਿਹੜੇ ਮੁਸਲਮਾਨ ਜਿਹੜੇ ਹਨ ਉਹ ਕਹਿੰਦੇ ਹਨ ਵੀ ਇੱਥੇ ਸੰਗ ਅਸਵਦ ਦਾ ਇੱਕ ਪੱਥਰ ਸੀਗਾ ਜਿਹੜਾ ਕਿ ਗੋਲਾਕਾਰ ਪੱਥਰ ਸੀਗਾ। ਸੋ ਇੱਥੇ ਜਿਹੜਾ ਉਹ ਮੰਨਦੇ ਹਨ ਕਿ ਇੱਕ ਰਾਜਾ ਹੋਇਆ, ਉਹਨੇ ਇਹਨੂੰ ਭੰਨਣਾ ਚਾਹਿਆ। ਜਦੋਂ ਉਹਨੇ ਭੰਨਿਆ ਕਹਿੰਦਾ ਉਹਦਾ ਸਾਰਾ ਹੀ ਸ਼ਹਿਰ ਸੜਨ ਲੱਗ ਗਿਆ ਸੀਗਾ। ਇਸ ਕਰਕੇ ਉਹਨੇ ਕੀ ਕੀਤਾ, ਇਹ ਸੰਗ ਅਸਵਦ ਨੂੰ ਉਹ ਕਾਬੇ ਦੇ ਅੰਦਰ ਰੱਖ ਕੇ ਤੇ ਉਹਦੇ ਉੱਤੇ ਉਹ ਕਾਬਾ ਬਣਾ ਦਿੱਤਾ। ਸੋ ਇਸ ਕਰਕੇ ਕਹਿੰਦੇ ਉਸ ਜਿਹੜਾ ਹਨ ਸੰਗ ਅਸਵਦ। ਸੋ ਸੰਗ ਅਸਵਦ ਜਿਹੜਾ ਹੈ, ਹੁਣ ਇਹ ਕਹਿੰਦੇ ਹਨ ਕਿ ਜਿਹੜੇ ਹਿੰਦੂ ਲੋਕ ਕਹਿੰਦੇ ਉਹ ਸ਼ਿਵਲਿੰਗ ਹੈ, ਜਿਹੜਾ ਇਤਿਹਾਸ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਪਰ ਮੁਸਲਮਾਨ ਕਹਿੰਦੇ ਹਨ ਉਹ ਸੰਗ ਅਸਵਦ ਹੈ, ਇੱਕ ਨਿਰਾ ਹੈ ਨੇਚਰੀ ਇੱਕ ਗੋਲ ਪੱਥਰ ਹੈ। ਕਹਿੰਦਾ ਉਹ ਪਹਿਲਾਂ ਚਿੱਟੇ ਰੰਗ ਦਾ ਹੁੰਦਾ ਸੀਗਾ ਤੇ ਜੋ ਵੀ ਹੱਜ ਜਾਂਦੇ ਸਨ ਉਹ ਪੱਥਰ ਨੂੰ ਚੁੰਮਦੇ ਹੁੰਦੇ ਸੀ। ਪਰ ਕਹਿੰਦੇ ਹੌਲੀ ਹੌਲੀ ਕੀ ਹੋਇਆ, ਲੋਕਾਂ ਦੇ ਪਾਪਾਂ ਕਰਕੇ ਨਾ ਉਹ ਚਿੱਟਾ ਪੱਥਰ ਕਾਲਾ ਬਣ ਗਿਆ। ਤਾਂ ਹੀ ਲੋਕਾਂ ਨੇ ਕਹਿੰਦਾ ਵੀ ਸ਼ਿਵਲਿੰਗ ਆ। ਉਹ ਮੁਸਲਮਾਨ ਕਹਿੰਦੇ ਵੀ ਸਾਡੇ ਪਾਪਾਂ ਨੂੰ ਇਹ ਪੱਥਰ ਨੇ ਲੈ ਲਿਆ, ਇਹ ਕਾਲੇ ਰੰਗ ਦਾ ਹੋ ਗਿਆ। ਤੇ ਹੁਣ ਕੀ ਕੀਤਾ, ਅੱਜ ਕੱਲ ਇਹ ਕਾਬੇ ਦੇ ਵਿੱਚ ਉਹਨਾਂ ਨੇ ਕੀ ਕੀਤਾ, ਇਹ ਜਿਹੜਾ ਪੱਥਰ ਸੀਗਾ ਨਾ ਇਹਨਾਂ ਨੇ ਕੰਧ ਦੇ ਨਾਲ ਲਾਤਾ। ਮਤਲਬ ਕਿ ਉਹ ਅੰਦਰੋਂ ਤਾਂ ਖਾਲੀਓ ਰਹਿ ਗਿਆ, ਪਰ ਇਹ ਚੱਕ ਕੇ ਪੱਥਰ ਕੰਧ ਨਾਲ ਲਾ ਦਿੱਤਾ, ਜੋੜ ਦਿੱਤਾ। ਸੋ ਇਸ ਕਰਕੇ ਜਿਹੜਾ ਹੈ ਇਹ ਵੀ ਦੋ ਤਰ੍ਹਾਂ ਦੀਆਂ ਇੱਥੇ ਸਾਖੀਆਂ ਆਉਂਦੀਆਂ ਹਨ। ਬਣਿਓ ਜੈਸੇ ਥਾਨ ਤੈਸੋ ਉਚਰੋ ਸੁਣੀਜੀਏ। ਕਿ ਮਹਾਰਾਜ ਕਹਿੰਦੇ ਜਿਵੇਂ ਇਹ ਥਾਂ ਬਣਿਆ ਉਵੇਂ ਤੁਹਾਨੂੰ ਦੱਸਦੇ ਹਾਂ ਉਚਾਰ ਕੇ। ਭਾਈ ਮਰਦਾਨਿਆ ਤੈਨੂੰ ਦੱਸਦਾ ਹਾਂ। ਭਇਓ ਇਸ ਦੇਸ ਵਿੱਚ ਖੂਨਕਾਰ ਭੂਪ ਏਕ। ਦੇਖੋ ਇੱਕ ਖੂਨਖਾਰ ਜ਼ਾਲਮ ਰਾਜਾ ਹੋਇਆ ਉਸ ਵੇਲੇ ਉੱਥੇ। ਤੁਰਕਨ ਪੱਖ ਵਿਖੇ ਗਾਡੋਈ ਜਨੀਜੀਏ। ਕਹਿਣ ਲੱਗੇ ਉਹ ਬੜਾ ਪੱਕਾ ਮੁਸਲਮਾਨ ਸੀਗਾ, ਮੁਸਲਮਾਨ ਧਰਮ ਨੂੰ ਪੱਕਿਆ ਰੱਖਣ ਵਾਲਾ ਸੀਗਾ। ਤੇ ਉਹਨੇ ਆਪਣੇ ਰਾਜ ਵਿੱਚ ਕੀ ਕੀਤਾ, ਦੋਹਰਾ ਮਹਾਦੇਵ ਕੋ ਲਿੰਗ ਤਿਨ ਦੇਖਤ ਰਿਸ ਉਪਜਾਏ। ਕਹਿਣ ਲੱਗੇ ਜਦੋਂ ਉਹਨੇ ਮਹਾਦੇਵ ਦੀ ਲਿੰਗ ਦੇਖੀ, ਸ਼ਿਵਲਿੰਗ ਉੱਥੇ ਦੇਖੀ ਪਈ, ਤਾਂ ਉਹ ਦੇਖ ਕੇ ਉਹਨੂੰ ਬੜਾ ਗੁੱਸਾ ਆਇਆ ਵੀ ਇੱਥੇ ਸ਼ਿਵਲਿੰਗ ਕਿਉਂ ਪਈ ਹੈ। ਨਿਜ ਸੇਵਕ ਕੋ ਇਵ ਕਹਿਓ ਦੀਜੈ ਦੂਰ ਉਠਾਏ। ਉਹਨੇ ਕਿਹਾ ਲੋਕ ਆਪਣੇ ਸੇਵਕਾਂ ਨੂੰ ਵੀ ਚੱਕ ਕੇ ਸ਼ਿਵਲਿੰਗ ਚੱਕ ਕੇ ਸੱਟ ਦਿਓ, ਤੋੜ ਦਿਓ ਇਸ ਨੂੰ। ਕਬਿਤ ਭੇਜੇ ਜਬ ਦਾਸ ਭਈ ਪਾਵਕ ਪ੍ਰਕਾਸ਼ ਬਹੁ। ਜਦੋਂ ਉਹਦੇ ਸੇਵਕ ਗਏ ਉੱਤੇ ਸ਼ਿਵਲਿੰਗ ਨੂੰ ਉਠਾਉਣ ਲੱਗੇ ਤਾਂ ਸਾਰੇ ਪਾਸੇ ਅੱਗ ਲੱਗ ਗਈ ਉਹਦੇ ਸ਼ਹਿਰ ਦੇ ਵਿੱਚ। ਦੇਸ ਉਪਦੇਸ ਦਾਹ ਲਾਗਿਓ ਹੈ ਅਚਾਨਕੀ। ਅਚਾਨਕ ਹੀ ਸਾਰੇ ਪਾਸੇ ਅੱਗ ਹੀ ਅੱਗ ਲੱਗ ਗਈ ਜੀ। ਨਗਰ ਅਗਾਰ ਬੀਥੀ ਚੌਹਟੇ ਬਾਜ਼ਾਰ ਜਰੇ। ਕਹਿਣ ਲੱਗੇ ਨਗਰ ਘਰ ਸੜ ਗਏ, ਗਲੀਆਂ ਸੜ ਗਈਆਂ, ਚੌਂਕ ਸੜ ਗਏ, ਸਭ ਕੁਝ ਸੜਨ ਲੱਗਿਆ, ਉਹਦਾ ਸ਼ਹਿਰ ਸੜਨ ਲੱਗਿਆ ਸਾਰਾ। ਉੱਚੀ ਰਾਜਧਾਨੀ ਭੂਪ ਹੂੰ ਕੀ ਸਭ ਹਾਨ ਕੀ। ਕਹਿਣ ਲੱਗੇ ਸਾਰੀ ਉਹਦਾ ਘਰ ਵੀ ਸੜ ਗਿਆ, ਉੱਥੇ ਉਹਦਾ ਘਰ ਜਿਹੜਾ ਸੀਗਾ ਉਹਦਾ ਮਹਿਲ ਉਹ ਵੀ ਸੜ ਗਿਆ ਨਾਲੇ। ਐਸੇ ਸੋ ਪ੍ਰਤਾਪ ਪੇਖ ਹੱਥ ਜੋਰ ਠਾਂਡ ਭਏ। ਜਦੋਂ ਐਸਾ ਉਹਨੇ ਦੇਖਿਆ ਵੀ ਚਾਰੇ ਪਾਸੇ ਅੱਗ ਲੱਗੀ, ਉਹਦੇ ਘਰ ਨੂੰ ਅੱਗ ਲੱਗੀ, ਤਾਂ ਹੱਥ ਜੋੜ ਕੇ ਉਹਨੇ ਕਾਬੇ ਦੇ ਸਾਹਮਣੇ ਜਾ ਕੇ ਫਿਰ ਬੇਨਤੀ ਕੀਤੀ ਵੇਲੇ ਤੇ ਬਿਸਾਰੀ ਜੋ ਹੁਤੀ ਰੀਤ ਮਾਨ ਕੀ। ਕਿ ਉਹਨੇ ਜਿਹੜੀ ਆਪਣੇ ਹੰਕਾਰ ਛੱਡਿਆ ਤੇ ਉਸ ਸ਼ਿਵਲਿੰਗ ਨੂੰ ਉਹਨੇ ਮੰਨਣਾ ਕੀਤਾ, ਉਹਨੇ ਕਬੂਲਿਆ। ਬੰਦੇ ਬਾਰ-ਬਾਰ ਬਹੁ ਬੇਨਤੀ ਬਖਾਨ ਬਣੀ। ਬਹੁਤ ਵਾਰੀ ਉਹ ਨਮਸਕਾਰ ਕੀਤੀ, ਮੱਥੇ ਟੇਕੇ, ਬਾਰ-ਬਾਰ ਟੇਕੇ, ਬੜੀਆਂ ਬੇਨਤੀਆਂ ਕੀਤੀਆਂ ਉਸਨੇ। ਦਾਸ ਭਇਓ ਆਏ ਪਦ ਗਹੇ ਨੇ ਜਪਾਨ ਕੀ। ਫਿਰ ਉਸ ਵੇਲੇ ਕਹਿੰਦੇ ਦਾਸ ਜਿਹੜੇ ਗਏ ਸਨ ਤੋੜਨ ਵਾਸਤੇ, ਉਹਨਾਂ ਨੇ ਵੀ ਆ ਕੇ ਜਿਹੜਾ ਸ਼ਿਵਲਿੰਗ ਦੇ ਚਰਨੀ ਪੈ ਗਏ, ਮੱਥਾ ਟੇਕ ਦਿੱਤਾ। ਭਈ ਜਬ ਰਹਿਨ ਤਾ ਸੋ ਸੁਪਨੇ ਮੇ ਕਹੇ ਬੈਨ। ਕਹਿਣ ਲੱਗੇ ਜਦੋਂ ਉਹ ਰਾਜਾ ਸੁੱਤਾ ਪਿਆ ਰਾਤ ਨੂੰ, ਉਹਨੂੰ ਸੁਪਨੇ ਦੇ ਵਿੱਚ ਇਹ ਜਿਹੜੇ ਹਨ ਬਚਨ ਸੁਣੇ। ਇਸੀ ਠੌਰ ਮੇਰੋ ਭਲ ਮੰਦਰ ਬਣਾਈਏ। ਉਹਨੇ ਕਿਹਾ ਵੀ ਮੇਰਾ ਜਿਹੜਾ ਹੈ ਸ਼ਿਵਲਿੰਗ ਨੇ ਉਹਦੇ ਸੁਪਨੇ ਵਿੱਚ ਆ ਕੇ ਕਹਿੰਦੇ ਉਹਨੂੰ ਦਰਸ਼ਨ ਦਿੱਤੇ ਤੇ ਕਹਿੰਦਾ ਇਸ ਸਥਾਨ ਦੇ ਉੱਤੇ ਮੇਰਾ ਮੰਦਰ ਬਣਾਓ, ਸੁੰਦਰ ਮੰਦਰ ਮੇਰਾ ਬਣਾਓ ਇੱਥੇ। ਜਾਏ ਨੈਣ ਮੂੰਦ ਮਦ ਹੋਏ ਸਭ ਕਾਜ ਸਿੱਧ। ਕਹਿਣਗੇ ਜਾਏ, ਕਹਿਣਗੇ ਪਰ ਉੱਥੇ ਸ਼ਰਤ ਇਹ ਰੱਖੀ ਵੀ ਜੋ ਵੀ ਕੋਈ ਇੱਥੇ ਆਵੇ ਅੱਖਾਂ ਬੰਦ ਕਰਕੇ ਆਵੇ ਅੰਦਰ। ਕਰੋ ਜੇ ਨਾ ਤੇ ਐਸੀ। ਹੁਣ ਜਿਹੜਾ ਵੀ ਅੱਖਾਂ ਬੰਦ ਕਰਕੇ ਆਏਗਾ ਉਹਦੇ ਸਾਰੇ ਕਾਰਜ ਸਵਾਰੇ ਜਾਣਗੇ। ਕਰੋ ਜੇ ਨਾ ਐਸੀ ਬਿਦ ਵੱਡੋ ਦੁੱਖ ਪਾਈਏ। ਕਹਿਣ ਲੱਗੇ ਕਰੋ ਜਿਨ ਨਾ ਐਸੀ, ਕਹਿਣ ਲੱਗੇ ਜੋ ਵੀ ਐਸਾ ਨਹੀਂ ਕਰੇਗਾ, ਅੱਖਾਂ ਬੰਦ ਕਰਕੇ ਨਹੀਂ ਆਏਗਾ ਅੰਦਰ, ਤਾਂ ਉਹ ਜਿਹੜਾ ਹੈ ਉਹਨੂੰ ਵੱਡਾ ਦੁੱਖ ਮਿਲੇਗਾ। ਭਈ ਜਬ ਭੋਰ ਬਨ ਵਾਈ ਇਹ ਠੌਰ ਨਿਪ। ਕਹਿਣ ਲੱਗੇ ਭਾਈ ਜਦੋਂ ਸਵੇਰ ਹੋਈ ਉਹਨੇ ਕਾਲਾ ਪੱਥਰ ਲਿਆ ਕੇ ਉਹ ਕਾਬੇ ਦਾ ਮੰਦਰ ਬਣਾਇਆ ਉਹ ਸ਼ਿਵਲਿੰਗ ਦੇ ਆਲੇ ਦੁਆਲੇ। ਮੰਦਰ ਹੈ ਸੁੰਦਰ ਸਥਾਨ ਸੁਖਦਾਈਏ। ਕਹਿਣ ਲੱਗੇ ਇਹ ਮੰਦਰ ਜਿਹੜਾ ਹੈ ਸੁੰਦਰ ਉਸਨੇ ਬਣਾ ਦਿੱਤਾ। ਬਿਨਾ ਬਾਂਦੇ ਨੈਣ ਜਾਏ ਅੰਧ ਹੋਇਆ ਲਖਾਏ ਨਾ ਹੈ। ਹੁਣ ਉਹ ਜਿਹੜੀ ਹੈ ਰੀਤੀ ਐਸੀ ਤੁਰੀ ਆਉਂਦੀ ਹੈ ਉਸ ਸਮੇਂ ਤੋਂ ਇਹ ਬਿਲੀਫ ਹੈ ਵੀ ਜਿਹੜਾ ਵੀ ਕੋਈ ਅੰਦਰ ਜਾਂਦਾ ਅੱਖਾਂ ਉਹਦੀਆਂ ਖੁੱਲੀਆਂ ਹੁੰਦੀਆਂ, ਮਤਲਬ ਜਿਹੜਾ ਕਾਬੇ ਦੇ ਅੰਦਰ ਦੇਖਣਾ। ਜੇ ਅੱਖਾਂ ਖੁੱਲੀਆਂ ਹੋਣ ਤਾਂ ਕਹਿੰਦੇ ਬੰਦਾ ਅੰਨਾ ਹੋ ਜਾਂਦਾ ਹੈ। ਤਬ ਹੀ ਸਥਾਪਨਾ ਕੋ ਕੀਨ ਇਹ ਗਾਈਏ। ਕਹਿਣਗੇ ਇਸੇ ਤਰ੍ਹਾਂ ਹੀ ਉਹ ਸਥਾਪਨਾ ਹੋਈ ਉਸ ਸਥਾਨ ਦੀ। ਸਵਈਆ ਹੈ ਬਲਵਾਨ ਮਹੇਸ਼ ਬਡੋ ਬਨਵਾਏ ਭਲੋ ਇਹ ਥਾਨ ਮਹਾਨਾ। ਕਹਿਣ ਲੱਗੇ ਸ਼ਿਵ ਜੀ ਬੜਾ ਬਲਵਾਨ ਹੈ, ਉਹਨੇ ਆਪਣੀ ਪੂਜਾ ਵਾਸਤੇ ਆਪਣਾ ਸਥਾਨ ਬਣਾ ਲਿਆ। ਅੰਤਰ ਮੰਜਨ ਤਾਹੇ ਕਰਾਵਤ ਆਵਤ ਬਾਹਰ ਨੀਰ ਠਰਾਨਾ। ਤੇ ਕਹਿੰਦੇ ਉਸ ਵੇਲੇ ਲੋਕ ਉਹ ਸ਼ਿਵਲਿੰਗ ਦੇ ਜਿਹੜੇ ਹਨ ਇਸ਼ਨਾਨ ਕਰਾਉਂਦੇ ਹੁੰਦੇ ਸਨ।
ਇਸ਼ਨਾਨ ਅੰਦਰ ਕਰਾਉਣਾ, ਜਿਹੜਾ ਪਾਣੀ ਫਿਰ ਬਾਹਰ ਆਉਂਦਾ ਸੀ ਉਹਨੂੰ ਚੁੱਕ ਚੁੱਕ ਕੇ ਲੋਕ ਪੀਂਦੇ ਹੁੰਦੇ ਸਨ, ਆਪਣੇ ਮੱਥਾ ਅੱਖਾਂ ਤੇ ਲਾਉਂਦੇ ਹੁੰਦੇ ਸਨ। ਮੈਂ ਕਰ ਮੈਂ ਹਜ ਆਨ ਕਰੈ ਇਹ ਜਾਣਤ ਹੈ ਸਭ ਦੁੱਖ ਮਿਟਾਨਾ। ਤੇ ਉਹ ਪਾਣੀ ਜਿਹੜਾ ਆਉਂਦਾ ਸੀ ਅੰਮ੍ਰਿਤ ਜਾਣ ਕੇ ਲੋਕ ਕਹਿੰਦੇ ਸਨ ਵੀ ਇਹ ਪਾਣੀ ਦੇ ਨਾਲ ਮੇਰਾ ਸਾਰਾ ਹੀ ਦੁੱਖ ਦੂਰ ਹੋ ਜਾਏਗਾ। ਕਿਉਂ ਸੁਣ ਕੇ ਸਭ ਹੀ ਬੱਤੇ ਆਪਨ ਬੈਨ ਭਨੈ ਗੁਰਸੋਂ ਮਰਦਾਨਾ। ਕਹਿਣਗੇ ਇਹ ਸਾਰੀਆਂ ਗੱਲਾਂ ਸੁਣ ਕਰਕੇ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਹੋ ਨਹਿ ਅੰਧ ਭਇਓ ਬਿਖਤੇ ਇੱਕ ਔਰ ਸੰਦੇਹੋ ਸੁਦੇਹੋ ਮਿਟਾਈ। ਮਹਾਰਾਜ ਇੱਕ ਹੋਰ ਮੈਨੂੰ ਸ਼ੱਕ ਹੈ ਮਹਾਰਾਜ, ਉਹ ਤਾਂ ਕਹਿੰਦੇ ਤੁਸੀਂ ਵੀ ਕਿਹਾ ਹੈ ਵੀ ਜਿਹੜਾ ਕੋਈ ਅੰਦਰ ਕਾਬੇ ਵੱਲ ਦੇਖਦਾ ਹੈ ਤੇ ਉਹ ਅੰਨਾ ਹੋ ਜਾਂਦਾ ਹੈ ਜੇ ਉਹ ਅੱਖਾਂ ਖੋਲ ਕੇ ਜਾਵੇ। ਮਹਾਰਾਜ ਮੈਂ ਤਾਂ ਅੱਖਾਂ ਖੋਲ ਕੇ ਗਿਆ ਸੀਗਾ, ਮੈਂ ਤਾਂ ਅੰਨਾ ਨਹੀਂ ਹੋਇਆ, ਇਹਦੇ ਵਿੱਚ ਕਿਹੜੀ ਗੱਲ ਹੈ? ਹਿੰਦੂ ਕੋ ਕਾਫਰ ਕਿਉਂ ਉਚਰੈ ਇਹ ਜਾਣਤ ਹੈ ਨਿਜ ਤੇ ਲਗਤਾਈ। ਦੂਜਾ ਸਵਾਲ ਕਹਿੰਦਾ ਇਹ ਹਿੰਦੂਆਂ ਨੂੰ ਕਾਫਰ ਕਿਉਂ ਕਹਿੰਦੇ ਨੇ? ਤੁਰਕ ਲੋਕ ਜਿਹੜੇ ਨੇ, ਮੁਸਲਮਾਨ ਲੋਕ ਨੇ, ਇਹ ਹਿੰਦੂਆਂ ਨੂੰ ਕਾਫਰ ਕਿਉਂ ਕਹਿੰਦੇ ਨੇ ਤੇ ਆਪਣੇ ਤੋਂ ਛੋਟਾ ਕਿਉਂ ਜਾਣਦੇ ਹਨ? ਸ੍ਰੀ ਗੁਰ ਬੈਨ ਭਨੇ ਤਬ ਹੀ ਇਹ ਆਪ ਹੀ ਕਾਫਰ ਔਰ ਹੈ ਬਤਾਈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਆਪ ਹੀ ਕਾਫਰ ਨੇ, ਇਹ ਆਪ ਕਾਫਰ ਹੋਣ ਕਰਕੇ ਦੂਜਿਆਂ ਨੂੰ ਵੀ ਕਾਫਰ ਕਹੀ ਜਾਂਦੇ ਨੇ, ਅਸਲੀ ਕਾਫਰ ਤਾਂ ਇਹ ਆਪ ਹੀ ਨੇ ਸਾਰੇ। ਸ੍ਰੀ ਕਰਤਾਰ ਦਇਆ ਤੁਝ ਪੈ ਨਹਿ ਅੰਧ ਭਇਓ ਇਹ ਠੌਰ ਦਿਖਾਈ। ਕਹਿਣ ਲੱਗੇ ਭਾਈ ਮਰਦਾਨੇ ਤੇਰੇ ਤੇ ਗੁਰੂ ਕੇ ਸ੍ਰੀ ਕਰਤਾਰ ਪਰਮੇਸ਼ਰ ਦੀ ਤੇਰੇ ਤੇ ਕਿਰਪਾ, ਇਸ ਕਰਕੇ ਤੂੰ ਨਹੀਂ ਅੰਨਾ ਹੋਇਆ। ਦੋਹਰਾ ਮਰਦਾਨਾ ਬਿਗਸਿਓ ਸੁਨਤ ਬੈਠ ਰਹੇ ਤੇ ਠੌਰ। ਮਹਾਰਾਜ ਉੱਤੇ ਜਿਹੜਾ ਭਾਈ ਮਰਦਾਨਾ ਜੀ ਉੱਤੇ ਬੈਠੇ ਰਹੇ ਤੇ ਇਸੇ ਤਰ੍ਹਾਂ ਹੀ ਜਿਹੜਾ ਹਨ ਬਚਨ ਬਿਲਾਸ ਖੁਸ਼ੀ ਨਾਲ ਕਰਦੇ ਰਹੇ। ਇਸ ਪ੍ਰਕਾਰ ਬੀਤਿਓ ਦਿਵਸ ਕਹਤੇ ਜਗ ਸਿਰ ਮੌਰ। ਇਸੇ ਤਰ੍ਹਾਂ ਹੀ ਜਿਹੜਾ ਸਾਰਾ ਦਿਨ ਬੀਤ ਗਿਆ ਗੱਲਾਂ ਬਾਤਾਂ ਕਰਦਿਆਂ ਵਿਚਾਰਾਂ ਕਰਦਿਆਂ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਜੀ। ਸੋਈਆ ਰੈਨ ਭਈ ਪੁਨ ਆਨ ਜਬੈ ਤੇ ਥਾਨ ਵਿਖੇ ਗੁਰ ਕੀਨੋ ਹੈ ਡੇਰਾ। ਜਿੱਥੇ ਮਹਾਰਾਜ ਕੰਧ ਕੋਲ ਬੈਠੇ ਸਨ ਨਾ, ਮਹਾਰਾਜ ਨੇ ਉੱਥੇ ਹੀ ਜਿਹੜੇ ਲੰਮੇ ਪੈ ਗਏ। ਰਾਤ ਹੋ ਗਈ, ਸ਼ਾਮਾਂ ਪੈ ਗਈਆਂ, ਮਹਾਰਾਜ ਜੀ ਉੱਥੇ ਹੀ ਲੰਮੇ ਪੈ ਗਏ। ਦੰਬ ਦਹੇ ਜਿਹੇ ਸੋਏ ਰਹੇ ਤੇ ਧੌਲ ਦਿਸਾ ਕੀਏ ਪਾਵਨ ਪੈਰਾ। ਦੇਖੋ ਦੰਬ ਦਹੇ ਜਿਹੜੇ ਪਖੰਡ ਨੂੰ ਨਾਸ਼ ਕਰਨ ਵਾਲੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਪਏ ਨੇ ਤੇ ਧੌਲ ਦਿਸ਼ਾ ਕੀ ਪਾਵਨ ਪੈਰ। ਤੇ ਜਿੱਥੇ ਜਿੱਧਰਲੇ ਵੱਲ ਕਾਬਾ ਸੀ ਨਾ ਉਧਰਲੇ ਵੱਲ ਮਹਾਰਾਜ ਦੇ ਪੈਰ ਸੀ ਸਿੱਧੇ। ਹਾਂਜੀ, ਭਾਵੇਂ ਕੰਧ ਤੋਂ ਬਾਹਰ ਨੇ ਪਰ ਮਹਾਰਾਜ ਦੇ ਪੈਰ ਸਿੱਧੇ ਕਾਬੇ ਵੱਲ ਸੀਗੇ। ਸੋ ਮਹਾਰਾਜ ਇੱਧਰ ਨੂੰ ਕਬਜਰੇ ਹਨ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਸਾਰੇ ਲੰਮੇ ਪਏ ਨੇ, ਆਪਣੇ ਜਿਹੜੇ ਹਨ ਪੈਰ ਕਾਬੇ ਵੱਲ ਕਰਕੇ। ਜਾਮਨੀ ਜਾਮ ਰਹੀ ਜਬ ਹੀ ਇੱਕ ਜੀਵਨ ਨਾਮ ਮੁੱਲਾ ਤਿਹਨ ਹੇਰਾ। ਕਹਿਣ ਲੱਗੇ ਜੋ ਅੰਮ੍ਰਿਤ ਵੇਲਾ ਹੋਇਆ, ਜਦੋਂ ਪੈਰ ਰਾਤ ਬਾਕੀ ਰਹਿ ਗਈ ਤਾਂ ਇੱਕ ਉਹਨਾਂ ਦੇ ਵਿੱਚੋਂ ਆਇਆ ਜਿਹਦਾ ਨਾਂ ਸੀ ਜੀਵਨ। ਹੁਣ ਜੀਵਨ ਜਿਹੜਾ ਸੀਗਾ ਇਹ ਅੱਗੇ ਸੀਗਾ ਜਿਹੜਾ ਹਿੰਦੂ ਸੀਗਾ, ਇਹ ਕਨਵਰਟ ਹੋਇਆ, ਮੁਸਲਮਾਨ ਬਣਿਆ। ਮੁਸਲਮਾਨ ਬਣ ਕੇ ਫਿਰ ਇਹ ਕਾਬੇ ਵਿੱਚ ਜਿਹੜਾ ਮੱਕੇ ਵਿੱਚ ਰਹਿਣ ਲੱਗਿਆ। ਮੱਕੇ ਵਿੱਚ ਰਹਿੰਦਿਆਂ ਹੋਇਆਂ ਇਹ ਫਿਰ ਜਿੱਥੇ ਉਹ ਅਸਥਾਨ ਹੈ ਉਹਦੇ ਜਿਹੜਾ ਸਫਾਈ ਝਾੜੂ ਸੇਵਾ ਕਰਦਾ ਹੁੰਦਾ ਸੀ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਇਹ ਜੀਵਨ ਚੱਲ ਕੇ ਆਇਆ ਉੱਥੇ। ਫੇਰਨ ਕੋ ਬੜਨੀ ਤਹਿ ਆਵਤ ਕ੍ਰੋਧ ਕਰਾ ਬਹੁ ਗੈਣ ਕਠੋਰਾ। ਜਦੋਂ ਆਇਆ ਜੀ ਝਾੜੂ ਫੇਰਨ, ਹੱਥ ਵਿੱਚ ਝਾੜੂ ਫੇਰਦਾ ਜਦੋਂ ਉਹ ਪਾਸੇ ਆਇਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਪਏ ਸਨ, ਭਾਈ ਮਰਦਾਨਾ ਭਾਈ ਬਾਲਾ ਪਏ ਸਨ ਪੈਰ ਕਾਬੇ ਵੱਲ ਕਰਕੇ, ਤਾਂ ਇਹ ਦੇਖ ਕਰਕੇ ਇਹਨੂੰ ਬੜਾ ਗੁੱਸਾ ਚੜਿਆ। ਇਹਨੂੰ ਇੰਨਾ ਗੁੱਸਾ ਚੜਿਆ ਤੇ ਕਹਿੰਦਾ ਵੀ ਇਹ ਜਿਹੜੇ ਪੈਰ ਨੇ ਇੱਧਰ ਨੂੰ ਕਿਉਂ ਕਰਕੇ ਪਏ ਨੇ ਕਾਬੇ ਵੱਲ। ਹਾਂਜੀ, ਇਹ ਝਾੜੂ ਫੇਰਦੇ ਬੜਾ ਗੁੱਸਾ ਚੜਿਆ ਜੀ। ਦੋਹਰਾ ਲਾਤ ਪ੍ਰਹਾਰੀ ਪ੍ਰਭੂ ਕੋ ਜੀਵਨ ਅਤਮਤ ਹੀਨ। ਕਹਿਣ ਲੱਗੇ ਇਹ ਮਤ ਦਾ ਹੀਣਾ ਜਿਹੜਾ ਜੀਵਨ ਹੈ ਇਹਨੇ ਕੀ ਕੀਤਾ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਨੇ, ਮਹਾਰਾਜ ਦੇ ਪੈਰ ਨੇ, ਉਹਨਾਂ ਤੇ ਜ਼ੋਰ ਦੀ ਲੱਤ ਮਾਰੀ। ਕਹਿੰਦੇ ਵੀ ਇਧਰੋਂ ਕਿਉਂ ਲੱਤਾਂ ਕਰਕੇ ਇਧਰ ਨੂੰ ਪਏ ਹਾਂ, ਇਹਨੇ ਜ਼ੋਰ ਦੀ ਲੱਤ ਮਾਰੀ ਜੀ। ਬਹੁ ਬੋਲਤ ਦੁਰਬਚਨ ਕੋ ਔਰ ਨਰਨ ਸਮਚੀਨ। ਕਹਿਣ ਲੱਗੇ ਮਹਾਰਾਜ ਨੂੰ ਆਮ ਇਨਸਾਨ ਜਾਣ ਕੇ ਬੜਿਆਂ ਪੁੱਠਾ ਸਿੱਧਾ ਬੋਲਿਆ, ਉੱਚੇ ਬੋਲ ਬੋਲਿਆ। ਹਾਂਜੀ, ਬੜੀਆਂ ਮਾੜੀਆਂ ਗੱਲਾਂ ਕੀਤੀਆਂ, ਗਾਲਾਂ ਕੱਢੀਆਂ, ਇਹ ਸਭ ਬਹੁਤ ਬੁਰਾ ਬੋਲਿਆ ਜੀ ਇਹ, ਕਿਉਂਕਿ ਇਹ ਹੈ ਤਾਂ ਹਿੰਦੁਸਤਾਨ ਦਾ ਹੀ ਸੀ, ਸੋ ਇਹਨੂੰ ਬੋਲੀ ਤਾਂ ਆਉਂਦੀ ਹੋਈ ਸੀਗੀ। ਸੋ ਇਹ ਹਿੰਦੀ 'ਚ ਜਿਹੜਾ ਹੈ ਬੋਲ ਪਿਆ ਜੀ ਬਹੁਤ ਜ਼ਿਆਦੇ। ਕਬਿਤ ਕਿਤ ਹੂੰ ਤੇ ਆਏ ਕੋ ਹੈ ਮਤ ਅਨਜਾਣ ਤੇਰੀ। ਫਿਰ ਪੁੱਛਦਾ ਵੀ ਆ, ਨਾਲ ਗਾਲਾਂ ਕੱਢੀ ਜਾਂਦਾ, ਨਾਲ ਪੁੱਛਦਾ ਹੈ, ਕਹਿੰਦਾ ਕਿੱਥੋਂ ਆਏ ਹੋ ਤੁਸੀਂ ਤੇ ਤੁਹਾਡੀ ਮੱਤ ਕਿੱਥੇ ਗਈ? ਹਾਂਜੀ, ਕਿੱਥੇ ਤੁਸੀਂ ਮਤਹੀਨ ਹੋ, ਤੁਹਾਨੂੰ ਅਕਲ ਨਹੀਂ ਕੋਈ ਹੈਗੀ। ਮੰਦਰ ਰਸੂਲ ਦੇ ਸੇ ਚਰਨ ਪਸਾਰੇ ਹੈ। ਤੁਹਾਨੂੰ ਦਿਸਦਾ ਨਹੀਂ ਇਹ ਮੰਦਰ ਹੈ ਰਸੂਲ ਦਾ, ਰਸੂਲ ਦੇ ਮੰਦਰ ਕਾਬੇ ਵੱਲ ਤੁਸੀਂ ਆਪਣੀਆਂ ਲੱਤਾਂ ਪਸਾਰ ਕੇ ਪਏ ਹੋ, ਤੁਹਾਨੂੰ ਅਕਲ ਨਹੀਂ ਹੈਗੀ। ਕੌਣ ਹੈ ਇਮਾਨ ਤੇਰੋ ਹਿੰਦੂ ਕਾ ਤੁਰਕ ਟੇਰੋ। ਇਹ ਦੱਸ ਤੇਰਾ ਈਮਾਨ, ਤੇਰਾ ਧਰਮ ਕੀ ਹੈ? ਤੂੰ ਹਿੰਦੂ ਆ ਜਾਂ ਮੁਸਲਮਾਨ ਹੈ? ਉੱਠ ਕੇ ਨਿਕਸ ਦਿਨ ਤੋਹੇ ਦੁੱਖ ਵਾਰੇ ਹੈ। ਕਹਿਣ ਲੱਗੇ ਚੱਲ ਤੂੰ ਉੱਠ ਕੇ ਹੁਣੇ ਭੱਜ ਜਾ ਇੱਥੋਂ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਉੱਠ ਕੇ ਤੂੰ ਚਲਿਆ ਜਾ, ਜੇ ਦਿਨ ਚੜ ਗਿਆ ਤਾਂ ਤੈਨੂੰ ਸਜ਼ਾ ਦੇਵਾਂਗੇ, ਤੈਨੂੰ ਬੜਾ ਦੁੱਖ ਦੇਵਾਂਗੇ, ਤੈਨੂੰ ਇਹ ਜਿਹੜੇ ਹਨ ਤੂੰ ਜਿਹੜਾ ਇਹ ਕਰਮ ਕੀਤਾ ਤੈਨੂੰ ਵੱਡੀ ਸਜ਼ਾ ਮਿਲੇਗੀ। ਐਸੇ ਥਾਨ ਕੌਣ ਕਾਜ ਆਇਓ ਤੈਨੇ ਲਾਜ ਦੌਰ। ਕਹਿਣਗੇ ਹੇ ਨਿਲੱਜ, ਹੇ ਜਿਹੜਾ ਹੈ ਹੇ ਬੇਸ਼ਰਮ, ਤੂੰ ਇੱਥੇ ਆਇਆ ਕਿਉਂ ਹੈ? ਗੁਰੂ ਨਾਨਕ ਸਾਹਿਬ ਨੂੰ ਐਸੀ ਵੀ ਗੱਲ ਕਹੀ ਜੀਵਨ ਨੇ, ਕਹਿੰਦਾ ਵੀ ਤੂੰ ਇੱਥੇ ਆਇਆ ਹੀ ਕੀ ਕਰਨੇ ਵਾਸਤੇ? ਹਾਂ, ਜਾਨੀ ਨਾ ਸਿਫਤ ਜੋ ਮੁਹੰਮਦ ਬਿਸਾਰੇ ਹੈ। ਕਹਿਣਗੇ ਤੂੰ ਜਾਣੀ ਨਹੀਂ
ਤੁਹਾਨੂੰ ਸਮਝ ਨਹੀਂ ਵੀ ਮੁਹੰਮਦ ਸਾਹਿਬ ਦੀ ਕਿੰਨੀ ਇੱਥੇ ਉਸਤਤ ਹੈ, ਵੀ ਮੁਹੰਮਦ ਸਾਹਿਬ ਨੂੰ ਇੱਥੇ ਰੱਬ ਚੱਕਰੇ ਜਿਹੜਾ ਹੈ ਉਹਨੂੰ ਜਿਹੜਾ ਪੂਜਿਆ ਜਾਂਦਾ ਹੈ, ਤੇ ਤੂੰ ਜਿਹੜਾ ਇੱਥੇ ਕੀ ਕਰਦਾ ਹੈ। ਸਰੋਣ ਸੁਨ ਬੈਨ ਗੁਣ ਐਨ ਗਤ ਦੈਨ ਬੋਲੇ। ਜਦੋਂ ਇਹ ਉਹਦੇ ਜਿਹੜਾ ਹਨ ਭੈੜੇ ਦੁਰਬਚਨ ਸੁਣੇ ਗੁਰੂ ਨਾਨਕ ਸਾਹਿਬ ਨੇ ਆਪਣੇ ਕੰਨਾਂ ਦੇ ਵਿੱਚ, ਗੁਣਾ ਦਾ ਐਨ ਗੁਣਾ ਦਾ ਕਰ ਗਤੀ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਬੋਲੇ। ਚਲਤ ਚਲਤ ਮਗ ਪਗ ਹਮ ਹਾਰੇ ਹੈ। ਮਹਾਰਾਜ ਕਹਿੰਦੇ ਦੇਖੋ ਮਹਾਰਾਜ ਨੂੰ ਗੁੱਸਾ ਨਹੀਂ ਕੀਤਾ, ਬਿਲਕੁਲ ਵੀ ਮਹਾਰਾਜ ਨੂੰ ਗੁੱਸਾ ਨਹੀਂ ਆਇਆ। ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਜੀਵਨ ਨੂੰ, ਕਹਿੰਦੇ ਚਲਤ ਚਲਤ ਮਗ, ਤੁਰਦੇ ਤੁਰਦੇ ਰਸਤੇ ਦੇ ਵਿੱਚ ਸਾਡੇ ਜਿਹੜੇ ਪੈਰ ਜਿਹੜੀਆਂ ਲੱਤਾਂ ਨੇ ਹਾਰ ਗਈਆਂ, ਮਤਲਬ ਬਹੁਤ ਥੱਕ ਗਈਆਂ, ਹੁਣ ਤੁਰਨ ਜੋਗੇ ਨਹੀਂ ਅਸੀਂ ਰਹੇ, ਇੰਨੀਆਂ ਥੱਕ ਗਈਆਂ ਸਾਡੇ ਪੈਰ ਚਰਨ ਜਿਹੜੇ ਹਨ, ਲੱਤਾਂ ਜਿਹੜੀਆਂ ਹਨ ਸਾਰੀਆਂ, ਅਸੀਂ ਹੰਭ ਗਏ, ਹੁਣ ਨਹੀਂ ਸਾਤੋਂ ਹੋਰ ਤੁਰਿਆ ਜਾਂਦਾ, ਨਾ ਹਿਲਾਇਆ ਜਾਂਦਾ। ਕਬੇ ਤੇ ਚਲੇ ਪੰਥ ਭਇਓ ਸ਼ਰਮ ਥਾਕ ਭਏ ਬੇਹਬਲ। ਹਾਂ, ਇਸ ਕਰਕੇ ਅਸੀਂ ਥੱਕੇ ਹੋਏ ਆਏ ਸਾਂ, ਬਸ ਲੰਮੇ ਪੈ ਗਏ, ਸਾਨੂੰ ਨਹੀਂ ਪਤਾ ਸਾਡੇ ਸਿਰ ਕਿੱਧਰ ਨੂੰ ਆ, ਲੱਤਾਂ ਕਿੱਧਰ ਨੂੰ ਆ, ਅਸੀਂ ਨਹੀਂ ਇਹਦਾ ਖਿਆਲ ਕੀਤਾ। ਕਉ ਸੁਧ ਰਹੀ ਨਹਿ ਪੈਰ ਕਿਤ ਕੀਜੀਏ। ਹਾਂ, ਇਸ ਕਰਕੇ ਸਾਨੂੰ ਸੁੱਧ ਖਬਰ ਹੀ ਨਹੀਂ ਰਹੀ, ਸਾਡੇ ਪੈਰ ਜਿਹੜੇ ਹਨ ਚਰਨ ਕਿੱਧਰ ਵੱਲ ਹੋ ਗਏ। ਭਇਓ ਅਨਜਾਨ ਦੋਸ ਯਾਤੇ ਕੀਜੈ ਥੋਰੋ ਰੋਸ। ਕਹਿਣ ਲੱਗੇ ਅਣਜਾਣੀ ਵਿੱਚ ਸਾਟੋ ਹੋ ਗਈ ਗਲਤੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਇੰਨਾ ਗੁੱਸਾ ਕਿਉਂ ਕਰਦਾ ਹੈ, ਸਾਡੇ ਅਣਜਾਣੀ ਵਿੱਚ ਹੋ ਗਈ, ਸਾਨੂੰ ਨਹੀਂ ਪਤਾ ਸੀ। ਐਸੋ ਅਬ ਕੀਜੈ ਮਮ ਚਰਨ ਗਹੀ ਜੀਏ। ਮਹਾਰਾਜ ਜੀ ਕਹਿਣ ਲੱਗੇ ਜੀਵਨ ਨੂੰ, ਹੁਣ ਪੈਰ ਲੱਤਾਂ ਤਾਂ ਸਾਤੋਂ ਨਹੀਂ ਹਿਲਾਈਆਂ ਜਾਂਦੀਆਂ, ਤੂੰ ਇਸ ਤਰ੍ਹਾਂ ਕਰ, ਤੂੰ ਸਾਡੀਆਂ ਲੱਤਾਂ ਜਿਹੜੀਆਂ ਹਨ ਇਹ ਜਿਹੜੇ ਸਾਡੇ ਚਰਨ ਪਕੜ ਕੇ ਉਠਨੇ ਕੇ ਜ਼ੋਰ ਨਾਹੀ ਯਾਤੇ ਕਹੋ ਤੁਝ ਪਾਹੇ। ਹਾਂ, ਕਹਿਣ ਲੱਗੇ ਉੱਠਣੇ ਦਾ ਸਾਡੇ ਕੋਲ ਜ਼ੋਰ ਤਾਕਤ ਨਹੀਂ ਜਿਹੜਾ ਅਸੀਂ ਉੱਠ ਕੇ ਆ ਪਾਸੇ ਨੂੰ ਹੋ ਜਾਈਏ, ਇਸ ਕਰਕੇ ਅਸੀਂ ਲੰਮੇ ਪਏ ਆ, ਤੂੰ ਐਂ ਕਰ ਸਾਡੇ ਚਰਨ ਪਕੜ ਕਰਕੇ ਤੂੰ ਜਿੱਧਰ ਨੂੰ ਘਮਾਉਣੇ ਆ ਘਮਾ ਲਾ। ਐਂਚੋ ਨੇ ਜਹਾਤ ਸੰਗ ਔਰੇ ਦੇਸ ਕੀਜੀਏ। ਹਾਂ, ਕਹਿਣ ਲੱਗੇ ਚਲੋ ਐਂਚੋ, ਕਹਿਣ ਲੱਗੇ ਖਿੱਚ ਲਾ, ਹੁਣ ਇਹਨਾਂ ਨੂੰ ਪਕੜ ਕੇ ਤੂੰ ਖਿੱਚ ਕੇ ਪਾਸੇ ਕਰ ਦੇ, ਜਿੱਧਰ ਨੂੰ ਤੂੰ ਚਾਹੁੰਦਾ ਉਧਰ ਨੂੰ ਹੀ ਕਰ ਲਾ। ਹੁਣ ਆਏ ਪਰਦੇਸੀ ਨਹਿ ਜਾਣੇ ਹਮ ਬਾਤ ਐਸੀ। ਕਹਿਣ ਲੱਗੇ ਅਸੀਂ ਪਰਦੇਸੀ ਆ ਭਾਈ, ਇੱਥੇ ਦੀ ਮਰਿਆਦਾ ਅਸੀਂ ਨਹੀਂ ਜਾਣਦੇ, ਵੀ ਇੱਥੇ ਦੀ ਕਿਹੜੀ ਮਰਿਆਦਾ ਕੀ ਕਰ ਸਕਦੇ ਆ, ਡੂ ਐਂਡ ਡੋਂਟਸ ਦਾ ਸਾਨੂੰ ਨਹੀਂ ਪਤਾ, ਤੂੰ ਕਰ ਲਾ ਜੋ ਤੈਨੂੰ ਠੀਕ ਲੱਗਦਾ ਹੈ। ਜੈਸੀ ਭਾਵੈ ਤੈਸੀ ਕਰ ਚਿੱਤ ਮੈਂ ਨਾ ਖੀਜੀਏ। ਹਾਂ, ਕਹਿਣ ਲੱਗੇ ਜੈਸਾ ਤੂੰ ਚਾਹੁੰਦਾ ਹੈ ਵੈਸਾ ਤੂੰ ਕਰ ਲਾ, ਪਰ ਗੁੱਸਾ ਕਿਉਂ ਕਰਦਾ ਹੈ। ਹਾਂਜੀ, ਗੁੱਸਾ ਨਾ ਕਰ, ਜਿਵੇਂ ਤੂੰ ਚਾਹੁੰਦਾ ਤੂੰ ਉਵੇਂ ਸਾਡੇ ਨਾਲ ਕਰ ਲਾ। ਹੁਣ ਦੋਹਰਾ ਜਿੱਤ ਦਿਸ ਨਹੀਂ ਖੁਦਾਏ ਘਰ ਤੈ ਜਾਣਿਓ ਮਨ ਮਾਹੇ। ਮਹਾਰਾਜ ਨੇ ਬਚਨ ਕੀ ਕੀਤਾ, ਕਹਿੰਦਾ ਜਿੱਧਰਲੇ ਵੱਲ ਖੁਦਾ ਦਾ ਘਰ ਨਹੀਂ ਹੈ ਨਾ, ਜਿੱਥੇ ਰੱਬ ਦਾ ਘਰ ਨਹੀਂ ਹੈ, ਤੂੰ ਸਾਰੀਆਂ ਲੱਤਾਂ ਉਧਰਲੇ ਪਾਸੇ ਕਰ ਦੇ। ਹਾਂਜੀ, ਖਿੱਚ ਲਾ, ਹੁਣ ਜਿੱਧਰ ਵੱਲ ਰੱਬ ਨਹੀਂ ਆ ਉਧਰਲੇ ਪਾਸੇ ਸਾਰੀਆਂ ਲੱਤਾਂ ਕਰ ਦੇ। ਕਰੋ ਮੁਲਾਣੇ ਤਿਤ ਦਿਸਾ ਬਰਜਤ ਤੁਝ ਕੋ ਨਾ ਹੈ। ਹਾਂ, ਕਰੋ ਮੁਲਾਣੇ ਤਿਤ ਦਿਸ਼ਾ। ਹੇ ਮੁਲਾਣਿਆ, ਜੀਵਨ ਨੂੰ ਮੁਲਾਣਾ ਕਹਿੰਦੇ ਨੇ, ਕਹਿੰਦੇ ਮੁਲਾਣਿਆ ਉਧਰ ਨੂੰ ਕਰਦੇ ਜਿੱਧਰ ਨੂੰ ਕੋਈ ਗੁੱਸਾ ਨਹੀਂ ਕਰੇਗਾ। ਹਾਂਜੀ, ਕਿਸੇ ਦੀ ਬੇਇੱਜ਼ਤੀ ਨਹੀਂ ਹੋਵੇਗੀ। ਕਬਿਤ ਮੁੱਲਾ ਰਿਸ ਕੀਨੀ ਗਹਿ ਲੀਨੋ ਹੈ ਚਰਨ ਗੁਰ। ਹੁਣ ਜੀਵਨ ਜਿਹੜਾ ਮੁੱਲਾ ਸੀਗਾ ਉਹਨੂੰ ਤਾਂ ਗੁੱਸਾ ਪਹਿਲਾਂ ਹੀ ਚੜਿਆ ਹੋਇਆ ਸੀ, ਉਹਨੇ ਗੁੱਸੇ ਨਾਲ ਮਹਾਰਾਜ ਦੇ ਚਰਨ ਪਕੜ ਲਏ, ਚੱਕ ਕੇ ਜਿਹੜੇ ਹਨ ਮਹਾਰਾਜ ਦੇ ਚਰਨ। ਬਲ ਸੋ ਘਸੀਟ ਔਰ ਦਿਸ਼ਾ ਪਰਮਾਏ ਹੈ। ਉਹਨੇ ਆਪਣੇ ਪੂਰੇ ਜ਼ੋਰ ਨਾਲ ਮਹਾਰਾਜ ਦੇ ਜਿਹੜੇ ਚਰਨ ਚੁੱਕ ਕਰਕੇ ਉਹਨੇ ਪਾਸੇ ਨੂੰ ਘਮਾਏ ਜੀ, ਘਸੀਟੇ ਵਿੱਚ ਖਿੱਚਣਾ। ਸੋ ਉਹਨੇ ਜਿਹੜਾ ਹੈ ਘਸੀਟ ਕੇ ਪਾਸੇ ਕੀਤੇ। ਕਾਬਾ ਸੰਗ ਚੱਲਿਓ ਨੀਰ ਨੌਕਾ ਜਿਮ ਹਲਿਓ। ਦੇਖੇ ਕੀ ਹੋਇਆ, ਜੀਵਨ ਨੇ ਪਾਸੇ ਕੀਤਾ, ਕਾਬੇ ਵੱਲ ਦੇਖਦਾ, ਕਾਬਾ ਵੀ ਉਧਰ ਵੱਲ ਆ ਗਿਆ ਜੀ। ਮਹਾਰਾਜ ਦੇ ਚਰਨ ਘਮਾਏ, ਕਾਬਾ ਵੀ ਮਹਾਰਾਜ ਦੇ ਚਰਨਾਂ ਵਾਲੇ ਜਿਵੇਂ ਜੁੜਿਆ ਹੁੰਦਾ ਹੈ ਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਇੱਕ ਨੌਕਾ, ਇੱਕ ਸ਼ਿਪ ਜਿਹੜਾ ਪਾਣੀ ਵਿੱਚ ਚੱਲਦਾ ਹੈ ਨਾ, ਫਿਰ ਕਹਿੰਦੇ ਜਿੱਧਰ ਨੂੰ ਉਹ ਸ਼ਿਪ ਹੁੰਦਾ ਉਧਰ ਨੂੰ ਪਾਣੀ ਹੁੰਦਾ। ਕਹਿੰਦੇ ਕਿ ਇਹੀ ਗੱਲ ਹੋਈ, ਕਹਿੰਦੇ ਜਿੱਧਰ ਨੂੰ ਮਹਾਰਾਜ ਦੇ ਚਰਨ ਜਾਂਦੇ ਨੇ ਉਧਰ ਨੂੰ ਹੀ ਕਾਬਾ ਹੋ ਗਿਆ। ਸੋ ਉਧਰਲੇ ਡਾਇਰੈਕਸ਼ਨ ਕਾਬਾ ਜਿਹੜਾ ਫੋਲੋ ਕਰ ਰਿਹਾ ਮਹਾਰਾਜ ਦੇ ਚਰਨਾਂ ਨੂੰ। ਤਬ ਭਇਓ ਥਿਰ ਜਾਏ ਜਿਤ ਚਰਨ ਸੁਹਾਏ ਹੈ। ਹਾਂ, ਕਹਿਣ ਲੱਗੇ ਜਿੱਧਰ ਨੂੰ ਮਹਾਰਾਜ ਦੇ ਚਰਨ ਉਧਰੇ ਕਾਬਾ ਸੁਹਾਉਂਦਾ ਹੈ, ਉਧਰੇ ਕਾਬਾ ਘੁੰਮ ਕੇ ਜਾਂਦਾ ਹੈ। ਹਟਿਓ ਜਬ ਦੇਖਿਓ ਜਿਤ ਪਗ ਤਿਤ ਕਾਬਾ ਗਇਓ। ਹੁਣ ਦੇਖੋ ਇਹ ਜਿਹੜੀ ਕਈ ਵਾਰੀ ਮੁਸਲਮਾਨ ਲੋਕ ਜਿਹੜੇ ਹਨ ਇਹਦੇ ਤੇ ਕਹਿੰਦੇ ਹਨ ਵੀ ਇਹ ਨਹੀਂ ਹੋ ਸਕਦਾ ਜੀ, ਕਾਬਾ ਕਿਵੇਂ ਘੁੰਮ ਗਿਆ ਜੀ, ਇਹ ਘੁੰਮਣਾ ਨਹੀਂ ਸੀ, ਇਹ ਕਿੱਥੇ ਘੁੰਮ ਸਕਦਾ ਜੀ, ਮਹਾਰਾਜ ਦੇ ਚਰਨਾਂ ਨਾਲ ਨਹੀਂ ਘੁੰਮਿਆ। ਉਹ ਤਾਂ ਚਲਾ ਮੁਸਲਮਾਨ ਕਹਿੰਦੇ ਹਨ। ਆਪਣੇ ਸਿੱਖ ਭਾਈ ਜਿਹੜੇ ਬਹੁਤ ਸਿਆਣੇ ਨੇ, ਹਾਂਜੀ ਬਹੁਤ ਪੜ੍ਹੇ ਲਿਖੇ ਨੇ, ਉਹ ਕਹਿੰਦੇ ਮਹਾਰਾਜ ਨੇ ਨਾ ਮਨ ਘੁਮਾਤੇ, ਕਾਬਾ ਨਹੀਂ ਘੁੰਮਿਆ। ਮਹਾਰਾਜ ਨੇ ਸਿਰਫ ਇੱਕ ਟ੍ਰਿਕ ਖੇਡੀ ਸੀ, ਇੱਕ ਮੈਜਿਕ ਸ਼ੋਅ ਕੀਤੀ ਸੀ ਉੱਥੇ, ਜਿਵੇਂ ਡੇਵਿਡ ਕਾਪਰਫੀਲਡ ਹੋਇਆ, ਹੋਰ ਮੈਜੀਸ਼ੀਅਨ ਹੋਏ, ਕਹਿੰਦੇ ਉਹ ਹੁੰਦਾ ਕੁਛ ਹੋਰ, ਦਿਖਾ ਕੁਛ ਹੋਰ ਦਿੰਦੇ ਨੇ। ਸੋ ਆਪਣੇ ਬਹੁਤ ਪੜ੍ਹੇ ਲਿਖੇ ਬੰਦੇ ਨੇ, ਹਾਂਜੀ ਉਹਨਾਂ ਦੇ ਪਤਾ ਨਹੀਂ ਕੀ ਮਨ ਵਿੱਚ ਕੀ ਪੜ੍ਹੇ ਨੇ ਕੀ ਨਹੀਂ ਪੜ੍ਹੇ, ਪਰ ਉਹ ਐਸਾ ਕਹਿੰਦੇ ਨੇ ਵੀ ਜਿਹੜਾ ਹੈ ਮਨ ਘੁਮਾਤੇ ਤੇ ਅਸਲ ਵਿੱਚ ਕਾਬਾ ਨਹੀਂ ਘੁੰਮਿਆ। ਪਰ ਹਿਸਟਰੀ ਪੜ੍ਹ ਕੇ ਕਿਤੇ ਦੇਖਣਾ, ਕਹਿੰਦੇ ਹਜ਼ਰਤ ਇਬਰਾਹਿਮ ਜਿਹੜਾ ਹੋਇਆ ਨਾ, ਉਹਨੇ ਹਜ਼ਰਤ ਇਬਰਾਹਿਮ ਜਿਹੜਾ ਸੀ, ਉਹਨੇ ਆਪਣੀ ਇੱਕ ਕਿਤਾਬ ਹੈ ਉਹਦੀ ਫਤੂਹਤ ਮੱਕੀਆ, ਉਹ ਫਤੂਹਤ ਮੱਕੀਆ ਵਿੱਚ ਉਹ ਲਿਖਦਾ ਹੈ, ਕਹਿਣ ਲੱਗਾ ਜਿਹੜਾ ਕਾਬਾ ਹੈ ਨਾ,
ਕਹਿਣ ਲੱਗਾ ਇਹ ਜਿਹੜਾ ਹੈ ਇਹ ਕਾਬਾ ਜਿਹੜਾ ਹੈ ਇਸ ਦੀਆਂ ਨੀਹਾਂ ਜਿਹੜੀਆਂ ਨੇ ਕਹਿੰਦੇ ਇੱਕ ਵਾਰ ਇਹ ਨਮਸਕਾਰ ਕਰਨ ਗਿਆ ਤਾਂ ਉਹ ਜਿਹੜੀਆਂ ਹਨ ਸਾਰਾ ਕਾਬਾ ਉੱਤੇ ਨੂੰ ਫਲੋਟ ਹੋ ਗਿਆ ਸੀ ਤੇ ਫਿਰ ਇਹਨੇ ਬੇਨਤੀ ਕਰਕੇ ਥੱਲੇ ਲਿਆਂਦਾ। ਕਹਿੰਦੇ ਇਹ ਜਿਹੜਾ ਹੈ ਨਾ ਕਹਿੰਦੇ ਇਹ ਜਿਹੜਾ ਹੈ ਕਾਬਾ ਜਿਹੜਾ ਹੈ ਕਹਿੰਦੇ ਉਸ ਜਿਹੜਾ ਹੈ ਇਹਨੇ ਬੇਨਤੀ ਕਰਨ ਤੋਂ ਨਾ ਕਹਿੰਦਾ ਵੀ ਕਾਬੇ ਨੂੰ ਇਹਨੇ ਇਹ ਅਰਦਾਸ ਕੀਤੀ ਕਹਿੰਦੇ ਵੀ ਇਹ ਜਿਹੜਾ ਕਾਬਾ ਹੈ ਨਾ ਕਹਿੰਦਾ ਇਹ ਜਿਹੜਾ ਅਯੋਗ ਹੈ ਵੀ ਇਹ ਠੀਕ ਨਹੀਂ ਹੈਗਾ। ਕਹਿੰਦੇ ਉਸ ਵੇਲੇ ਕਾਬਾ ਫਲੋਟਿੰਗ ਹੋਣ ਲੱਗ ਗਿਆ। ਫਿਰ ਇਹਨੇ ਅਰਦਾਸ ਕੀਤੀ ਵੀ ਕਾਬਾ ਥੱਲੇ ਆ ਜਾ ਨਹੀਂ ਤਾਂ ਮੇਰੇ ਸਿਰ ਤੇ ਨਾ ਡਿੱਗ ਪਈ ਹੁਣ। ਹਾਂਜੀ ਸੋ ਇਹਨੇ ਇਹ ਵੀ ਲਿਖਿਆ ਹੈ। ਦੂਜਾ ਇਸਰਾਰ ਸ਼ਰੀਅਤ ਦੂਜਾ ਹਿੱਸਾ ਜਿਹੜਾ ਹੈ ਉਸ ਦਾ ਜਿਹੜਾ ਪੰਨਾ 74 ਦੇ ਵਿੱਚ ਇਹ ਲਿਖਿਆ ਹੋਇਆ ਹੈ ਜਿਹੜਾ ਹੈ ਇਬਰਾਹਿਮ ਨੇ ਹਜ਼ਰਤ ਇਬਰਾਹਿਮ ਦਾ। ਫਿਰ ਇੱਕ ਰਾਇਬਾ ਆਉਂਦੀ ਹੈ ਰਬੀਆ ਕਹਿੰਦੀ ਜਿਹੜਾ ਹੈ ਉਹ ਕਹਿੰਦੀ ਵੀ ਇੱਕ ਵਾਰ ਰਬੀਆ ਪਹਿਲੀ ਵਾਰੀ ਗਈ ਇੱਕ ਬਿੱਲੀ ਫਸੀ ਹੋਈ ਸੀ ਉਹਨੂੰ ਕੱਢਣ ਵਾਸਤੇ ਚਲੀ ਗਈ। ਉਹਨੂੰ ਕੱਢਦੀ ਕਹਿੰਦੀ ਉਹ ਕੱਢਿਆ ਉਸਨੂੰ ਜਿਹੜਾ ਹੈ ਉਹਦੇ ਵਿੱਚ ਸਾਖੀ ਲੰਮੀ ਹੈ। ਜਦੋਂ ਕਹਿੰਦੇ ਉਹ ਜਿਹੜਾ ਜਾਣ ਲੱਗੀ ਤਾਂ ਉਹਦੇ ਕੋਲ ਪੈਸੇ ਮੁੱਕ ਗਏ ਉਹ ਜਾ ਨਾ ਸਕੀ। ਕਹਿੰਦੇ ਕਾਬਾ ਆਪ ਉਹਦੇ ਕੋਲ ਆਇਆ। ਦੂਸਰੀ ਵਾਰੀ ਕਹਿੰਦੇ ਰਬੀਆ ਜਦੋਂ ਉੱਥੇ ਗਈ ਕਹਿੰਦੀ ਰਬੀਆ ਚਲਦੀ ਆਉਂਦੀ ਆ ਕਾਬਾ ਸਾਹਮਣੇ ਉਹਦੇ ਆਉਂਦਾ ਸੀਗਾ ਤੁਰਿਆ ਤੇ ਪਰ ਰਬੀਆ ਕਹਿੰਦੀ ਹੈ ਹੇ ਖੁਦਾ ਮੈਂ ਤੈਨੂੰ ਮੰਗਿਆ ਤੇਰਾ ਘਰ ਨਹੀਂ ਮੰਗਿਆ ਤੇਰਾ ਘਰ ਕਿਉਂ ਆ ਰਿਹਾ ਮੈਂ ਤਾਂ ਤੈਨੂੰ ਮੰਗਿਆ ਹੈ। ਸੋ ਉਹ ਵੀ ਸਾਖੀ ਆਉਂਦੀ ਹੈ। ਸੋ ਇਸ ਕਰਕੇ ਜਿਹੜਾ ਹੈ ਇੱਕ ਹੋਰ ਆਉਂਦਾ ਹੈ ਇਬਰਾਹਿਮ ਅਦਮ। ਸੋ ਇਬਰਾਹਿਮ ਅਦਮ ਦੇ ਵਿੱਚ ਜਿਹੜਾ ਹੈ ਇਹ ਇੱਕ ਘਟਨਾ ਲਿਖੀ ਹੈ। ਕਹਿੰਦੇ ਉਹ ਜਿਹੜਾ ਹੈ ਅੱਖਾਂ ਦੇ ਸਾਹਮਣੇ ਵਾਲੀ ਗੱਲ ਹੈ। ਕਹਿੰਦੇ ਕਿ ਤੇਰੀ ਨਜ਼ਰ ਵਿੱਚ ਫਰਕ ਪਿਆ ਹੈ। ਕਹਿੰਦੇ ਉਹ ਜਿਹੜਾ ਹੈ ਜਦੋਂ ਕਾਬਾ ਹਿੱਲਿਆ ਨਾ ਉਹ ਕਹਿੰਦਾ ਵੀ ਤੇਰੀ ਨਜ਼ਰ ਵਿੱਚ ਜਿਹੜਾ ਫਰਕ ਪਿਆ ਹੈ। ਕਾਬਾ ਇੱਕ ਕਮਜ਼ੋਰ ਇਸਤਰੀ ਦੀ ਜਿਹੜਾ ਹਨ ਸਵਾਗਤ ਵਾਸਤੇ ਕਿਉਂ ਗਿਆ। ਕਹਿੰਦੇ ਉਹ ਇਹ ਪੁੱਛਦਾ ਸੀ ਨਾ ਵੀ ਇੱਕ ਜਿਹੜਾ ਹਨ ਵੀ ਕਾਬਾ ਇੱਕ ਕਮਜ਼ੋਰ ਇਸਤਰੀ ਵਾਸਤੇ ਰਬੀਆ ਵਾਸਤੇ ਕਿਉਂ ਗਿਆ। ਕਹਿੰਦੇ ਜਿਹੜਾ ਹੈ ਇਹਨੇ ਇਹ ਸਵਾਲ ਕੀਤਾ ਪਰ ਕਾਬਾ ਕਹਿੰਦਾ ਮੈਂ ਆਪ ਉਹਨਾਂ ਦੀ ਯਾਤਰਾ ਕਰਦਾ ਹਾਂ ਮੈਂ ਆਪ ਉਹਨਾਂ ਦੇ ਦਰਸ਼ਨ ਕਰਦਾ ਜਿਹੜੇ ਖੁਦਾ ਨੂੰ ਧਿਆਉਂਦੇ ਹਨ ਖੁਦਾ ਨੂੰ ਯਾਦ ਕਰਦੇ ਹਨ। ਸੋ ਐਸਾ ਜਿਹੜਾ ਹਨ ਇਸ ਤੇ ਕਈ ਸਾਖੀਆਂ ਐਸੀਆਂ ਆਉਂਦੀਆਂ ਨੇ। ਸੋ ਇਸ ਕਰਕੇ ਇਹ ਜਿਹੜਾ ਹੈ ਬਿਲਕੁਲ ਵੀ ਜਿਹੜਾ ਹੈ ਇਹ ਗੱਲ ਆਪਾਂ ਕਹਿ ਨਹੀਂ ਸਕਦੇ ਵੀ ਹੋ ਨਹੀਂ ਸਕਦਾ। ਇੱਕ ਮੌਲਾਨਾ ਅਬਦੁਲ ਰਹੀਮ ਸਾਹਿਬ ਜਿਹੜਾ ਹੈ ਉਹਨੇ ਜਿਹੜਾ ਹੈ ਬਿਸਮਿਲ ਹਾਂਜੀ ਫਿਰੋਜ਼ਪੁਰੀ ਉਹਨੇ ਇੱਕ ਪੁਸਤਕ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੱਕੇ ਜਾਣ ਦੇ ਬਾਰੇ ਲਿਖਿਆ ਹੈ। ਉਹਨੇ ਇੱਥੇ ਇੱਕ ਜਿਹੜਾ ਹੈ ਇੱਕ ਉਹਨੇ ਇੱਕ ਸ਼ਾਇਰ ਲਿਖੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਾਰੀਫ ਦੇ ਵਿੱਚ। ਉਹ ਕਰਦਾ ਹੈ ਕਹਿੰਦਾ ਤੂੰ ਉਹ ਕਾਬਾ ਹੈ ਕਿ ਕਾਬੇ ਨੇ ਕੀਆ ਤੇਰਾ ਤਵਾਫ। ਕਹਿਣ ਲੱਗੇ ਲੋਕ ਕਾਬੇ ਦੀ ਯਾਤਰਾ ਕਰਨ ਆਉਂਦੇ ਕਾਬੇ ਨੇ ਤੇਰੀ ਪਰਿਕਰਮਾ ਕੀਤੀ। ਦੁਨੀਆ ਕਾਬੇ ਦੀ ਪਰਿਕਰਮਾ ਕਰਦਾ ਪਰ ਕਾਬਾ ਤੇਰੀ ਪਰਿਕਰਮਾ ਕਰਨ ਵਾਸਤੇ ਆਇਆ। ਕਹਿੰਦੇ ਜ਼ਾਹਰ ਬਾਤਨ ਤੇਰਾ ਮਨਿੰਦੇ ਆਈਨੇ ਹੈ ਸਾਫ। ਕਹਿੰਦੇ ਗੁਰੂ ਨਾਨਕ ਤੂੰ ਆਈਨੇ ਦੀ ਤਰ੍ਹਾਂ ਸਾਫ ਹੈ ਮਹਾਰਾਜ। ਜ਼ਾਹਰੋ ਬਾਤਨ ਤੇਰਾ ਤੇਰੀਆਂ ਬਾਤਾਂ ਜਿਹੜੀਆਂ ਤੇਰੀਆਂ ਗੱਲਾਂ ਤੇਰੇ ਬੱਚੇ ਨੇ ਉਹ ਜ਼ਾਹਰ ਨੇ ਉਹ ਪਰਮਾਤਮਾ ਦਾ ਜ਼ਾਹਰ ਕਰਨ ਵਾਲੀਆਂ ਗੱਲਾਂ ਨੇ। ਸੋ ਇਹਨੇ ਬਹੁਤ ਸੋਹਣਾ ਲਿਖਿਆ ਹੈ ਤੂੰ ਉਹ ਕਾਬਾ ਹੈ ਕਿ ਕਾਬੇ ਨੇ ਕੀਆ ਤੇਰਾ ਤਵਾਫ ਜ਼ਾਹਰੋ ਬਾਤਨ ਤੇਰਾ ਮਾਂ ਨਿੰਦੇ ਆਈਨੇ ਹੈ ਸਾਫ। ਸੋ ਇਹ ਜਿਹੜੇ ਬਚਨ ਉਹਨੇ ਕੀਤੇ ਹਨ ਮੌਲਾਨਾ ਜਿਹੜਾ ਅਬਦੁਲ ਰਹੀਮ ਹੈ। ਸੋ ਉਹਨੇ ਇਹ ਕਿਹਾ ਹੈ ਗੁਰੂ ਨਾਨਕ ਸਾਹਿਬ ਜੀ ਬਾਰੇ। ਦੇਖੋ ਮੁਸਲਮਾਨਾਂ ਦੇ ਮਨ ਦੇ ਵਿੱਚ ਵੀ ਕਿੰਨੀ ਸ਼ਰਧਾ ਹੈ ਗੁਰੂ ਨਾਨਕ ਸਾਹਿਬ ਜੀ ਬਾਰੇ। ਉਹ ਵੀ ਇਹ ਗੱਲ ਨੂੰ ਮੰਨਦੇ ਹਨ ਪਰ ਆਪਣੇ ਸਿੱਖ ਭਾਈ ਆ ਜਿਹੜਾ ਡਾਊਟ ਪਾਉਂਦੇ ਹਨ ਸਾਰਿਆਂ ਵਿੱਚ। ਮੂਡ ਮਤ ਬਿਸਮ ਨਾ ਕਛੂ ਜਾਣ ਪਾਏ ਹੈ। ਕਹਿੰਦੇ ਹਟਿਓ ਜਬ ਦੇਖਿਓ ਤਿਤ ਪਗ ਤਿਤ ਕਾਬਾ ਗਿਓ। ਸੋ ਕਹਿੰਦੇ ਹਟਿਓ ਜਬ ਦੇਖਿਓ ਕਹਿਣ ਲੱਗੇ ਜਦੋਂ ਹਟਦਾ ਹੈ ਕਾਬਾ ਉੱਥੇ ਖੜ ਜਾਂਦਾ ਹੈ ਮਹਾਰਾਜ ਚਰਨਾਂ ਵੱਲ। ਜਦੋਂ ਘੁਮਾਉਂਦਾ ਹੈ ਕਾਬਾ ਵੀ ਘੁੰਮਣ ਲੱਗ ਜਾਂਦਾ। ਪਹਿਲੀ ਵਾਰੀ ਤਾਂ ਉਹਨੇ ਚਰਨ ਘੁਮਾਏ ਦੂਸਰੀ ਵਾਰੀ ਜਦੋਂ ਉਹਨੂੰ ਪਤਾ ਲੱਗਿਆ ਵੀ ਕਾਬਾ ਵੀ ਨਾ ਘੁੰਮਿਆ ਉਹ ਕਾਬੇ ਵੱਲ ਦੇਖ ਰਿਹਾ ਸੀਗਾ। ਚਰਨ ਮਹਾਰਾਜ ਦੇ ਘੁਮਾ ਰਿਹਾ ਤੇ ਦੇਖ ਰਿਹਾ ਕਾਬੇ ਵੱਲ। ਸੋ ਦੇਖਦਾ ਵੀ ਕਾਬਾ ਵੀ ਘੁੰਮ ਰਿਹਾ ਹੈ ਨਾਲ। ਮੂਡ ਮਤ ਬਿਸਮ ਨਾ ਕਛੂ ਜਾਣ ਪਾਏ ਹੈ। ਇਹ ਮੂਡ ਮਤ ਵਾਲਾ ਜਿਹੜਾ ਜੀਵਨ ਹੈ ਇਹਨੂੰ ਕੁਝ ਸਮਝ ਨਾ ਪਈ ਵੀ ਕੀ ਹੋ ਰਿਹਾ ਹੈ। ਹੱਥ ਵਿਖੇ ਪਾਏ ਜਿਉਂ ਜਿਉਂ ਹੋਤ ਸੋ ਡੁਲਾਵਨ। ਹਾਂ ਕਹਿੰਦੇ ਹੱਥ ਵਿਖੇ ਪਾਏ ਮਹਾਰਾਜ ਦੇ ਚਰਨ ਹੱਥ ਵਿੱਚ ਫੜੇ ਹੋਏ ਨੇ। ਜਿਉਂ ਜਿਉਂ ਇਹ ਹਿਲਾਉਂਦਾ ਹੈ ਜਿਉਂ ਜਿਉਂ ਇਹ ਮਹਾਰਾਜ ਦੇ ਚਰਨ ਇੱਧਰ ਉੱਧਰ ਕਰਦਾ ਹੈ ਤਿਉਂ ਤਿਉਂ ਧੌਲ ਸੰਗ ਸੋ ਮੁਨਾਰ ਨੇ ਡੁਲਾਏ ਹੈ। ਕਹਿ ਲਈਏ ਕਾਬਾ ਮੁਨਾਰਿਆਂ ਸਮੇਤ ਉਹ ਜਿਹੜੇ ਮੁਨਿਆਰ ਨੇ ਉਹ ਲੱਗੇ ਹੋਏ ਨੇ ਉਹ ਵੀ ਨਾਲ ਹੀ ਘੁੰਮਦੇ ਨੇ। ਸਾਰਾ ਹੀ ਕਾਬਾ ਪਰਿਕਰਮਾ ਸਮੇਤ ਸਾਰਾ ਹੀ ਘੁੰਮਦਾ ਹੈ ਆਲੇ ਦੁਆਲੇ। ਸੋ ਇਸੇ ਬਾਰੇ ਜਿਹੜਾ ਹੈ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ। ਪਹਿਲੀ ਵਾਰ 32ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ। ਸੋ ਬਨਵਾਰੀ ਜਿਹੜਾ ਹੈ ਉਹਨਾਂ ਨੇ ਸਰੀਰ ਦੇ ਉੱਤੇ
ਜਿਹੜਾ ਹਨ ਸਰੀਰ ਰੂਪੀ ਜੰਗਲ ਦੇ ਉੱਤੇ ਉਹਨਾਂ ਨੇ ਜਿਹੜਾ ਮਾਲਕ ਪਰਮੇਸ਼ਰ ਜੋ ਆਪ ਗੁਰੂ ਨਾਨਕ ਹੈ, ਉਹਨਾਂ ਨੇ ਸਾਰਾ ਜਿਹੜਾ ਹੈ ਇਹ ਸੰਸਾਰ ਆਪਣੇ ਉੱਤੇ ਧਾਰਿਆ ਹੋਇਆ ਹੈ। ਸਾਰਾ ਹੀ ਸੰਸਾਰ ਰੂਪੀ ਕਪੜਾ ਆਪਣੇ ਉੱਤੇ ਪਾਇਆ ਹੋਇਆ ਇਸ ਨੂੰ ਪ੍ਰਗਟ ਕਰਨ ਵਾਸਤੇ। ਸੋ ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ। ਸੋ ਇਹ ਸਾਰੀਆਂ ਜਿਹੜੀਆਂ ਹਨ ਇਹ ਚਾਰ ਵਸਤੂਆਂ ਨੇ। ਆਸਾ ਇੱਕ ਸੋਟੀ ਹੈ, ਕਿਤਾਬ ਜਿਹੜੀ ਕੁਰਾਨ ਹੈ, ਤੇ ਕੁਜਾ ਜਿਹੜਾ ਲੋਟਾ ਹੈ, ਚੌਥਾ ਮੁਸੱਲਾ ਜਿਹੜਾ ਕਾਪੜ ਹੈ। ਇਹ ਮਰਦਾਨੇ ਦੇ ਹੱਥ ਵਿੱਚ ਫੜਾਇਆ ਹੋਇਆ ਸੀ। ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਕਹਿੰਦੇ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਵੀ ਕਾਬੇ ਵੱਲ ਉਹਨਾਂ ਨੇ ਆਪਣੇ ਚਰਨ ਪਸਾਰ ਦਿੱਤੇ। ਜੀਵਨ ਮਾਰੀ ਲਾਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਸੋ ਫੇਰ ਜਿਹੜਾ ਹੈ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ, ਤੇ ਕੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਈ। ਕਹਿੰਦੇ ਮੱਕਾ ਫਿਰਿਆ ਜੀ, ਕਲਾ ਦਿਖਾਈ। ਕਹਿੰਦੇ ਹੋਏ ਹੈਰਾਨ ਕਰਨ ਜੋਹਾਰੀ। ਉਹ ਨਮਸਕਾਰ ਕੀਤੀ ਉਹਨਾਂ ਨੇ ਅਖੀਰ ਤੇ ਆ ਕੇ। ਸਵਈਆ ਲੱਜਤ ਹੋਏ ਗਇਓ ਤਬ ਜੀਵਨ ਭੇਦ ਕੋ ਜਾਣਤ ਹੈ ਨਾ ਗਵਾਰਾ। ਹੁਣ ਦੇਖੋ ਲੱਜਤ ਸ਼ਰਮਸਾਰ ਹੋ ਗਿਆ ਜੀਵਨ। ਕਹਿੰਦਾ ਇਹ ਕੀ ਹੋ ਰਿਹਾ ਹੈ, ਮੈਂ ਲੱਤਾਂ ਘੜੀਸਰੀਆਂ ਨਾਲ ਕਾਬਾ ਆ ਰਿਹਾ ਹੈ। ਇਹ ਦੇਖ ਕਰਕੇ ਉਹ ਭੇਦ ਨੂੰ ਤਾਂ ਨਾ ਜਾਣ ਸਕਿਆ, ਇਹ ਮੂਰਖ ਸੀ ਕਰਕੇ। ਸੋ ਇਹ ਉਹ ਜਾਣ ਨਾ ਸਕਿਆ, ਪਰ ਹੈਰਾਨ ਬਹੁਤ ਹੋਇਆ ਤੇ ਸ਼ਰਮਸਾਰ ਵੀ ਹੋਇਆ। ਛੋਰ ਦੇ ਪਦ ਕਾਬਾ ਭਇਓ ਥੇਰ ਮੰਦਮਤੀ ਕੇ ਕ੍ਰੋਧ ਅਪਾਰਾ। ਦੇਖੋ ਉਹਨੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਦੇ ਚਰਨ ਛੱਡ ਦਿੱਤੇ, ਥੱਲੇ ਸੱਟ ਦਿੱਤੇ ਮਹਾਰਾਜ ਦੇ ਚਰਨ। ਕਹਿੰਦੇ ਕਾਬਾ ਵੀ ਉੱਥੇ ਖੜ ਗਿਆ, ਬਸ ਉਹ ਨਹੀਂ ਫਿਰ ਘੁੰਮਿਆ, ਕਿਉਂਕਿ ਮਹਾਰਾਜ ਚਰਨ ਉਧਰਲੇ ਵੱਲ ਸੀਗੇ। ਦੂਸਰਾ ਕਹਿੰਦੇ ਮਤੀ ਕੀ ਕ੍ਰੋਧ। ਪਰ ਦੇਖੋ ਇਹ ਜੀਵਨ ਕੈਸਾ ਮੂਰਖ ਸੀਗਾ। ਇਹਦੇ ਮਨ 'ਚ ਉਦੋਂ ਵੀ ਸ਼ਰਧਾ ਨਾ ਆਈ, ਉੱਤੋਂ ਹੋਰ ਗੁੱਸਾ ਚੜਾ ਲਿਆ ਇਹਨੇ ਵੀ ਇਹ ਕੀ ਹੋ ਰਿਹਾ। ਦੇਖੋ ਪ੍ਰਤੱਖ ਪਰਮਾਤਮਾ ਨੇ ਇਹਨੂੰ ਦ੍ਰਿਸ਼ਟ ਦਿਖਾਇਆ ਵੀ ਜਿਹੜੀਆਂ ਤੂੰ ਜਿਹੜੀਆਂ ਹਨ ਮਹਾਰਾਜ ਦੀਆਂ ਜਿਹੜੇ ਚਰਨ ਫੜੇ ਨਾ ਉਹ ਖੁਦਾ ਹੀ ਆ ਆਪ, ਜਿਹਦੀ ਤੂੰ ਪੂਜਾ ਕਰਦਾ, ਜਿਹਦੇ ਅੱਗੇ ਨਮਾਜ਼ ਪੜ੍ਹਦਾ ਉਹੀ ਹੈ, ਤੇ ਉਹਦੀਆਂ ਤੂੰ ਘੁਮਾ ਰਿਹਾ ਹੈ, ਕਾਬਾ ਉਹਦੇ ਨਾਲ ਘੁੰਮ ਰਿਹਾ ਹੈ। ਤੇ ਇਹ ਦੇਖ ਕੇ ਵੀ ਉਹਦੇ ਮਨ 'ਚ ਸ਼ਰਧਾ ਨਾ ਆਈ। ਕਈ ਬੰਦੇ ਐਸੇ ਮੂਡ ਹੁੰਦੇ ਨੇ, ਅੱਖਾਂ ਦੇ ਸਾਹਮਣੇ ਹੋਇਆ ਵੀ ਮਹਾਰਾਜ ਦਾ ਕ੍ਰਿਸ਼ਮਾ ਉਹਨਾਂ ਦੇ ਸਮਝ ਨਾ ਆਵੇ। ਕਉ ਚਲੇ ਨਾ ਜਬੈ ਬਸ ਤਾਂ ਛਿਨ ਪੂਰ ਕਠੌਰ ਹੋਇ ਬਚਨ ਉਚਾਰਾ। ਹਾਂ, ਕਿਉਂ ਚੱਲੇ ਕਹਿਣਗੇ ਜਿਹੜਾ ਹਨ ਕਉ ਚੱਲੇ ਨਾ ਜਬੇ ਬਸ ਤਾਂ ਛਿਨ, ਉਹਦਾ ਬਸ ਨਹੀਂ ਚੱਲਿਆ। ਹੁਣ ਪਤਾ ਨਾ ਲੱਗੇ ਮੈਂ ਕੀ ਕਰਾਂ। ਪੂਰ ਕਠੋਰ, ਬਹੁਤ ਕਠੋਰ, ਬਹੁਤ ਮਾੜੇ ਬਚਨ ਉਹਨੇ ਫਿਰ ਗਾਲਾਂ ਕੱਢੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਤੂਰਨ ਬਾਹਿਰ ਕੋ ਨਿਕਸੋ ਰਹਿਬੇ ਹਿਤ ਲਾਓ ਨਾ ਥੋਰ ਅਵਾਰਾ। ਕਹਿਣ ਲੱਗੇ ਚਲੋ ਨਿਕਲ ਜਾਓ ਤੁਸੀਂ ਥੋੜਾ ਚਿਰ ਵੀ ਇੱਥੇ ਨਹੀਂ ਰਹਿਣਾ, ਹੁਣ ਤੁਸੀਂ ਇੱਥੋਂ ਚਲੇ ਜਾਓ। ਉਹਨੇ ਬੜੀਆਂ ਗਾਲਾਂ ਵੀ ਕੱਢੀਆਂ ਉੱਚੀ ਬੋਲ ਨਾਲ ਮਹਾਰਾਜ ਨੂੰ, ਜਿੱਥੇ ਉੱਥੋਂ ਭਜਾਉਣਾ ਚਾਹਿਆ। ਕਹਿੰਦਾ ਤੁਸੀਂ ਨਿਕਲ ਕੇ ਬਸ ਚਲੇ ਜਾਓ ਇੱਥੋਂ, ਹੁਣ ਥੋੜਾ ਚਿਰ ਵੀ ਨਾ ਉਡਕਿਓ। ਦੋਹਰਾ ਸੱਚ ਬਤਾਓ ਤੂੰ ਕੌਣ ਹੈ ਹਿੰਦਨ ਜੈਸੀ ਰੀਤ। ਕਹਿਣ ਲੱਗੇ ਤੂੰ ਦੱਸ, ਜੀਵਨ ਫਿਰ ਵੀ ਪੁੱਛਦਾ ਹੈ, ਤੂੰ ਦੱਸ ਤੂੰ ਕੌਣ ਹੈ। ਪਰ ਤੇਰੇ ਜਿਹੜੀਆਂ ਹਨ ਜਿਹੜੇ ਤੇਰੇ ਕਰਤੱਵਾਂ ਤੋਂ, ਤੇਰੀ ਜਿਹੜਾ ਹਨ ਤੇਰੇ ਜੋ ਤੂੰ ਕਹਿ ਰਿਹਾ, ਜੋ ਤੂੰ ਕਰ ਰਿਹਾ, ਤੂੰ ਹਿੰਦੂ ਲੱਗਦਾ ਮੈਨੂੰ ਤਾਂ, ਤੂੰ ਮੁਸਲਮਾਨ ਨਹੀਂ ਹੋ ਸਕਦਾ। ਮੁਸਲਮਾਨ ਕਿਉਂ ਕਰ ਸਕੈ ਜੋ ਐਸੀ ਵਿਪਰੀਤ। ਕਿਉਂਕਿ ਕੋਈ ਵੀ ਮੁਸਲਮਾਨ ਆਪਣੀਆਂ ਲੱਤਾਂ ਕਾਬੇ ਵੱਲ ਕਿਤੇ ਨਹੀਂ ਕਰਕੇ ਸੌ ਸਕਦਾ। ਇਹ ਵਿਪਰੀਤ ਹੋਰ ਕੋਈ ਨਹੀਂ ਕਰ ਸਕਦਾ। ਸੁਬਹ ਵਕਤ ਕੇ ਸੈਨ ਕੋ ਜਾਣਤ ਨਹੀਂ ਨਿਵਾਜ। ਦੇਖੋ ਫੇਰ ਦੂਜੀ ਗੱਲ ਕਹਿੰਦੇ ਤੂੰ ਮੁਸਲਮਾਨ ਕਿਉਂ ਨਹੀਂ, ਕਿਉਂਕਿ ਸੁਬਹ ਦੀ ਨਿਵਾਜ ਹੋਗੀ। ਹੁਣ ਸੁਬਹ ਦੀ ਨਿਵਾਜ ਤੈਨੂੰ ਪੜ੍ਹਨੀ ਚਾਹੀਦੀ, ਤੂੰ ਤਾਂ ਸੁੱਤਾ ਪਿਆ, ਤੂੰ ਤਾਂ ਨਿਵਾਜ ਵੀ ਨਾ ਪੜ੍ਹੀ, ਤੂੰ ਫਿਰ ਮੁਸਲਮਾਨ ਕਿਵੇਂ ਹੋ ਸਕਦਾ। ਹਾਂ, ਕਹਿਤੇ ਆਏ ਗਵਾਰ ਤੂੰ ਨਹ ਇਮਾਨ ਕੀ ਲਾਜ। ਕਹਿਣ ਲੱਗੇ ਤੂੰ ਕਿੱਥੋਂ ਆਇਆ ਹੈ ਮੂਰਖ। ਕਹਿਣਗੇ ਨਾ ਇਮਾਨ ਕੀ ਲਾਜ। ਜੀਵਨ ਕਹਿੰਦਾ ਤੈਨੂੰ ਕੋਈ ਸ਼ਰਮ ਨਹੀਂ ਹੈਗੀ, ਨਾ ਤੇਰੇ ਵਿੱਚ ਕੋਈ ਧਰਮ ਹੈ, ਤੂੰ ਕਿੱਥੋਂ ਆਇਆ। ਗੁਰੂ ਨਾਨਕ ਸਾਹਿਬ ਨੂੰ ਐਸਾ ਕਿਹਾ। ਉੱਠ ਬੈਠੇ ਸ੍ਰੀ ਗੁਰ ਤਬ ਹੈ ਸੁਮਤੀ ਦੇਨ ਵਿਸਾਲ। ਹੁਣ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਬੈਠ ਕਰਕੇ ਮਹਾਰਾਜ ਉਹਨੂੰ ਚੰਗੀ ਮੱਤ ਦੇਣ ਵਾਸਤੇ ਨੇਕੀ ਕਰਨ ਨਿਵਾਜ ਕੋ ਕਹਿ ਸਲੋਕ ਤਹਿ ਕਾਲ। ਮਹਾਰਾਜ ਨੇ ਉਸ ਵੇਲੇ ਇੱਕ ਸ਼ਲੋਕ ਉਚਾਰਨ ਕੀਤਾ ਸਤਿਗੁਰਾਂ ਨੇ ਉਹਨੂੰ ਸੁਮਤੀ ਚੰਗੀ ਮੱਤ ਦੇਣ ਵਾਸਤੇ। ਸ੍ਰੀ ਮੁਖਵਾਕ ਮਹੱਲਾ ਪਹਿਲਾ ਪੰਜ ਨਿਵਾਜਾ ਵਖਤ ਪੰਜ ਪੰਜਾ ਨਾਉ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸ਼ਬਦ ਜਿਹੜਾ ਹੈ 41ਵੇਂ ਅੰਗ ਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਸੋ 141 ਅੰਗ ਤੇ ਹੈ ਇਹ ਸ਼ਬਦ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ ਕਿ ਪੰਜ ਨਿਵਾਜਾਂ ਵਕਤ ਪੰਜੇ ਵਕਤ ਨੇ, ਪੰਜੇ ਟਾਈਮ ਹੁੰਦੇ ਨੇ ਵੱਖਰੇ ਵੱਖਰੇ, ਤੇ ਵੱਖਰੇ ਵੱਖਰੇ ਟਾਈਮ ਤੇ ਵੱਖਰੀ ਵੱਖਰੀ ਨਮਾਜ਼ ਪੜ੍ਹੀ ਜਾਂਦੀ ਹੈ। ਤੇ ਇਸ ਕਰਕੇ ਪੰਜੇ ਨਾਉ, ਉਸ ਪੰਜਾਂ ਤੇ ਪੰਜੇ ਨਾਉ ਪਰਮੇਸ਼ਰ ਦੇ ਉੱਚ ਜਿਹੜੇ ਹਨ ਨਮਾਜ਼ ਵਿੱਚ ਪੜ੍ਹੇ ਜਾਂਦੇ ਹਨ। ਪਹਿਲਾ ਸੱਚ ਹਲਾਲ ਦੋਏ।
ਤੇ ਪਹਿਲਾ ਸੱਚ ਹੈ। ਕਹਿੰਦੇ ਮਹਾਰਾਜ ਨੇ ਹੁਣ 5 ਨਿਵਾਜਾਂ ਦੱਸੀਆਂ ਵੀ ਅਸਲੀ 5 ਨਿਵਾਜਾਂ ਕਿਹੜੀਆਂ ਨੇ। ਪਹਿਲਾ ਹੈ ਸੱਚ ਧਾਰਨ ਕਰਨਾ, ਪਰਮੇਸ਼ਰ ਨੂੰ ਸਾਖਸ਼ਾਤ ਜਾਣਨਾ, ਪਰਮੇਸ਼ਰ ਦੀ ਹੋਂਦ ਨੂੰ ਜਿਹੜਾ ਹੈ ਐਕਨੋਲੇਜ ਕਰਨਾ, ਪਰਮਾਤਮਾ ਨੂੰ ਮੰਨਣਾ, ਤੇ ਇਹ ਪਹਿਲਾ ਹੈ, ਪਹਿਲੀ ਨਿਵਾਜ ਹੈ। ਜਿਹੜਾ ਹੈ ਦੂਜਾ ਹਲਾਲ, ਜਿਹੜਾ ਹੈ ਸੱਚ, ਪਹਿਲਾ ਸੱਚ, ਹਲਾਲ ਦੋਏ। ਹਲਾਲ ਮੀਨਸ ਚੰਗੀ ਕਮਾਈ ਕਰਨੀ, ਕਿਸੇ ਨਾਲ ਧੋਖਾ ਨਹੀਂ ਕਰਨਾ। ਸੱਚ ਜਿਹੜਾ ਹੈ ਸੱਚ ਦੀ ਕਮਾਈ ਕਰਨੀ, ਜਿਹੜਾ ਹੈ ਜੋ ਵੀ ਹੈ। ਹਲਾਲ ਮੀਨਸ ਜਿਹੜਾ ਆਪਣੇ ਹੱਕ ਦਾ ਉਹੀ ਖਾਣਾ, ਉਹ ਦੂਜਾ ਹੈ। ਤੀਜਾ ਖੈਰ ਖੁਦਾਏ। ਤੀਜਾ ਜਿਹੜਾ ਹੈ ਪਰਮਾਤਮਾ ਦੀ ਖੈਰ, ਪਰਮਾਤਮਾ ਦੀ ਖੈਰ ਖੁਦਾਏ, ਉਸ ਦੀ ਖੈਰ ਰੱਖਣੀ, ਉਸ ਦਾ ਡਰ ਰੱਖਣਾ ਮਨ ਦੇ ਵਿੱਚ, ਪਰਮਾਤਮਾ ਦੇ ਦਿੱਤੇ ਹੋਏ ਪਦਾਰਥਾਂ ਨੂੰ ਵੰਡ ਕੇ ਛਕਣਾ, ਇਹ ਤੀਜਾ ਹੈ। ਚੌਥੜੀ ਨੀਅਤ ਰਸ ਮਨ। ਤੇ ਦੇਖੋ ਮਨ ਦੀ ਨੀਅਤ ਰਾਸ ਚੰਗੀ ਰੱਖਣੀ, ਹਮੇਸ਼ਾ ਦੂਜੇ ਦਾ ਭਲਾ ਲੋਚਣਾ, ਇਹ ਚੌਥੀ ਨਿਵਾਜ ਹੈ। ਪੰਜਵੀਂ ਸਿਫਤ ਸੁਨਾਏ। ਪੰਜਵੀਂ ਨਿਵਾਜ ਹੈ ਕਿ ਪਰਮਾਤਮਾ ਦੀ ਸਿਫਤ ਨੂੰ ਗਾਉਣਾ, ਪਰਮਾਤਮਾ ਨੂੰ ਪ੍ਰੇਸ ਕਰਨਾ, ਆਪਣੇ ਆਪ ਨੂੰ ਨਹੀਂ ਕਰਨਾ। ਕਰਨੀ ਕਲਮਾ ਆਖ ਕੈ। ਕਹਿਣ ਲੱਗੇ ਕਰਨੀ, ਜਿਹੜੀ ਕਰਨੀ ਹੈ ਇਹੀ ਕਲਮਾ ਪੜ੍ਹਨੀਆਂ ਹੈ, ਚੰਗੀ ਕਰਨੀ, ਚੰਗੇ ਕਰਮ ਕਰਨੇ, ਇਹੀ ਅਸਲੀ ਕਲਮਾ ਪੜ੍ਹਨ ਦਾ ਹੈ। ਤਾਂ ਮੁਸਲਮਾਨ ਸਦਾਏ। ਮਹਾਰਾਜ ਕਹਿੰਦੇ ਤਾਂ ਕੋਈ ਮੁਸਲਮਾਨ ਆਪਣੇ ਆਪ ਨੂੰ ਸਦਵਾ ਸਕਦਾ ਹੈ, ਆਪਣੇ ਆਪ ਨੂੰ ਕੁਹਾ ਸਕਦਾ ਹੈ। ਨਾਨਕ ਜੇਤੇ ਕੂੜਿਆਰ। ਹਾਂਜੀ ਸਰ। ਕੂੜਾ ਕੂੜੀ ਪਾਏ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸਾਧ ਜਿਹੜੇ ਹਨ ਕੂੜਿਆਰ, ਜਿਹੜੇ ਝੂਠੇ ਹਨ, ਝੂਠ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਵਾਲੇ, ਜਿਹੜਾ ਝੂਠੀ ਕਮਾਈ ਕਰਨ ਵਾਲੇ, ਕਹਿੰਦੇ ਜਾਂ ਹਿਪੋਕ੍ਰੇਸੀ ਕਰਨ ਵਾਲੇ, ਇਹ ਕੂੜਿਆਰ ਕੂੜੇ ਕੂੜੀ ਪਾਏ, ਉਹਨਾਂ ਦੇ ਪੱਲੇ ਵਿੱਚ ਵੀ ਝੂਠ ਹੀ ਪੈਂਦਾ ਹੈ, ਉਹਨਾਂ ਦਾ ਜੀਵਨ ਵੀ ਝੂਠਾ ਹੋ ਜਾਂਦਾ ਹੈ, ਉਹ ਹਿਪੋਕ੍ਰੇਟ ਬਣ ਕੇ ਹੀ ਰਹਿ ਜਾਂਦੇ ਹਨ। ਕਬਿਤ ਬੈਨ ਸੁਣ ਐਸੇ ਬਸ ਚਲਤ ਕੈਸੇ ਕੱਛ ਮੁੱਲਾ। ਸੋ ਇਹ ਬੈਨ ਸੁਣ ਐਸੇ, ਜਦੋਂ ਐਸੇ ਮਹਾਰਾਜ ਦੇ ਬਚਨ ਉਸ ਜੀਵਨ ਮੁੱਲਾ ਨੇ ਸੁਣੇ ਤਾਂ ਕਹਿੰਦੇ ਉਹਦਾ ਬਸ ਨਹੀਂ ਕੋਈ ਚੱਲਿਆ। ਹੁਣ ਕੀ ਕਵੇ, ਹੁਣ ਵਾਪਸ ਕੀ ਜਵਾਬ ਦੇਵੇ। ਭਾਖੈ ਕਾਫਰਾ ਕਿਉ ਕੁਫਰ ਅਲਾਵਈ। ਤੇ ਦੇਖੋ ਉਹਨੂੰ ਜਵਾਬ ਤਾਂ ਨਹੀਂ ਆਇਆ ਤੇ ਉਹ ਕੁਝ ਕਹਿਣ ਜੋਗਾ ਵੀ ਨਹੀਂ, ਉਲਟਾ ਜਿਹੜਾ ਮਹਾਰਾਜ ਫਿਰ ਗੁੱਸੇ ਹੋਇਆ। ਕੀ ਕਹਿੰਦਾ, ਕਹਿੰਦਾ ਕਾਫਰਾ, ਸਿੱਧਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਤੂੰ ਕਾਫਰਾ, ਕਿਉਂ ਕੁਫਰ ਅਲਾਈ, ਕਿਉਂ ਝੂਠ ਬੋਲਦਾ ਹੈ ਕਾਫਰਾ। ਅੱਲਾ ਨੂੰ ਨਾ ਜਾਣੇ ਨਾ ਰਸੂਲ ਕੋ ਪਛਾਨੈ। ਕਹਿਣ ਲੱਗੇ ਤੂੰ ਕੀ ਅੱਲਾ ਨੂੰ ਜਾਣਦਾ ਹੈ, ਰਸੂਲ ਨੂੰ ਤੂੰ ਨਹੀਂ ਪਛਾਣਿਆ। ਹੁਣ ਤੂੰ ਆਵੇ ਅਰ ਬੰਗ ਅਬ ਤੋ ਕੋ ਮਾਰ ਜਾਵਈ। ਹਾਂ ਕਹਿਣ ਲੱਗੇ ਹੁਣ ਜੇ ਇੱਥੇ ਕੋਈ ਆ ਗਿਆ ਨਾ ਅੜਬ ਜਾ ਬੰਦਾ, ਹਾਂਜੀ, ਜਾਂ ਕੱਟੜ ਜਾ ਬੰਦਾ ਆ ਗਿਆ, ਉਹਨੇ ਤੈਨੂੰ ਇੱਥੇ ਹੀ ਮਾਰ ਦੇਣਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੈਨੂੰ ਨਹੀਂ ਛੱਡਦਾ, ਕਹਿੰਦਾ ਮੈਂ ਤਾਂ ਫੇਰ ਵੀ ਤੈਨੂੰ ਗਾਲਾਂ ਹੀ ਕੱਢਦਾ, ਉਹਨੇ ਤਾਂ ਤੈਨੂੰ ਛੱਡਣਾ ਹੀ ਨਹੀਂ, ਮਾਰ ਹੀ ਦੇਣਾ ਤੁਹਾਨੂੰ ਇੱਥੇ। ਸੱਚੋ ਮਮ ਬਾਕ ਜਾਨ ਤੂਰਨ ਭਿਆਨ ਕੀਜੈ। ਜੀਵਨ ਕਹਿੰਦਾ ਜੇ ਮੇਰੀ ਗੱਲ ਮੰਨੋ ਤਾਂ ਇੱਥੇ ਉੱਠ ਕੇ ਚਲੇ ਜਾਓ ਹੁਣ ਛੇਤੀ ਤੋਂ ਛੇਤੀ, ਨਹੀਂ ਤਾਂ ਤੁਸੀਂ ਨਹੀਂ ਇੱਥੇ ਜਿਉਂਦੇ ਰਹਿ ਸਕਦੇ। ਹਾਜੀ ਵੇਖ ਧਰਿਓ ਹਾਜੀ ਢੰਗ ਨਾ ਦਿਸਾਵਈ। ਤੂੰ ਹਾਜੀ ਦਾ ਭੇਖ ਧਾਰ ਕੇ ਤੂੰ ਹਾਜੀ ਦਾ ਕੋਈ ਕੰਮ ਨਹੀਂ ਕਰਦਾ। ਕਹਿੰਦੇ ਸੱਚੋ ਮਮ ਬਾਕ, ਇਹ ਮੇਰਾ ਗੱਲ ਮੰਨ ਲਾ ਹੁਣ, ਕਿਉਂਕਿ ਮੈਨੂੰ ਪਤਾ ਹੈ ਤੇਰਾ ਭੇਸ ਹਾਜੀ ਹੈ ਪਰ ਤੂੰ ਹਾਜੀ ਨਹੀਂ ਹੈਗਾ। ਭੇਦ ਸਭ ਜਾਣਿਓ ਹਿੰਦੂ ਜਨਮ ਪਛਾਣਿਓ ਤੇਰੋ। ਹਾਂ ਕਹਿਣਗੇ ਮੈਂ ਸਾਰਾ ਭੇਦ ਜਾਣ ਲਿਆ, ਤੂੰ ਕੋਈ ਮੁਸਲਮਾਨ ਨਹੀਂ ਹੈਗਾ, ਤੂੰ ਤਾਂ ਹਿੰਦੂ ਹੈ, ਮੈਂ ਜਾਣ ਲਿਆ ਤੇਰਾ ਸਾਰਾ ਭੇਦ। ਆਇਓ ਕਹੇ ਕਾਜ ਨਹਿ ਸਿਦਕ ਕਮਾਵਈ। ਹਾਂ ਕਹਿਣ ਲੱਗੇ ਤੂੰ ਆਇਆ ਇੱਥੇ ਹੱਜ ਕਰਨ ਵਾਸਤੇ ਕਿਹੜੀ ਗੱਲੋਂ ਆਇਆ, ਹਾਂਜੀ ਤੇਰੇ ਵਿੱਚ ਸਿੱਧਕ ਭਰੋਸਾ ਤਾਂ ਹੈ ਨਹੀਂ। ਸਵਈਆ ਭੋਰ ਪਈ ਇਵ ਤਾਹੇ ਕੋ ਬੋਲਤ ਆਵਤ ਭੇਪਨ ਔਰ ਮੁਲਾਨੇ। ਹੁਣ ਦੇਖੋ ਸਵੇਰ ਹੋ ਗਈ ਜੀ, ਇਸ ਤੋਂ ਝਗੜਾ ਕਰਦਿਆਂ ਕਰਦਿਆਂ ਜੀਵਨ ਨੇ ਨਾ ਸਾਰਾ ਅੰਮ੍ਰਿਤ ਵੇਲਾ ਲੰਘਾਤਾ। ਸੁਬਾਹ ਦੀ ਨਮਾਜ਼ ਤਾਂ ਉਹਨੇ ਆਪ ਨਹੀਂ ਪੜ੍ਹੀ, ਉਹਨੂੰ ਆਪ ਨਹੀਂ ਪਤਾ ਲੱਗਿਆ ਮੈਨੂੰ ਨਹੀਂ ਪੜ੍ਹੀ। ਦੇਖੋ ਮਹਾਰਾਜ ਨੂੰ ਕਹਿੰਦਾ ਤੂੰ ਪੜ੍ਹੀ ਨਹੀਂ, ਉਹਨੇ ਆਪ ਨਹੀਂ ਪੜ੍ਹੀ ਜੀ। ਸਵੇਰ ਹੋ ਗਈ ਗਾਲਾਂ ਕੱਢਦੇ ਇਹਨੂੰ। ਵੇਖ ਧੌਲਰ ਆਨ ਸਥਾਨ ਭਇਓ ਕਹਿ ਕਾਰਨ ਤੇ ਔਰ ਮੈਂ ਵਿਸਮਾਨੇ। ਹਾਂ ਕਹਿਣ ਲੱਗੇ ਉਸ ਵੇਲੇ ਜਿਹੜਾ ਹੈ ਕੀ ਹੋਇਆ, ਹੋਰ ਵੀ ਸਾਰੇ ਮੁਲਾਣੇ ਇਕੱਠੇ ਹੋ ਗਏ ਜੀ ਉੱਥੇ, ਬਹੁਤ ਸਾਰੇ ਮੁਲਾਣੇ ਆਲੇ ਗਾਗੇ, ਕਿਉਂਕਿ ਰੁਕਤ ਦੀਨ ਵੀ ਉੱਥੇ ਹੀ ਸੀਗਾ। ਸੋ ਸਾਰੇ ਐਸੇ ਮੁਲਾਣੇ ਇਕੱਠੇ ਹੋ ਗਏ ਜੀ। ਹੁਣ ਕਹਿੰਦੇ ਪਿੱਖ ਧੌਰ ਕਾਬੇ ਵੱਲ ਦੇਖ ਕਰਕੇ ਜਿਹੜਾ ਉਹ ਕਹਿਣ ਲੱਗੇ ਇਹ ਕਾਬਾ ਇੱਥੇ ਕਿਵੇਂ ਆ ਗਿਆ ਜੀ, ਕੱਲ ਤਾਂ ਇੱਧਰ ਨੂੰ ਸੀਗਾ। ਉਹ ਸਾਰੇ ਦੇਖਣ ਲੱਗੇ ਵੀ ਕਾਬਾ ਦੂਜੇ ਪਾਸੇ ਹੋ ਗਿਆ। ਕਹਿੰਦੇ ਇਹ ਕੀ ਹੋ ਗਿਆ ਜੀ, ਕਾਬਾ ਮੁਫਤ। ਕਹਿੰਦਾ ਵੀ ਇਹ ਜਿਹੜਾ ਹੈ ਉਹ ਆਪਣੇ ਥਾਂ ਤੇ ਨਹੀਂ ਹੈਗਾ। ਹੁਣ ਮਿਲ ਬਰਿੰਦ ਭਏ ਇੱਕ ਠੌਰ ਜਬੈ ਤਬ ਜੀਵਨ ਜਾਇ ਕੈ ਬੈਨ ਬਖਾਨੇ। ਤੇ ਉਹ ਸਾਰੇ ਮੁਲਾਣੇ ਇਕੱਠੇ ਹੋ ਗਏ ਜੀ, ਵੱਡੇ ਇਕੱਠੇ ਹੋ ਕੇ ਮੀਟਿੰਗ ਕਰਨ ਲੱਗੇ ਵੀ ਕਾਬਾ ਕਿਵੇਂ ਹਿੱਲ ਗਿਆ, ਕਿਹਨੇ ਹਿਲਾ ਦਿੱਤਾ। ਹਾਂਜੀ ਸੋ ਉਹ ਸਾਰਿਆਂ ਨੇ ਮੀਟਿੰਗ ਕੀਤੀ। ਉਹ ਮੀਟਿੰਗ ਦੇ ਵਿੱਚ ਫਿਰ ਜੀਵਨ ਨੂੰ ਸੱਦਿਆ, ਹਾਂਜੀ ਗਵਾਹੀ ਦੇਣ ਵਾਸਤੇ। ਹੁਣ ਜੀਵਨ ਪਹੁੰਚਿਆ ਜੀ ਉੱਥੇ, ਦੱਸਿਆ ਇੱਕ ਕਾਫਰ ਰੈਨ ਕੋ ਸੈਨ ਕਏ ਪਗ ਕਾਬੇ ਦਿਸਾ ਆਪਣੇ ਠਹਿਰਾਨੇ। ਹਾਂ ਉਹਨੇ ਸਾਰਾ ਦੱਸਿਆ। ਕਹਿੰਦਾ ਰਾਤ ਨੂੰ ਮੈਂ ਜਿਹੜਾ ਹੈ ਮੈਂ ਦੇਖਿਆ, ਕਹਿੰਦਾ ਇੱਕ ਕਾਫਰ ਆਇਆ, ਉਹਦੀਆਂ ਲੱਤਾਂ ਜਿਹੜੀਆਂ ਸਿੱਧੀਆਂ ਕਾਬੇ ਵੱਲ ਰੱਖੀਆਂ ਹੋਈਆਂ ਸਨ। ਸੋਈਆ ਮੈਂ ਬਹੁ ਬਾਰ ਹਟਾਏ ਰਹਿਓ ਜਬ ਮਾਨੇ ਨਾ ਬੈਨ ਗਹੇ ਪਗ ਦੋ। ਕਹਿਣ ਲੱਗੇ ਮੈਂ ਤਾਂ ਉਹਨੂੰ ਬਟਾ ਹਟਾਇਆ ਪਰ ਨਹੀਂ ਹਟਿਆ, ਫਿਰ ਮੈਂ ਉਹਦੇ ਜਿਹੜੇ ਹਨ ਉਹਦੀਆਂ ਲੱਤਾਂ ਚੁੱਕ ਲੀਆਂ ਜੀ। ਘਸੀਟਨ ਜੋਰ ਕੇ ਸੰਗ ਕਰੇ ਦਿਸ ਦੂਸਰੀ ਮੈਂ ਤਬ ਸੋ। ਹਾਂ ਕਹਿੰਦੇ ਮੈਂ ਉਹਦੀਆਂ ਲੱਤਾਂ ਘੜੀਸ ਕੇ ਮੈਂ ਦੂਜੇ ਪਾਸੇ
ਪਾਸੇ ਕਰਨ ਲੱਗਿਆ ਜਦੋਂ ਮੈਂ ਦੂਜੇ ਪਾਸੇ ਕੀਤੀਆਂ। देखियो जब फिर धौलर को तेह पैर दिशा को सम्मुख होयु। ਕਹਿਣ ਲੱਗੇ ਫਿਰ ਮੈਂ ਧੌਲਰ ਨੂੰ ਦੇਖਿਆ, ਕਾਬੇ ਨੂੰ ਦੇਖਿਆ, ਕਾਬਾ ਵੀ ਉਧਰ ਨੂੰ ਘੁੰਮੀ ਜਾਂਦਾ ਹੈ ਜਿੱਧਰ ਨੂੰ ਇਹਨਾਂ ਦੇ ਚਰਨ ਪੈਰ ਜਾਂਦੇ ਹਨ। ਮੰਤਰ ਪਰ ਬੀਨ ਕੇ ਜੰਤਰ ਕੀਨ ਵਿਸਾਲ ਕਲਾ ਮੈਂ ਕਿਦੋਂ ਇਹ ਕੋ। ਕਹਿੰਦੇ ਮੈਨੂੰ ਨਹੀਂ ਪਤਾ ਕੋਈ ਮੰਤਰੀ ਆ ਇਹ, ਕੋਈ ਮੰਤਰ ਪੜਨ ਵਾਲਾ ਹੈ, ਕੋਈ ਜੰਤਰ ਕਰਦਾ ਹੈ, ਇਹ ਕੀ ਹੈ, ਇਹ ਮੈਜੀਸ਼ੀਅਨ ਆ, ਇਹ ਕੀ ਆ, ਮੈਨੂੰ ਨਹੀਂ ਪਤਾ ਕਹਿੰਦੇ। ਪਰ ਕਹਿੰਦਾ ਮੈਨੂੰ ਇੰਨਾ ਪਤਾ ਹੈ ਵੀ ਬਹੁਤ ਵੱਡੀ ਸ਼ਕਤੀ ਹੈ ਇਹਦੇ ਵਿੱਚ। ਹਾਂਜੀ, ਸਾਰਾ ਕਾਬਾ ਹਿਲਾ ਕੇ ਰੱਖਤਾ ਆਪਣਾ। ਦੋਹਰਾ ਤਹਿ ਕੀ ਸੁਧ ਨਹਿ ਮੋਹੇ ਕੋ ਚਲਹੋ ਪਿਖੋ ਅਵਤਾਰ। ਹਾਂ, ਕਹਿਣ ਲੱਗੇ ਇਹ ਜਿਹੜਾ ਹੈ ਉਹ ਕੌਣ ਹੈ, ਮੈਨੂੰ ਨਹੀਂ ਸਮਝ ਆਉਂਦੀ। ਮੁਲਾਣਿਆਂ ਨੂੰ ਕਹਿੰਦਾ ਤੁਸੀਂ ਜਾ ਕੇ ਪੁੱਛ ਲਓ ਜੀ, ਹੁਣ ਆਜੋ ਉਹਨੂੰ ਜਾ ਕੇ ਮਿਲ ਪੋ, ਤੁਸੀਂ ਆਪੇ ਗੱਲ ਕਰ ਲਓ, ਹੁਣ ਆਪੇ ਦੇਖ ਲਓ ਉਹਨੂੰ। ਹਿੰਦੂ ਜਨਮ ਕੇ ਤੁਰਕ ਕੋ ਅਬ ਲੱਗ ਜਾਣਿਓ ਨਾ ਹੈ। ਹੁਣ ਤੱਕ ਤਾਂ ਕਹਿੰਦਾ ਮੈਨੂੰ ਜੀਵਨ ਕਹਿੰਦਾ ਇੰਨਾ ਵੀ ਨਹੀਂ ਪਤਾ ਲੱਗਿਆ ਵੀ ਸੱਚਮੁੱਚ ਉਹ ਹਿੰਦੂ ਆ ਜਾਂ ਮੁਸਲਮਾਨ ਹੈ। ਇਹਦਾ ਵੀ ਮੈਨੂੰ ਹਜੇ ਤੱਕ ਕੋਈ ਨਹੀਂ ਪਤਾ ਲੱਗਿਆ, ਹਜੇ ਤੱਕ ਇਹਦਾ ਨਿਰਣਾ ਨਹੀਂ ਹੋਇਆ। ਇਹ ਇਨਵੈਸਟੀਗੇਟਰ ਬਹੁਤ ਮਾੜਾ ਸੀਗਾ। ਕਬਿਤ ਸੁਣ ਕੇ ਮੁਸਲਮਾਨ ਮਨ ਬਿਸਮਾਨੇ ਸਭ ਕਰੁਣਾ ਨਿਦਾਨ ਕੇ ਸਮੀਪ ਚੱਲ ਆਵੇ। ਸਾਰੇ ਮੁਸਲਮਾਨ ਉੱਥੇ ਬੜੇ ਹੈਰਾਨ ਹੋਏ ਜੀ। ਹਾਂਜੀ, ਉਹ ਹੈਰਾਨ ਵੀ ਸਨ, ਬੇਰਾਨ ਵੀ ਸਨ। ਹਾਂਜੀ, ਕਰ ਕੁਰ ਕੇ ਕਹਿੰਦੇ ਉਹ ਆ ਗਏ ਜੀ ਇਕੱਠੇ ਹੋ ਕੇ ਕਰਨਾ ਨਿਧਾਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਆ ਕੇ ਬਹਿ ਗਏ। ਕਹਿੰਦੇ ਫਿਰ ਪੀਰ ਜੇ ਮੁਲਾਨੇ ਕਾ ਜੀ ਪਖ ਮੈਂ ਮਹਾਨੇ ਹੋਤੇ ਦੇਖ ਦੇਖ ਕਾਬੇ ਔਰ ਹਿਰਦੇ ਬਿਸਮਾਵਈ। ਕਹਿੰਦੇ ਪੀਰ ਜੋ ਮੁਲਾਣੇ, ਜੋ ਪੀਰ ਸੀ, ਮੁਲਾਣੇ ਸੀ, ਹਾਜੀ ਸੀ, ਕਾਜੀ ਸੀ, ਕਹਿੰਦੇ ਪੇਕ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇਖ ਕੇ ਉਧਰ ਵੱਲ ਕਾਬੇ ਵੱਲ ਦੇਖ ਕੇ ਬੜੇ ਹੈਰਾਨ ਸਨ। ਬੈਠੇ ਆਣ ਚਾਰੋ ਦੇਸ ਬੁਜਰਕ ਬੋਲੇ ਤਬ। ਕਹਿਣ ਲੱਗੇ ਆ ਕੇ ਕੋਲੇ ਬਹਿ ਗਏ ਤੇ ਪੁੱਛਣ ਲੱਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ। ਵੱਡੇ ਜਿਹੜੇ ਬਜ਼ੁਰਗ ਸਨ, ਵੱਡੇ ਵੱਡੇ ਬੁੜੇ ਸੀ ਸਾਰੇ। ਹਿੰਦੂ ਕੇ ਤੁਰਕ ਤੁਮ ਰਹੋ ਕਿਹ ਥਾਵਈ। ਕਹਿਣ ਲੱਗੇ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ, ਸਾਨੂੰ ਇਹ ਦੱਸੋ ਤੇ ਕਿੱਥੇ ਰਹਿੰਦੇ ਹੋ। ਰੀਤ ਨਾ ਮੁਸਲਮਾਨ ਕਾਬੇ ਦੇਸ ਪੈਰ ਕੀਨੇ। ਹਾਂ, ਕਹਿਣ ਲੱਗੇ ਰੀਤ ਤੁਸੀਂ ਕਾਬੇ ਵੱਲ ਲੱਤਾਂ ਕੀਤੀਆਂ, ਸਾਨੂੰ ਇੰਨਾ ਤਾਂ ਪਤਾ ਲੱਗਦਾ ਵੀ ਕੋਈ ਮੁਸਲਮਾਨ ਐਸਾ ਕੰਮ ਨਹੀਂ ਕਰੇਗਾ। ਹਾਂਜੀ, ਪਰ ਤੁਸੀਂ ਕੌਣ ਹੋ। ਸੁਣਿਓ ਗੁਰੂ ਨਾਨਕ ਸਲੋਕ ਕੋ ਅਲਾਵਈ। ਮਹਾਰਾਜ ਨੇ ਇਹ ਗੱਲ ਉਹਨਾਂ ਦੀ ਸੁਣ ਕੇ ਮਹਾਰਾਜ ਨੇ ਇਹ ਸ਼ਲੋਕ ਜਿਹੜਾ ਉਚਾਰਨ ਕੀਤਾ ਮੁਲਾਣਿਆਂ ਦੇ ਪ੍ਰਤੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 140ਵੇਂ ਅੰਗ ਤੇ ਹੈ। ਸ਼ਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ। ਸੋ ਮਹਾਰਾਜ ਨੇ ਉਹਨਾਂ ਨੂੰ ਮੱਤ ਦਿੱਤੀ, ਕਹਿੰਦੇ ਮਿਹਰ, ਕਿਸੇ ਤੇ ਤਰਸ ਕਰਨਾ, ਕਿਸੇ ਤੇ ਤਰਸ ਕਰਨਾ ਇਹੀ ਅਸਲੀ ਮਸੀਤ ਹੈ। ਕਹਿੰਦੇ ਜਿਹੜਾ ਮੁਸੱਲਾ ਹੈ, ਜਿਹੜਾ ਕਾਪੇ ਥੱਲੇ ਵਿਛਾਇਆ, ਉਹ ਸਿੱਦਕ ਹੈ, ਉਹ ਭਰੋਸਾ ਹੈ। ਤੀਜਾ ਹੱਕ ਹਲਾਲ ਜਿਹੜਾ ਹਨ ਕੁਰਾਨ, ਕਿਸੇ ਦਾ ਹੱਕ ਤੇ ਹਲਾਲ ਦੀ ਕਮਾਈ ਕਰਨੀ, ਇਹ ਅਸਲੀ ਕੁਰਾਨ ਹੈ। ਫਿਰ ਸ਼ਰਮ ਸੁਨਨਤ ਸੀਲ ਰੋਜਾ ਹੋ ਮੁਸਲਮਾਨ। ਸ਼ਰਮ ਰੱਖਣੀ ਉਹ ਅਸਲੀ ਸੁਨਨਤ ਹੈ। ਜੇ ਸੁਣਿਆ ਵੀ ਸ਼ਰਮ ਰੱਖਣੀ, ਯਾਨੀ ਵਿਭਚਾਰ ਕਰਨ ਤੋਂ, ਮਾੜੇ ਕਰਮ ਕਰਨ ਤੋਂ ਸ਼ਰਮ ਰੱਖਣੀ, ਉਹ ਅਸਲੀ ਸੁਨਨਤ ਹੈ ਜਿਹੜਾ ਹੈ। ਤੇ ਅਗਰ ਸੀਲ ਰੋਜਾ, ਠੰਡਾ ਸੁਭਾਅ ਰੱਖਣਾ, ਇਹੀ ਰੋਜਾ ਜਿਹੜਾ ਹੈ ਪੁਆਸਾ ਕਹਿ ਦਿੰਦੇ ਹਾਂ, ਜਾਂ ਜਿਹੜਾ ਹੈ ਇਹਨੂੰ ਜਿਹੜਾ ਫਾਸਟਿੰਗ ਕਹਿੰਦੇ ਹਾਂ, ਇਹ ਫਾਸਟਿੰਗ ਹੈ ਅਸਲੀ। ਤੇ ਉਹੀ ਮੁਸਲਮਾਨ ਹੈ ਜੋ ਇਹਨਾਂ ਨੂੰ ਕਰਦਾ ਹੈ। ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ। ਦੇਖੋ, ਕਰਨੀ ਚੰਗੀ ਕਰਨੀ, ਚੰਗੇ ਕਰਮ ਕਰਨੇ, ਉਹੀ ਕਾਬਾ ਹੈ, ਉਹ ਕਾਬੇ ਦੀ ਪੂਜਾ ਹੈ। ਸੱਚ ਪੀਰ, ਪੀਰ ਕੌਣ ਹਨ? ਕਹਿ ਜਿਹੜਾ ਸੱਚ ਹੀ ਪੀਰ, ਜਾਂ ਸੱਚੇ ਖੁਦਾ ਨੂੰ ਹੀ ਪੀਰ ਮੰਨਣਾ। ਤੇ ਫਿਰ ਕਲਮਾ ਕਰਮ ਨਿਵਾਜ, ਕਲਮਾ ਪੜ੍ਹਨੀਆਂ ਕੀ ਹੈ? ਜਿਹੜਾ ਚੰਗੇ ਕਰਮ ਕਰਨੇ ਹਨ। ਨਿਵਾਜ ਉਹੀ ਹੈ ਜੋ ਪਰਮੇਸ਼ਰ ਅੱਗੇ ਝੁਕਣਾ ਹੈ। ਤਸਬੀਹ ਸਾਥ ਇਸ ਭਾਵ ਸੀ ਨਾਨਕ ਰੱਖੈ ਲਾਲ। ਲੈਂਗੇ ਤਸਬੀਹ ਸਾਥ ਇਸ ਭਾਵ ਸੀ, ਉਹਨਾਂ ਦੇ ਮੁਸਲਮਾਨਾਂ ਦੀ ਤਸਬੀਹ ਮਾਲਾ ਉਸ ਖੁਦਾ ਨੂੰ ਜਿਹੜੀ ਹੈ ਕਬੂਲ ਹੈ, ਕਿਉਂਕਿ ਉਹ ਖੁਦਾ ਹੀ ਇੱਕ ਹੈ ਜਿਹੜਾ ਸਾਰਿਆਂ ਦੀ ਲਾਜ ਰੱਖਣ ਵਾਲਾ ਹੈ। ਦੋਹਰਾ ਰੁਕਨ ਦੀਨ ਕਾਜੀ ਹੋ ਤੋ ਸੁਨ ਸੋ ਬੈਨ ਅਲਾਏ। ਰੁਕਨ ਦੀਨ ਇੱਕ ਬਹੁਤ ਸਿਆਣਾ ਉੱਥੇ ਕਾਜੀ ਸੀਗਾ, ਬਹੁਤ ਸਿਆਣਾ ਸੀਗਾ। ਰੁਕਨ ਦੀਨ ਵੀ ਜਿਹੜਾ ਮੁਲਤਾਨ ਤੋਂ ਆਇਆ ਹੋਇਆ ਸੀ। ਸੋ ਰੁਕਨ ਦੀਨ ਜਿਹੜਾ ਕਾਜੀ ਸੀਗਾ ਉੱਥੇ ਬੈਠਾ, ਉਹਨੇ ਮਹਾਰਾਜ ਦੇ ਜੋ ਇਹ ਵੈਸੇ ਬਚਨ ਸੁਣੇ। ਮਾਨਤ ਹੋ ਕਹਿਦੋ ਨਹੀਂ ਪੈਗੰਬਰ ਜੇ ਖੁਦਾਏ। ਉਹਨੇ ਪੁੱਛਿਆ ਇੱਕ ਸਵਾਲ ਰੁਕਨ ਦੀਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ। ਅਸਲ ਵਿੱਚ ਇਹ ਸਾਰੀ ਜਿਹੜੀ ਹੈ ਗੱਲਬਾਤ ਹੈ, ਇਹ ਮੱਕੇ ਮਦੀਨੇ ਦੀ ਗੋਸ਼ਟ ਇੱਕ ਗ੍ਰੰਥ ਹੈ, ਉਹਦੇ ਵਿੱਚ ਸਾਰੀ ਡਿਟੇਲ ਨਾਲ ਲਿਖੀ ਹੋਈ ਹੈ। ਪਰ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਬੜੀ ਸਮਰਾਈਜ਼ ਕਰਕੇ ਆਪਾਂ ਨੂੰ ਦੱਸੀ ਹੈ। ਕਹਿੰਦੇ ਰੁਕਨ ਦੀਨ ਹਾਜੀ ਨੇ ਪੁੱਛਿਆ, ਕਹਿੰਦੇ ਮਾਨਤ ਹੋ ਕਹਿਦੋ ਨਹੀਂ, ਤੂੰ ਮੰਨਦਾ ਹੈ ਕਿ ਨਹੀਂ ਮੰਨਦਾ ਕਿ ਪੈਗੰਬਰ ਜਿਹੜਾ ਮੁਹੰਮਦ ਹੈ ਉਹੀ ਪਰਮੇਸ਼ਰ ਦਾ ਭੇਜਿਆ ਹੋਇਆ ਪ੍ਰੋਫਟ ਹੈ, ਪੈਗੰਬਰ ਹੈ। ਸਵਈਆ ਸ੍ਰੀ ਗੁਰੂ ਨਾਨਕ ਬੈਨ ਭਨੇ ਦਰਬਾਰ ਖੁਦਾ ਕੇ ਕੀਤੇ ਅਘਾਰੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਦਰ ਤੇ ਤਾਂ ਬਹੁਤ ਜ਼ਿਆਦਾ ਪੈਗੰਬਰ ਖੜੇ ਨੇ, ਤੂੰ ਇੱਕ ਦੀ ਗੱਲ ਕਰਦਾ ਹੈ। ਕਹਿੰਦੇ ਕਿੰਨੇ ਪੈਗੰਬਰ ਉਹਦੇ ਦਰ ਤੇ ਖੜ ਕੇ ਫਰਿਆਦ ਕਰਦੇ ਨੇ। ਕਹਿੰਦੇ ਇੱਕ ਨਹੀਂ, ਉੱਥੇ
ਲੱਖਾਂ ਕਰੋੜਾਂ ਖੜੇ ਹਨ। हाथ सो बांधे खरे हैं पैगंबर। ਕਹਿਣਗੇ ਹੱਥ ਬੰਨ ਕੇ ਸਾਰੇ ਹੱਥ ਜੋੜ ਕੇ ਪਰਮੇਸ਼ਰ ਦੇ ਦਰ ਦੇ ਅੱਗੇ ਖੜੇ ਨੇ ਵਿਚਾਰੇ। कहते हैं पीर और शेख सलारी। ਤੇ ਕਹਿੰਦੇ ਉਹਨਾਂ ਤੋਂ ਬਾਅਦ ਕਿੰਨੇ ਪੀਰ ਸ਼ੇਖ ਖੜੇ ਹਨ ਹੱਥ ਜੋੜ ਕੇ ਉਸ ਪਰਮੇਸ਼ਰ ਦੇ ਦਰ ਅੱਗੇ। कहते है सिकदार तहा। ਕਹਿੰਦੇ ਕਿੰਨੇ ਸਿਕਦਾਰ ਨੇ, ਸਰਦਾਰ ਜਿਹੜੇ ਵੱਡੇ ਵੱਡੇ ਰਾਜੇ ਬਣੇ ਫਿਰਦੇ ਉਹ ਵੀ ਖੜੇ ਨੇ ਹੱਥ ਜੋੜ ਕੇ। फिर कौन गिना गिनती तिन भारी। ਕਹਿਣਗੇ ਉਹ ਕੌਣ ਗਿਣ ਸਕਦਾ ਹੈ, ਬਹੁਤ ਗਿਣਤੀ ਭਾਰੀ ਹੈ ਉਹਨਾਂ ਦੀ, ਕਿੰਨੇ ਹੀ ਉਹਨਾਂ ਦੇ ਕਿੰਨੇ ਜਾਣੇ, ਕਿੰਨੇ ਬਹੁਤ ਸਾਰੇ ਖੜੇ ਹਨ जेऊ हदूर खुदाए रहा। ਜੋ ਖੁਦਾ ਦੇ ਹਜ਼ੂਰੀ ਵਿੱਚ ਰਹਿੰਦੇ ਨੇ, ਮਿਹਨਤਾਂ ਬੇਨਤੀਆਂ ਕਰਦੇ ਹਨ। तिन को ना सकै कर को हटकारी। ਕਹਿਣਗੇ ਉਹਨਾਂ ਨੂੰ ਕੋਈ ਨਹੀਂ ਹਟਾ ਸਕਦਾ। ਕਹਿਣਗੇ ਤਿਨਾਂ ਨੂੰ ਕੋਈ ਨਹੀਂ ਰੋਕਦਾ, ਕੋ ਰੋਕ ਮਨਾਹੀ ਨਹੀਂ, ਉੱਥੇ ਸਾਰੇ ਖੜੇ ਨੇ ਉੱਥੇ ਪਰਮਾਤਮਾ ਦੇ ਦਰ ਤੇ। दोहरा जिन्हें खुदाए बिसारियो आवह तिनके हेत। ਕਹਿਣ ਲੱਗੇ ਦੇਖੋ ਤਿੰਨ ਹੈ ਖੁਦਾਏ ਵਿਸਾਰਿਓ, ਕਹਿਣਗੇ ਜਿਨ੍ਹਾਂ ਨੇ ਖੁਦਾ ਪਰਮਾਤਮਾ ਨੂੰ ਭੁਲਾ ਦਿੱਤਾ ਨਾ, ਆਵੇ ਤਿਨਕੇ ਹੇਤ, ਉਹਨਾਂ ਵਾਸਤੇ ਉਹ ਸੰਸਾਰ ਤੇ ਆਉਂਦੇ, ਉਹਨਾਂ ਨੂੰ ਦੱਸਣ ਵਾਸਤੇ ਭਾਈ ਯਾਦ ਰੱਖਿਓ ਖੁਦਾ ਹੈ, ਰੱਬ ਹੈ। भलो पंथ दिखराए कै जावह अपन नकेत। ਹਾਂ ਫੇਰ ਕਹਿੰਦੇ ਉਹ ਜਿਹੜਾ ਹਨ ਸੰਸਾਰ ਤੇ ਸਾਰਿਆਂ ਨੂੰ ਚੰਗਾ ਰਾਹ ਦੱਸ ਕੇ, ਸੱਚ ਨਾਲ ਜੋੜ ਕੇ, ਪਰਮਾਤਮਾ ਦੀ ਗੱਲ ਕਰਕੇ, ਪਰਮਾਤਮਾ ਬਾਰੇ ਦੱਸ ਕੇ ਫਿਰ ਉਹ ਮੁੜ ਕੇ ਚਲੇ ਜਾਂਦੇ ਹਨ। ਤਾਂ ਹੀ ਤਾਂ ਉਹਨਾਂ ਨੂੰ ਪੈਗੰਬਰ ਕਹਿੰਦੇ ਹਨ। ਪੈਗੰਬਰ ਉਹ ਆ ਜਿਹੜਾ ਮੈਸੇਂਜਰ ਹੋਵੇ, ਜੋ ਪਰਮਾਤਮਾ ਦਾ ਮੈਸੇਜ ਲੈ ਕੇ ਸੰਸਾਰ ਤੇ ਆਵੇ। अब तुम राह पिकंबरी भूल गए मत मंद। ਕਹਿਣਗੇ ਹੁਣ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਹਨ, ਅਬ ਤੁਮ ਰਾਹੋ ਪੈਗੰਬਰੀ, ਕਹਿੰਦੇ ਹੁਣ ਤੁਸੀਂ ਕਿੱਥੇ ਪੈਗੰਬਰ ਦੇ ਰਸਤੇ ਤੇ ਤੁਰਨ ਵਾਲੇ ਹੋ, ਤੁਸੀਂ ਤਾਂ ਭੁੱਲ ਗਏ, ਤੁਹਾਡੀ ਮਤ ਭੈੜੀ ਹੋ ਗਈ, ਤੁਸੀਂ ਤਾਂ ਸੱਚ ਨੂੰ ਭੁੱਲੇ ਗਏ, ਤੁਸੀਂ ਪਰਮਾਤਮਾ ਨੂੰ ਭੁਲਾਤਾ ਤੇ ਪਖੰਡਾਂ ਵਿੱਚ ਪੈ ਗਏ ਹੋ। पखबाद उर मैं धरियो जाहो नरक जम फंद। ਮਹਾਰਾਜ ਕਹਿੰਦੇ ਹੁਣ ਤੁਸੀਂ ਪੱਖਪਾਤ ਵਿੱਚ ਪੈ ਗਏ, ਇੱਕ ਪੱਖ ਨੂੰ ਚੰਗਾ ਕਹਿਤਾ, ਦੂਜੇ ਨੂੰ ਮਾੜਾ ਕਹਿਤਾ, ਤੁਸੀਂ ਸਾਈਡ ਲੈਣ ਲੱਗ ਪਏ। ਹੁਣ ਇਹਦੀ ਸਾਈਡ ਲੈ ਲਈ ਜੀ, ਉਹਦੀ। ਹੁਣ ਪੋਲੀਟੀਕਲ ਮਾਮਲੇ ਹੋ ਗਏ ਨਾ, ਸਾਰੇ ਕਿਤੇ ਪੋਲੀਟੀਕਲ ਮਾਮਲੇ ਚੱਲਦੇ ਹਨ। ਸੋ ਪੋਲੀਟੀਕਲ ਮਾਮਲਿਆਂ ਦੇ ਵਿੱਚ ਕੀ ਹੁੰਦਾ, ਪੱਖਬਾਜ਼ ਹੁੰਦਾ ਹੈ। ਕਹਿੰਦੇ ਜੋ ਪੱਖਬਾਜ਼ ਕਰਨ ਵਾਲੇ ਨੇ, ਜਾਹੋ ਨਰਕ ਜਮ ਫੰਦ, ਕਹਿਣਗੇ ਜਮਾ ਦੀ ਫੰਦ ਹੀ ਪਵੇਗੀ ਗਲ ਦੇ ਵਿੱਚ ਤੇ ਨਰਕਾਂ ਨੂੰ ਜਾਓਗੇ ਸਾਰੇ। अब देवो समझाए मैं मार्ग भलो बताए। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਤੁਹਾਨੂੰ ਹੁਣ ਸਮਝਾ ਦਿੰਦਾ ਹਾਂ, ਦੋਵੇਂ ਸਮਝਾਏ, ਮੈਂ ਹਿੰਦੂ ਨੂੰ ਤੇ ਮੁਸਲਮਾਨ ਤੁਹਾਨੂੰ ਦੋਵਾਂ ਨੂੰ ਸਮਝਾਉਂਦਾ ਹਾਂ। ਮਾਰਗ ਭਲੋ ਬਤਾਏ, ਤੁਹਾਨੂੰ ਚੰਗਾ ਮਾਰਗ ਦੱਸਦਾ जे ਹਾਂ। नह मन हो ताहे को पर हो नरक मह जाए। ਜੇ ਤੁਸੀਂ ਗੱਲ ਨਹੀਂ ਮੰਨੋਗੇ ਤਾਂ ਸਿੱਧੇ ਨਰਕਾਂ ਨੂੰ ਫੇਰ ਜਾਇਓ। सुनकर ऊंचे बचन को बूझन लगे ईमान। ਜਦੋਂ ਇਹ ਉੱਚੇ ਬਚਨ ਸੁਣੇ, ਮਹਾਰਾਜ ਦੇ ਕਮਾਂਡਿੰਗ ਬਚਨ ਸੁਣੇ ਉਹ ਕਾਜ਼ੀਆਂ ਨੇ, ਤਾਂ ਫਿਰ ਉਹਨਾਂ ਨੇ ਕਿਹਾ, हिंदू वड्डा के तुर्क है करे आप बखान। ਮਹਾਰਾਜ ਹੁਣ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ, ਕਿਹੜਾ ਧਰਮ ਵੱਡਾ ਹੈ? ਹਾਂਜੀ, ਅੱਲਾ ਦੇ ਨਿਗਾਹ ਦੇ ਵਿੱਚ, ਖੁਦਾ ਦੇ ਨਿਗਾਹ ਦੇ ਵਿੱਚ ਕੌਣ ਵੱਡਾ ਹੈ? ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ? कला दिखाई वड्डी तै पूर्व किन्हो न कीन। ਹਾਂ ਕਹਿਣ ਲੱਗੀ ਤੁਸੀਂ ਬਹੁਤ ਵੱਡੀ ਕਲਾ ਦਿਖਾਈ, ਕਰਾਮਾਤ ਦਿਖਾਈ, ਜਿਹੜਾ ਆਪਣੇ ਚਰਨਾਂ ਦੇ ਨਾਲ ਤੁਸੀਂ ਕਾਬਾ ਘੁਮਾ ਦਿੱਤਾ। ਕਹਿਣਗੇ ਪੂਰੋ ਕਿਨੋ ਨਾ ਕੀਨ, ਐਸਾ ਤਾਂ ਅੱਜ ਤੱਕ ਕੋਈ ਨਹੀਂ ਕਰ ਸਕਿਆ ਜਿਨ੍ਹਾਂ ਨੇ ਆਪਣੇ ਚਰਨਾਂ ਦੇ ਨਾਲ ਕਾਬਾ ਹੀ ਘੁਮਾਤਾ ਹੋਵੇ। चरण संग काबा फिरियो महिमा जानी पीन। ਹਾਂ ਕਹਿਣ ਲੱਗੇ ਇਹ ਵੱਡੀ ਅਸੀਂ ਭਾਰੀ ਤੁਹਾਡੀ ਕਰਾਮਾਤ ਦੇਖੀ ਹੈ, ਜਿਹੜਾ ਕਾਬਾ ਤੁਹਾਡੇ ਚਰਨਾਂ ਨਾਲ ਹਿੱਲਿਆ ਹੈ। कबित ऐसे सुन बैन बोले गुरु गुण ऐन तब। ਜੋ ਐਸੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣੇ, ਤਾਂ ਗੁਣ ਐਨ ਗੁਣਾ ਦੇ ਜਿਹੜੇ ਘਰ ਹਨ ਗੁਰੂ ਨਾਨਕ ਸਾਹਿਬ ਜੀ। पंच तत्त साजे सब देह एक सार ही। ਦੇਖੋ ਕਹਿੰਦੇ ਪਰਮਾਤਮਾ ਖੁਦਾ ਨੇ ਸਾਰੇ ਸੰਸਾਰ ਨੂੰ ਪੰਜ ਤੱਤਾਂ ਤੋਂ ਬਣਾਇਆ ਹੈ। ਇਹ ਜਿੰਨੇ ਵੀ ਸਰੀਰ ਬਣੇ ਨੇ, ਇਹ ਸਾਰੇ ਜਿਹੜੇ ਹਨ ਪੰਜਾਂ ਤੱਤਾਂ ਤੋਂ ਬਣੇ ਨੇ, ਸਾਰੇ ਇਕੁਅਲ ਨੇ। ਹਿੰਦੂ ਵਿੱਚ ਇੱਕ ਘੱਟ ਨਹੀਂ ਤੇ ਮੁਸਲਮਾਨ ਚ ਵੱਧ ਕੋਈ ਨਹੀਂ ਹੈਗਾ, ਸਾਰੇ ਪੰਜ ਤੱਤ ਸੇਮ ਹੀ ਬਣੇ ਹਨ ਸਾਰੇ। नैन कान नासका बदन कीने एक हूं से। ਕਹਿਣ ਲੱਗੇ ਦੇਖੋ ਦੋ ਜਿਹੜੀਆਂ ਅੱਖਾਂ ਨੇ, ਜਿਹੜਾ ਨੱਕ ਹੈ, ਜਿਹੜਾ ਸਰੀਰ ਹੈ, ਇਹ ਤਾਂ ਮੁਸਲਮਾਨ ਤੇ ਹਿੰਦੂ ਦਾ ਕੋਈ ਡਿਫਰੈਂਟ ਹੈ? ਇਹ ਥੋੜੋ ਵੀ ਮੁਸਲਮਾਨਾਂ ਕੋਲ 3 ਅੱਖਾਂ ਤੇ ਹਿੰਦੂਆਂ ਕੋਲ 2 ਨੇ, ਜਾਂ ਹਿੰਦੂਆਂ ਕੋਲ 4 ਬਾਹਾਂ ਨੇ ਜਾਂ ਮੁਸਲਮਾਨਾਂ ਕੋਲ 2 ਨੇ। ਹਾਂਜੀ, ਸਾਰਿਆਂ ਦੇ ਇੱਕ ਹੈ। ਜਾਂ ਕਿ ਜਿਹੜੇ ਹਿੰਦੂਆਂ ਦੇ 2 ਢਿੱਡ ਆ, ਤੁਹਾਡਾ ਇੱਕ ਢਿੱਡ ਆ। ਹਾਂਜੀ, ਹੋ ਹੀ ਨਹੀਂ ਸਕਦਾ, ਕਹਿੰਦੇ ਸਾਰਾ ਹੀ ਸੇਮ ਹੈ। क्रिया सम भई हाथ पाव के मजा रही। ਹਾਂ ਕਹਿੰਦੇ ਕਿਰਿਆ ਵੀ ਇੱਕੋ ਜਿਹੀ ਹੋਈ ਹੈ। ਹਾਂਜੀ, ਜੇ ਉਹ ਪਿਸ਼ਾਬ ਕਰਦੇ ਤਾਂ ਤੁਸੀਂ ਵੀ ਕਰਦੇ ਹੋ। ਹਾਂਜੀ, ਜੇ ਖਾਂਦੇ ਹੋ ਤੁਸੀਂ ਤਾਂ ਉਹ ਵੀ ਖਾਂਦੇ ਨੇ। ਹਾਂਜੀ, ਸਭ ਕੁਝ ਸੇਮ ਹੈ, ਕੀ ਡਿਫਰੈਂਟ ਹੈ? देसन के भेस को प्रभाव धर हृदय माहे। ਹਾਂ ਕਹਿਣਗੇ ਦੇਸ਼ਨ ਕੇ ਭੇਸ, ਪਰ ਦੇਸ਼ਾਂ ਦੇ ਇੱਕ ਦੇਸ਼ ਤੋਂ ਦੂਜੇ ਦੇਸ਼ ਦਾ ਕਾਸਟਿਊਮ ਡਿਫਰੈਂਟ ਹੈ, ਉਹਨਾਂ ਦਾ ਕਲਚਰ ਡਿਫਰੈਂਟ ਹੈ, ਉਹਨਾਂ ਦਾ ਖਾਣਾ ਪੀਣਾ ਡਿਫਰੈਂਟ ਹੈ, ਉਹਨਾਂ ਦੀ ਸੋਚਣੀ ਡਿਫਰੈਂਟ ਹੈ, ਉਹਨਾਂ ਦੀ ਬੋਲੀ ਡਿਫਰੈਂਟ ਹੈ। ਮਹਾਰਾਜ ਕਹਿੰਦੇ ਇਸ ਕਰਕੇ ਦੇਸ਼ਨ ਕੇ ਭੇਸ ਕੋ ਪ੍ਰਭਾਵ ਤਰ ਹਿਰਦੇ ਮੈਂ,
ਇਹੀ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਨੂੰ ਤੁਸੀਂ ਧਾਰ ਲਿਆ ਵੀ ਡਿਫਰੈਂਟ ਪਲੇਸ, ਡਿਫਰੈਂਟ ਖਾਣਾ, ਡਿਫਰੈਂਟ ਬੰਦਾ ਤਾਂ ਨਹੀਂ ਡਿਫਰੈਂਟ ਹੋ ਗਿਆ ਨਾ ਜੀ। ਪੱਖਬਾਦ ਗਾਡੇ ਹੈ ਹੋਇਆ ਕਿ ਝਗੜਾ ਗਾਵਾ ਰਹੀ। ਹਾਂ ਤੇ ਕਹਿੰਦੇ ਪੱਖਬਾਜ਼ ਕਰਕੇ ਵੀ ਹਿੰਦੂ ਮਾਰਾ ਮੁਸਲਮਾਨ ਚੰਗੇ, ਹਿੰਦੂ ਕਹੋਗਾ ਮੁਸਲਮਾਨ ਮਾੜੇ ਹਿੰਦੂ ਚੰਗਾ। ਕਹਿੰਦੇ ਪੱਖਬਾਜ਼ ਗਾਡੇ, ਕਹਿੰਦੇ ਕਿ ਇਹ ਮੂਰਖਾਂ ਦਾ ਝਗੜਾ ਹੈ। ਕਹਿੰਦੇ ਕਿ ਇਹ ਗਵਾਰ ਝੂਠੇ ਜਿਹੜੇ ਹਨ, ਜਿਹੜੇ ਆਪ ਧਰਮ 'ਚ ਪੱਕੇ ਨਹੀਂ ਹੁੰਦੇ, ਆਪ ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ ਨਹੀਂ ਹੁੰਦਾ, ਪਰਮਾਤਮਾ ਨੂੰ ਸਿਰਫ ਵਰਤਦੇ ਹਨ ਆਗੂਮੈਂਟ ਲੜਾਈ ਕਰਨ ਵਾਸਤੇ। ਕਹਿੰਦੇ ਉਹ ਗਵਾਰ ਮੂਰਖ ਨੇ। ਨਾਮ ਲਿਵ ਲਾਏ ਜਾਹੇ ਅਧਿਕ ਵਢਾਈ ਤਾਹੇ। ਹਾਂ ਨਾਮ ਲਿਵ ਲਾਈ, ਪਰ ਦੋਵਾਂ ਵਿੱਚੋਂ ਕਹਿੰਦੇ ਚਾਹੇ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ, ਕੋਈ ਵੀ ਹੋਵੇ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਕਨਸੈਂਟਰੇਸ਼ਨ ਜੋੜ ਲਈ, ਫੋਕਸ ਕਰ ਲਿਆ ਪਰਮੇਸ਼ਰ ਦੇ ਨਾਮ ਤੇ, ਕਹਿੰਦੇ ਕਿ ਉਹਨਾਂ ਨੂੰ ਹੀ ਵਡਿਆਈ ਮਿਲਦੀ ਹੈ। ਜਾਣ ਕੇ ਸਰੂਪ ਨਿਜ ਉਧਰੈ ਸੰਸਾਰ ਹੀ। ਦੇਖੋ ਪਰਮਾਤਮਾ ਦਾ ਸਰੂਪ, ਆਪਣਾ ਅਸਲੀ ਰੂਪ ਜਾਣ ਕੇ, ਆਪਣਾ ਜਿਹੜਾ ਹੈ ਅਸਲੀ ਆਤਮਾ ਸਰੂਪ ਨੂੰ ਜਾਣ ਲਿਆ ਜਿਨ੍ਹਾਂ ਨੂੰ ਐਨਲਾਈਟਮੈਂਟ ਹੋ ਗਿਆ, ਤੇ ਕਹਿੰਦੇ ਜਾਣ ਕੇ ਸਰੂਪ ਨਿਜ, ਉਹ ਪਰਮਾਤਮਾ ਨੂੰ ਹੀ ਆਪਣਾ ਸਰੂਪ ਜਾਣ ਲਿਆ ਜਿਨ੍ਹਾਂ ਨੇ, ਉਹੀ ਤਰਦੇ ਹਨ ਸੰਸਾਰ ਤੋਂ। ਦੋਹਰਾ ਭਲੇ ਅਮਲ ਕੀਏ ਬਿਨਾ ਜਾਹੇ ਨਰਕ ਕੋ ਦੋਏ। ਕਹਿੰਦੇ ਕਿ ਭਲੇ ਅਮਲ, ਚੰਗੇ ਅਮਲ ਕਰਨ ਤੋਂ ਬਗੈਰ ਦੋਨੋਂ ਹੀ ਨਰਕ ਨੂੰ ਜਾਂਦੇ ਹਨ। ਜਿਹੜਾ ਹੈ ਆਪਣਾ ਇੱਕ ਸ਼ਬਦ ਵੀ ਆਉਂਦਾ ਹੈ ਨਾ, ਜੋ ਕਿ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਹਾਂਜੀ, ਸੋ ਸ਼ੁਭ ਅਮਲਾ, ਚੰਗੇ ਅਮਲਾ ਬਾਜੋਂ ਤਾਂ ਦੋਨੋਂ ਹੀ ਨਰਕਾਂ ਨੂੰ ਜਾਂਦੇ ਹਨ। ਦੇਹ ਰਹਿ ਇਹਾਂ ਪਰੀ ਜਬ ਲੇਖਾ ਤਹ ਹੋਏ। ਦੇਖੋ ਕਹਿੰਦੇ ਸਰੀਰ ਜਿਹੜਾ ਹੈ ਨਾ, ਜਿਹਦੇ ਕਰਕੇ ਲੜਾਈਆਂ ਹੁੰਦੀਆਂ ਸਾਰੀਆਂ, ਵੀ ਤੁਸੀਂ ਕਾਸਟਿਊਮ ਕੀ ਧਾਰਿਆ, ਤੁਸੀਂ ਕਿਹਦੇ ਵਰਗੇ ਲੱਗ, ਇਹ ਸਰੀਰ ਇੱਥੇ ਪਏ ਰਹਿ ਜਾਂਦੇ ਆ ਮਰ ਕੇ, ਕੋਈ ਨਹੀਂ ਨਾਲ ਲੈ ਕੇ ਜਾਂਦਾ। ਤੇ ਇਹ ਜਿਹੜੀ ਸੋਲ ਆ ਨਾ, ਅੱਗੇ ਜਾ ਕੇ ਇਹਨੂੰ ਕੁੱਟ ਪੈਂਦੀ ਆ, ਇਹੀ ਜਾ ਕੇ ਫਿਰ ਜਦ ਧਰਮਰਾਜ ਕੋਲ ਜਾਂਦੀ ਹੈ, ਇਹੀ ਨਰਕਾਂ ਸਵਰਗਾਂ ਨੂੰ ਭੁਗਤਦੀ ਹੈ। ਧਨ ਕੁਟੰਬ ਅਰ ਕਰਮ ਜੇ ਤੀਨ ਨਰਨ ਕੇ ਮੀਤ। ਓਕੇ, ਹੁਣ ਸਤਿਗੁਰਾਂ ਨੇ ਦੱਸਿਆ, ਕਹਿੰਦੇ ਇੱਕ ਇਨਸਾਨ ਦੇ 3 ਮਿੱਤਰ ਹੁੰਦੇ ਨੇ, 3 ਮਿੱਤਰ ਹੁੰਦੇ ਨੇ, 3 ਫਰੈਂਡਸ ਹੁੰਦੇ ਨੇ ਇਹ ਸਰੀਰ ਦੇ, ਜਾਂ ਕੰਪੈਨੀਅਨ। ਇਹ ਸਰੀਰ ਦੇ 3 ਕੰਪੈਨੀਅਨਸ ਹੁੰਦੇ ਨੇ। ਉਹਨਾਂ ਵਿੱਚੋਂ ਇੱਕ ਧਨ, ਇੱਕ ਵੈਲਥ ਹੁੰਦੀ ਹੈ, ਇੱਕ ਫੈਮਿਲੀ ਹੁੰਦੀ ਹੈ, ਇੱਕ ਕਰਮ ਹੁੰਦੇ ਨੇ। ਸੋ ਇਹ 3 ਨੇ। ਸੋ ਅਗੇਨ, ਪਹਿਲਾ ਹੈ ਵੈਲਥ, ਧਨ, ਦੂਜਾ ਕੁਟੰਬ, ਪਰਿਵਾਰ, ਫੈਮਿਲੀ, ਤੇ ਤੀਜਾ ਹੁੰਦਾ ਹੈ ਕਰਮ, ਡੀਡਸ। ਸੋ ਇਹ 3 ਹੁੰਦੇ ਨੇ ਕੰਪੈਨੀਅਨ। ਜਬ ਲੋ ਘਟ ਮੈਂ ਪ੍ਰਾਣ ਹੈ ਤਬ ਲੋ ਧਨ ਕੀ ਪ੍ਰੀਤ। ਦੇਖੋ ਜਦੋਂ ਤੱਕ ਇਹ ਸਰੀਰ ਵਿੱਚ ਪ੍ਰਾਣ ਹਨ, ਜਦੋਂ ਤੱਕ ਬੰਦਾ ਜਿਉਂਦਾ ਹੈ, ਤਾਂ ਇਹਨੂੰ ਧਨ, ਵੈਲਥ ਦੀ ਪ੍ਰੀਤ ਰਹਿੰਦੀ ਹੈ। ਇਹਦੀ ਸਾਰੀ ਵੈਲਥ ਜਿਹੜੀ ਹੁੰਦੀ ਹੈ ਇਹਦੀ ਆਪਦੀ ਹੁੰਦੀ ਹੈ, ਇਹ ਆਪਣੀ ਸਮਝਦਾ ਤੇ ਹੁੰਦੀ ਵੀ ਇਹਦੀ ਹੈ, ਕਿਉਂਕਿ ਜਦੋਂ ਤੱਕ ਇਹਦੇ ਵਿੱਚ ਪ੍ਰਾਣ ਹਨ। ਜਿਉਂਦੇ ਬੰਦੇ ਦੇ ਨਾਂ ਤੇ ਵੈਲਥ ਦਾ ਨਾਮ ਹੁੰਦਾ ਹੈ। ਜਦੋਂ ਬੰਦਾ ਮਰ ਜਾਂਦਾ ਹੈ ਨਾ, ਉਹ ਵੈਲਥ ਨੂੰ ਵਿਲ ਬਣਾ ਕੇ ਲੋਕਾਂ 'ਚ ਵੰਡੀ ਜਾਂਦੀ ਹੈ, ਜਾਂ ਫਿਰ ਕੀ ਹੁੰਦਾ ਹੈ, ਉਹ ਜਿਹੜਾ ਹਨ ਉਹ ਵੈਲਥ ਦੇ ਉੱਤੇ ਇਹਦਾ ਕੋਈ ਹੱਕ ਨਹੀਂ ਰਹਿੰਦਾ, ਦੂਜੀ ਦੀ ਬਣ ਜਾਂਦੀ ਹੈ। ਸੋ ਕਹਿੰਦੇ ਜਦੋਂ ਤੱਕ ਸਰੀਰ ਹੈ ਉਦੋਂ ਤੱਕ ਤਾਂ ਵੈਲਥ ਆਪਣੀ ਹੈ। ਜਾਰਿਓ ਗਾਡਿਓ ਤਨ ਨਹੀਂ ਤਬ ਲੋ ਕੁਟੰਬ ਸਨੇਹ। ਦੇਖੋ ਇਹ ਸਰੀਰ ਜਿਹਨੂੰ ਆਪਣਾ ਸਮਝਿਆ, ਜਿਹਦੇ ਕਰਕੇ ਸਾਰਾ ਧਨ ਵੀ ਇਹਦੇ ਕਰਕੇ ਹੈ। ਇਹ ਸਰੀਰ ਨੂੰ ਕੋਈ ਸਾੜਦਾ ਹੈ, ਹਿੰਦੂ ਸਾੜਦੇ ਨੇ ਤੇ ਮੁਸਲਮਾਨ ਦਬਾਉਂਦੇ ਨੇ। ਕਹਿੰਦੇ ਕਿ ਜਦੋਂ ਤੱਕ ਇਹਨੂੰ ਜਾਰਿਆ ਨਾ ਜਾਵੇ, ਗੱਡਿਆ ਨਾ ਜਾਵੇ, ਤਬ ਲੋ ਕੁਟੰਬ ਸਨੇਹ। ਕਹਿੰਦੇ ਕਿ ਇਹ ਸਰੀਰ ਦਾ ਦੇਖੋ ਹੁਣ, ਉਦੋਂ ਤੱਕ ਇਹ ਪਰਿਵਾਰ ਦਾ ਪ੍ਰੇਮ ਮੋਹ ਲੱਗਿਆ ਰਹਿੰਦਾ ਹੈ ਇਹਦੇ ਨਾਲ, ਜਦੋਂ ਤੱਕ ਇਹਦਾ ਸਰੀਰ ਹੈ। ਬਹੁਰ ਨਾ ਕੋ ਸੰਗ ਹੋਇਆ ਸਮਝ ਭਲੇ ਉਰ ਲੇ। ਦੇਖੋ ਕੁਟੰਬ ਦਾ ਕੀ ਹਾਲ ਹੈ, ਜਦੋਂ ਬੰਦਾ ਜਿਉਂਦਾ ਉਦੋਂ ਤਾਂ ਸਾਰੇ ਕਹਿੰਦੇ ਆ ਮੇਰਾ ਇਹ ਆ ਜੀ, ਮੇਰਾ ਉਹ ਆ, ਇਹ ਆ। ਜਦੋਂ ਮਰ ਜਾਂਦਾ ਸਾਰੇ ਚੁੱਕ ਕਰਕੇ, ਕੋਈ ਗੱਡ ਜਾਂਦਾ, ਕੋਈ ਸਾੜ ਦਿੰਦਾ। ਸਰੀਰ ਨੂੰ ਕੋਈ ਨਹੀਂ ਘਰੇ ਰੱਖਦਾ। ਕਿਹਨੇ ਕਿਤੇ ਇਸ ਸੋਵੀਨਰ ਬਣਾ ਕੇ ਘਰੇ ਰੱਖੇ ਹੋਣ ਮਰੇ ਹੋਏ, ਕੋਈ ਨਹੀਂ ਰੱਖਦਾ ਜੀ। ਹਾਂਜੀ, ਚੱਕ ਕੇ ਉਦੋਂ ਹੀ ਕਹਿੰਦੇ ਵੀ ਛੱਤੀ ਸਾੜੋ, ਇਹਨੂੰ ਬੋ ਮਾਰ ਰਹੀ ਆ ਜੀ, ਬਦਬੂ ਆ ਰਹੀ ਆ ਜੀ, ਇਹਨੂੰ ਚੱਕ ਕੇ ਸੁੱਟੋ ਥੱਲੇ। ਸੋ ਇਉਂ ਕਰਕੇ ਜਿਹੜਾ ਹੈ ਕੋਈ ਨਹੀਂ ਘਰੇ ਰੱਖਦਾ ਜੀ। ਰੋਂਦੇ ਜ਼ਰੂਰ ਨੇ, ਰੋ ਰੋ ਕੇ ਵੀ ਕਹਿੰਦੇ ਨੇ ਛੱਤੀ ਲੈ ਜਾਓ ਜੀ, ਸੰਸਕਾਰ ਕਰ ਦਿਓ। ਹਾਂਜੀ, ਰੋਂਦੇ ਰੋਂਦੇ ਵੀ ਕਹੀ ਜਾਂਦੇ ਨੇ ਵੀ ਚੁੱਕੇ ਲੈ ਜਾਓ ਛੱਤੀ ਹੁਣ। ਹਾਂਜੀ, ਨਾਲੇ ਰੋਈ ਜਾਂਦੇ ਨੇ, ਨਾਲੇ ਚਕਾਈ ਜਾਂਦੇ ਨੇ। ਹਾਂਜੀ, ਸੋ ਇਹ ਜਿਹੜਾ ਬੁਰਾ ਹਾਲ ਹੋਇਆ ਪਿਆ ਦੁਨੀਆ ਦਾ। ਤੀਜੋ ਮਿੱਤਰ ਕਰਮ ਜੇ ਸੰਗੀ ਸਦ ਹੀ ਜਾਨ। ਤੀਜਾ ਮਿੱਤਰ ਦੇਖ ਲਓ ਹੁਣ, ਜਿਹੜਾ ਕਰਮ ਹੈ, ਕਹਿੰਦੇ ਕਰਮ ਵੀ ਬੰਦੇ ਦਾ ਇੱਕ ਮਿੱਤਰ ਹੈ, ਪਰ ਇਹ ਜਿਹੜਾ ਤੀਜਾ ਹੈ ਸੰਗੀ ਸਦ ਹੀ ਜਾਨ, ਇਹ ਸਦਾ ਹੀ ਸੰਗ ਰਹਿੰਦਾ। ਕਰਮ ਸਦਾ ਹੀ ਸੰਗ ਰਹਿੰਦੀ। ਉਹ ਧਨ ਜਦੋਂ ਤੱਕ ਜਿਉਂਦੇ ਹਾਂ, ਜਿਹੜਾ ਹਨ ਕੁਟੰਬ ਪਰਿਵਾਰ ਉਦੋਂ ਤੱਕ ਆ ਜਦੋਂ ਤੱਕ ਜਿਉਂਦੇ ਹਾਂ। ਮਰ ਗਏ ਤਾਂ ਨਾਲ ਨਹੀਂ ਨਾ ਜਾਂਦਾ ਕੋਈ। ਹਾਂਜੀ, ਕੌਣ ਨਾਲ ਜਾਂਦਾ ਹੈ ਜੀ? ਕੋਈ ਮਰਿਆ ਹੋਵੇ ਕਹਿੰਦਾ ਮੈਨੂੰ ਵੀ ਨਾਲ ਲੈ ਜਾ, ਮੈਨੂੰ ਵੀ ਨਾਲ ਲੈ ਜਾ, ਕੋਈ ਨਹੀਂ ਜਾਂਦਾ ਜੀ ਨਾਲ। ਜੇ ਉਹ ਲੈਣ ਵੀ ਆ ਜਾਵੇ ਤਾਂ ਜਾਣਾ ਨਹੀਂ ਜੀ ਇਹਨਾਂ ਨੇ, ਕਿ ਕੌਣ ਜਾਊਗਾ ਮਰੇ ਹੋਏ ਦੇ ਨਾਲ। ਜੇ ਮਰਿਆ ਹੋਇਆ ਰਾਤ ਨੂੰ ਘਰ 'ਚ ਵੀ ਦਿਸ ਪਏ ਤਾਂ ਵੀ ਲੋਕੀ ਚਿੱਕਾ ਮਾਰਦੇ ਹਨ।
ਫਿਰ ਸਿਆਣਿਆਂ ਨੂੰ ਸਾਦੇ ਵੀ ਇਹਨੂੰ ਕੱਢੋ ਬਾਹਰ, ਇਹਨੂੰ ਕੱਢੋ ਬਾਹਰ। ਹਾਂਜੀ, ਇਹ ਨਹੀਂ ਪਤਾ ਵੀ ਘਰ ਵੀ ਤਾਂ ਉਹਦਾ ਹੀ ਸੀ ਵਿਚਾਰੇ ਦਾ, ਜਿਹੜਾ ਤੁਸੀਂ ਕਬਜ਼ਾ ਕਰੀ ਬੈਠੇ ਆ। ਹਾਂਜੀ, ਸੋ ਵਿਚਾਰਾ ਭੂਤ ਬਣ ਕੇ ਵੀ ਨਹੀਂ ਰਹਿਣ ਦਿੰਦੇ ਵਿਚਾਰੇ ਨੂੰ। ਹਾਂਜੀ, ਸੋ ਇਸ ਕਰਕੇ ਜਿਹੜਾ ਬੁਰਾ ਹਾਲ ਆ ਜੀ। ਸੋ ਕਹਿੰਦੇ ਇਹ ਦੋ ਚੀਜ਼ ਜਿਹੜੀਆਂ ਹਨ, ਧਨ ਤੇ ਜਿਹੜਾ ਕੁਟੰਬ ਹੈ, ਇਹ ਤਾਂ ਸਰੀਰ ਨਾਲ ਜੁੜਿਆ ਹੋਇਆ ਹੈ। ਤੀਜਾ ਜਿਹੜਾ ਕਰਮ ਹੈ ਨਾ, ਕਹਿੰਦਾ ਮਰਨ ਤੋਂ ਬਾਅਦ ਵੀ ਬੰਦੇ ਦੇ ਨਾਲ ਹੀ ਜਾਂਦਾ ਹੈ। ਜਾਇ ਫਲ ਦੇਤ ਤਹਿ ਯੋ ਨਾ ਹੋਏ ਕਬ ਹਾਨ। ਹਾਂ, ਕਹਿਣ ਲੱਗੇ ਦੇਖੋ ਇਹ ਕਰਮ ਬੰਦੇ ਦੇ ਨਾਲ ਜਾਂਦਾ ਹੈ, ਅਗਾਂਹ ਜਾ ਕੇ ਅਗਲੀ ਦੁਨੀਆ ਵਿੱਚ ਵੀ ਇਹਦੀ ਸਹਾਇਤਾ ਕਰਦਾ ਹੈ। ਯੋ ਨਾ ਹੋਏ ਕਬ ਹਾਨ, ਜੇ ਚੰਗੇ ਕਰਮ ਕੀਤੇ ਹੋਣਗੇ ਤਾਂ ਇਹਦਾ ਗਾਂ ਮਰਨ ਤੋਂ ਬਾਅਦ ਵੀ ਇਹਦਾ ਭਲਾ ਹੁੰਦਾ ਹੈ, ਫਿਰ ਵੀ ਇਹਦਾ ਸਤਿਕਾਰ ਹੁੰਦਾ ਹੈ ਮਰਨ ਤੋਂ ਬਾਅਦ ਵੀ। ਯੋ ਨਾ ਹੋਏ ਕਬ ਹਾਨ, ਇਹਦਾ ਹਾਨ ਨਹੀਂ ਹੁੰਦਾ ਉੱਥੇ। ਤਾਤੇ ਸੰਗ ਸਦੀਵ ਜੇ ਕਰੋ ਸੋ ਕਰਮ ਸੁਪ੍ਰੀਤ। ਇਸ ਕਰਕੇ ਜਿਹੜਾ ਕਰਮ ਹੈ ਨਾ, ਇਹਨੂੰ ਹੀ ਆਪਣਾ ਜਾਣੋ, ਚੰਗੇ ਕਰਮ ਕਰੋ, ਚੰਗੇ ਜਿਹੜੇ ਹਨ ਐਸੇ ਕਰਮ ਡਿਟ ਕਰੋ ਜਿਹਦੇ ਕਰਕੇ ਦੁਨੀਆ ਦਾ ਸੇਵਾ ਕਰੋ, ਦੁਨੀਆ ਦੇ ਭਲਾ ਕਰੋ, ਦੁਨੀਆ ਦਾ ਚੰਗਾ ਸੋਚੋ। ਹਾਂਜੀ, ਸੋ ਇਹ ਜਿਹੜਾ ਹਨ ਜਿੰਨੀ ਵੈਲਥ ਹੈਗੀ ਆ, ਪਰਿਵਾਰ ਹੈਗਾ, ਇਹਨੂੰ ਵਰਤੋ ਚੰਗੇ ਕਰਮ ਕਰਨ ਵਾਸਤੇ। ਇਹ ਕਿਉਂਕਿ ਕਰਮਾਂ ਨੇ ਹੀ ਨਾਲ ਜਾਣਾ ਹੈ। ਇਹ ਕਰਮਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਵੈਲਥ ਲੋ, ਫੈਮਿਲੀ ਲੋ, ਇਹ ਸਾਰਾ ਫੈਸਿਲਿਟੇਟ ਕਰਦੇ ਹਨ ਕਿ ਚੰਗੇ ਕਰਮ ਕਰਨ ਵਿੱਚ, ਉਤਸ਼ਾਹ ਲੈਣ ਵਿੱਚ। ਸੋ ਇਹ ਕਰਮ ਹੀ ਬੰਦੇ ਦੇ ਨਾਲ ਜਾਂਦੇ। ਇਸ ਕਰਕੇ ਚੰਗੇ ਕਰਮ ਕਰੋ, ਜਿਹੜਾ ਹੈ ਸ਼ੁਭ ਅਮਲਾ ਬਾਝੋਂ ਦੋਨੋਂ ਰਹੀ ਨਾ, ਸ਼ੁਭ ਅਮਲ ਕਰੋ, ਚੰਗੇ ਕਰਮ ਕਰੋ। ਬਾਦ ਪਖ ਤਜ ਕੈ ਸਰਬ ਲਖੋ ਏਕ ਹਰ ਮੀਤ। ਕਹਿਣਗੇ ਬਾਦ ਕਿ ਜਿਹੜਾ ਇਹ ਪੱਖਬਾਜੀ ਜਿਹੜੀ ਕਰਨੀ, ਇਹਨੂੰ ਛੱਡ ਦਿਓ, ਸਾਰੀ ਛੱਡ ਕੇ ਇੱਕ ਹੀ ਪਰਮਾਤਮਾ ਜੋ ਮਿੱਤਰ ਹੈ, ਜੋ ਸਾਰਿਆਂ ਦਾ ਹੈ, ਜੋ ਚੰਗੇ ਕਰਮ ਨੇ ਉਹ ਕਰੋ ਪਰਮਾਤਮਾ ਨੂੰ ਜਾਣ ਕਰਕੇ। ਕਬਿਤ ਭ੍ਰਮ ਜਾ ਕੇ ਤਨ ਨਹੀਂ ਭਇਓ ਨਿਰਮਲ ਮਨ। ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਭਰਮ ਨਹੀਂ, ਇਲੂਸ਼ਨ ਨਹੀਂ, ਜਿਨ੍ਹਾਂ ਵਾਸਤੇ ਪਰਮਾਤਮਾ ਹੀ ਸਾਰੇ ਪਾਸੇ ਵਰਤਦਾ ਹੈ, ਜਿਹੜੇ ਕੋਈ ਹਿੰਦੂ ਮੁਸਲਮਾਨ 'ਚ ਫਰਕ ਨਹੀਂ ਸਮਝਦੇ, ਨਹੀਂ ਭਇਓ ਨਿਰਮਲ ਮਨ। ਕਹਿੰਦੇ ਜਦੋਂ ਤੱਕ ਜਿਹੜਾ ਹੈ ਭਰਮ ਇਹ ਅੰਦਰ ਰਹਿੰਦਾ ਹੈ ਨਾ, ਵੀ ਇਹ ਹੋਰ ਆ, ਇਹ ਹੋਰ ਆ, ਮੈਂ ਚੰਗਾ, ਇਹ ਮਾੜਾ, ਕਹਿੰਦੇ ਮਨ ਨਹੀਂ ਫਿਰ ਨਿਰਮਲ ਹੁੰਦਾ। ਦਾਵੇ ਬੰਦੇ ਪੱਕ ਹੋ ਕੇ ਰਹਿਤ ਸੰਸਾਰ ਹੀ। ਕਹਿੰਦੇ ਦਾਵੇ ਜਿਹੜੇ ਬੰਦੇ ਆ ਨਾ, ਆਪਾਂ ਇਹ ਚੰਗਾ, ਇਹ ਮਾੜਾ, ਇਹ ਸੰਸਾਰ 'ਚ ਰਹਿ ਜਾਂਦੇ, ਨਾਲ ਨਹੀਂ ਜਾਂਦੇ ਅਗਲੀ ਦੁਨੀਆ ਨੂੰ। ਉੱਥੇ ਤਾਂ ਸਾਰੇ ਇਕੁਅਲ ਹੀ ਹੈ ਨਾ। ਹੁਣ ਤਾਂ ਲੋਕ ਸੋਚਣਗੇ ਵੀ ਅਗਲੀ ਦੁਨੀਆ 'ਚ ਵੀ ਲੋਕ ਦੇਖਣਗੇ ਇਹ ਹਿੰਦੂ ਆ, ਮੁਸਲਮਾਨ ਆ, ਸਿੱਖ ਆ। ਹਾਂਜੀ, ਅਗਲੀ ਦੁਨੀਆ 'ਚ ਕਿਹਨੇ ਪੁੱਛਣਾ ਉੱਥੇ? ਹਾਂਜੀ, ਉੱਥੇ ਤਾਂ ਕਰਮਾਂ ਦੀ ਉਹ ਗੱਲ ਹੋਣੀ ਆ, ਸ਼ੁਭ ਅਮਲਾਂ ਦੀ ਗੱਲ ਹੋਣੀ ਆ। ਉੱਥੇ ਤਾਂ ਕਰਮ ਦੇਖ ਕੇ ਹਿਸਾਬ ਕਿਤਾਬ ਹੋਣਾ ਹੈ। ਉੱਥੇ ਲੋਕਾਂ ਨੇ ਥੋੜ੍ਹਾ ਪੁੱਛਣਾ ਤੂੰ ਕੌਣ ਸੀ, ਕਿਹੜੇ ਧਰਮ ਵਿੱਚ ਸੀਗਾ। ਤੇ ਫਿਰ ਇਹ ਵੀ ਨਾ ਸੋਚ ਲਿਓ ਵੀ ਅੱਡ ਅੱਡ ਧਰਮਾਂ ਦੇ ਅੱਡ ਅੱਡ ਸਵਰਗ ਬਣੇ ਹੋਏ ਨੇ, ਅੱਡ ਅੱਡ ਨਰਕ ਬਣੇ ਹੋਏ ਨੇ, ਸਾਰਿਆਂ ਦਾ ਇਕੁਅਲ ਹੀ ਆ ਜੀ। ਸੋ ਸਾਰੇ ਇੱਕੋ ਹੀ ਥਾਂ ਤੇ ਜਾਂਦੇ ਨੇ, ਉੱਥੇ ਕੋਈ ਫਰਕ ਨਹੀਂ ਪੈਂਦਾ। ਬੰਦਾ ਇੱਥੇ ਝਗੜੇ ਕਰਦਾ ਰਹਿ ਜਾਂਦਾ ਹੈ। ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜੌਨ। ਕਹਿਣ ਲੱਗੇ ਦੇਖੋ ਹਿੰਦੂ ਕੇ ਮੁਸਲਮਾਨ ਕੌਣ, ਕਹਿੰਦੇ ਉਹ ਅਗਲੀ ਦੁਨੀਆ 'ਚ ਕੌਣ ਨੇ, ਹਿੰਦੂ ਮੁਸਲਮਾਨ ਕੋਈ ਨਹੀਂ ਫਰਕ ਪੈਂਦਾ, ਸਾਰੇ ਸੇਮ ਹੀ ਹਨ। ਭਰਮ ਕੋ ਬਿਦਾਰ ਔਰ ਦੇਖਿਆ ਇੱਕ ਸਾਰ ਹੀ। ਦੇਖੋ ਇਹ ਭਰਮ ਨੂੰ ਦੂਰ ਕਰਕੇ ਇੱਕ ਸਾਰ ਪਰਮਾਤਮਾ ਨੂੰ ਹੀ ਦੇਖੋ ਸਾਰਿਆਂ ਦੇ ਵਿੱਚ ਜੋ ਵਸਦਾ ਹੈ। ਰਾਮ ਸੋ ਰਹੀਮ ਹੈ, ਅੱਲਾਹ ਸੋ ਅਕਾਲ ਰੂਪ। ਦੇਖੋ ਰਾਮ ਉਹੀ ਹੈ, ਰਹੀਮ ਉਹੀ ਹੈ, ਅੱਲਾ ਉਹੀ ਹੈ, ਅਕਾਲ ਉਹੀ ਹੈ, ਪਰਮਾਤਮਾ ਇੱਕ। ਜਾਨੀਏ ਖੁਦਾਏ ਸੋ ਇੱਕ ਏਕੰਕਾਰ ਹੀ। ਜਾਣੀਏ ਖੁਦਾਏ, ਖੁਦਾ ਨੂੰ ਜਾਣਨਾ ਕਰੋ, ਉਹ ਇੱਕ ਹੀ ਇੱਕ ਅੰਕਾਰ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਉਹ ਕੋਈ ਦੂਜਾ ਨਹੀਂ ਹੈਗਾ। ਇਹ ਨਾ ਕਹਿ ਦਿਓ ਵੀ ਅੱਲਾ ਦਾ ਨਾਂ ਅੱਲਾ ਹੀ ਆ ਤੇ ਬਾਕੀ ਕਾਫਰ ਨੇ। ਦੇਖੋ ਇਹ ਵੀ ਕਿੱਡਾ ਵੱਡਾ ਭੁਲੇਖਾ ਹੈ। ਉਹ ਪਰਮਾਤਮਾ, ਜੇ ਤੁਸੀਂ ਅੱਲਾ ਕਹਿਤਾ, ਜੇ ਕਿਸੇ ਨੇ ਰਾਮ ਕਹਿਤਾ, ਇਹ ਤਾਂ ਨਹੀਂ ਵੀ ਰਾਮ ਇੱਕ ਹੋਰ ਰੱਬ ਬਣ ਗਿਆ। ਸੋ ਹੈ ਤਾਂ ਉਹੀ ਹੈ। ਸੋ ਕਹਿੰਦੇ ਉਹਨੂੰ ਹੀ ਪਛਾਣਨਾ ਕਰੋ। ਮੂਡ ਨਹੀਂ ਭਾਵੇ ਭੇਦ ਬਾਦ ਕੋ ਰਚਾਵੇ ਨਿਤ। ਇਸ ਕਰਕੇ ਮੂਰਖ ਬੰਦੇ ਜਿਹੜੇ ਨੇ ਨਾ, ਉਹ ਭੇਦ ਨੂੰ ਨਹੀਂ ਜਾਣਦੇ, ਉਹ ਅਸਲੀਅਤ ਨੂੰ ਨਹੀਂ ਜਾਣਦੇ, ਉਹ ਝਗੜੇ ਕਰਦੇ ਹੀ ਰਹਿ ਜਾਂਦੇ ਹਨ। ਭਾਏ ਦੁੱਖ ਭਾਰੀ ਜਾਏ ਨਰਕ ਮਝਾਰ ਹੀ। ਫਿਰ ਇਸ ਕਰਕੇ ਉਹ ਦੁੱਖ ਸੰਸਾਰ ਵਿੱਚ ਵੀ ਪਾਉਂਦੇ ਨੇ ਤੇ ਮਰ ਕੇ ਨਰਕਾਂ ਨੂੰ ਜਾਂਦੇ ਹਨ, ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਨਹੀਂ ਪਛਾਣਿਆ। ਕਬਿਤ ਐਸੇ ਸੁਨ ਬੈਨ ਗੁਰੂ ਨਾਨਕ ਕੋ ਨਿਵੇ ਸਭ। ਸਾਰਿਆਂ ਨੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਅੱਗੇ ਮੱਥਾ ਟੇਕ ਦਿੱਤਾ ਜੀ, ਸਿਰ ਨੀਵੇਂ ਹੋ ਗਏ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਸਾਰਿਆਂ ਦੇ। ਐਂਚੇ ਜੋ ਪੰਚ ਕੋ ਧਨੁਖ ਨਿਵ ਜਾਤ ਹੈ। ਕਹਿਣ ਲੱਗੇ ਐਂਚੇ ਜਿਉਂ ਪੰਚ, ਕਹਿਣ ਲੱਗੇ ਜਿਵੇਂ ਨਾ ਕਮਾਨ ਹੁੰਦਾ ਨਾ, ਬੋ ਹੁੰਦੀ ਹੈ, ਜਦੋਂ ਬੋ ਦੇ ਉੱਤੇ ਉਹ ਤੀਰ ਚੜਾ ਕੇ ਉਹਨੂੰ ਖਿੱਚੀਦਾ ਨਾ, ਉਹ ਬੋ ਜਿਹੜੀ ਬਿੰਗੀ ਹੋ ਜਾਂਦੀ ਹੈ, ਉਹ ਥੋੜੀ ਮੁੜ ਜਾਂਦੀ ਹੈ। ਕਹਿੰਦੇ ਇਉਂ ਕਰਕੇ ਉਹਨਾਂ ਦੀਆਂ ਧੌਣਾਂ ਵੀ ਥੱਲੇ ਨੂੰ ਹੋ ਗਈਆਂ ਸਾਰਿਆਂ ਦੀਆਂ, ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਣ ਵਾਸਤੇ। ਭਏ ਮਨ ਦੀਨ ਸੋ ਖੁਦਾਏ ਦੇਹ ਚੀਨ। ਦੇਖੋ ਉਹਨਾਂ ਦਾ ਜਿਹੜਾ ਹੈ ਮਨ ਦੇ, ਉਹਦਾ ਮਨ ਦੀਨ ਹੋ ਗਿਆ ਸਾਰਿਆਂ ਦਾ, ਹੰਬਲ ਹੋ ਗਏ। ਕਹਿੰਦੇ ਦੇਖੋ ਉਹਨਾਂ ਨੇ ਜਾਣਿਆ ਖੁਦਾਈ ਅੱਜ ਆਪਣਾ ਰੂਪ ਧਾਰ ਕੇ ਸਾਡੇ ਮੂਹਰੇ ਬਹਿ ਗਿਆ ਗੁਰੂ ਨਾਨਕ ਸਾਹਿਬ ਜੀ। ਪਦ ਬੰਦਨਾ ਕੋ ਕੀਨ ਜਬ ਦੇਖੀ ਕਰਾਮਾਤ ਹੈ। ਉਹ ਸਾਰਿਆਂ ਨੇ ਮਹਾਰਾਜ ਨੂੰ ਮੱਥਾ ਟੇਕਿਆ ਜੋ ਐਸੀ ਵੱਡੀ ਕਰਾਮਾਤ ਸਤਿਗੁਰਾਂ ਦੀ ਦੇਖੀ।
ਕਮਲ ਬਦਨ ਬਿਗਸਤ ਹਰ ਖਾਤ ਚਿਤ ਮਹਾਰਾਜ ਕਮਲ ਬਦਨ, ਕਮਲ ਵਰਗਾ ਮਹਾਰਾਜ ਦਾ ਸਰੀਰ ਕੋਮਲ, ਮਹਾਰਾਜ ਜੀ ਬੜੇ ਪ੍ਰਸੰਨ ਹੋਏ ਉਸ ਵੇਲੇ। ਮੋਹ ਕੇ ਨਿਕੰਦ ਦੇਖਾ ਭਾਨ ਪ੍ਰਭਾਤ ਹੈ। ਦੇਖੋ ਮੋਹ ਕੇ ਨਿਕੰਦ, ਮੋਹ ਨੂੰ ਖਤਮ ਕਰਨ ਵਾਲੇ, ਮੋਹ ਦਾ ਹਨੇਰਾ ਦੂਰ ਕਰਨ ਵਾਲੇ, ਕੱਟਣ ਵਾਲੇ ਸਵੇਰ ਦੇ ਸੂਰਜ ਹਨ ਗੁਰੂ ਨਾਨਕ ਸਾਹਿਬ ਜੀ। ਸੇਵਾ ਹਿਤ ਲਾਏ ਚੰਚਰੀਖ ਜਿਉ ਲੁਭਾਈ। ਕਿ ਦੇਖੋ ਉਹ ਹੁਣ ਸਾਰੇ ਮੌਲਾਣੇ ਇਉਂ ਬਣ ਗਏ ਜਿਵੇਂ ਭੌਰੇ ਹੁੰਦੇ ਆ ਕਬਲ ਫੁੱਲ ਤੇ ਬਹਿਣ ਵਾਸਤੇ, ਟੀ 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 ਜੀ ਕਰਦੇ ਆ, ਮਹਾਰਾਜ ਦੇ ਆਲੇ ਦੁਆਲੇ ਘੁੰਮਣ ਲੱਗੇ ਸਾਰੇ। ਔਰ ਜਾਣੇ ਗਤ ਦਾਈ ਇਹ ਚਰਨ ਜਲ ਜਾਤ ਹੈ। ਔਰ ਜਾਣੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਜਾਣਿਆ ਵੀ ਮੁਕਤੀ ਦੇ ਦਾਤੇ ਹਨ, ਇਹ ਇਹਨਾਂ ਦੇ ਚਰਨ ਕਮਲਾਂ ਵਿੱਚ ਹੀ ਮੁਕਤੀ ਹੈ ਸਾਰੀ। ਦੋਹਰਾ ਬੀਤਿਓ ਕੇਤਕ ਕਾਲ ਜਬ ਰਹਤੇ ਤਹਾ ਸਥਾਨ। ਬੀਤਿਓ ਕਹਿਣਗੇ ਫੋਨ ਸਮਾਂ ਬੀਤ ਗਿਆ ਜੀ ਕਾਫੀ, ਉੱਥੇ ਬੈਠਿਆਂ ਬੈਠਿਆਂ ਗੱਲਾਂ ਬਾਤਾਂ ਕਰਦਿਆਂ ਕਾਫੀ ਸਮਾਂ ਜਿਹੜਾ ਲੰਘ ਗਿਆ ਜੀ। ਪੂਰਨ ਕੀਨੋ ਤੇ ਆਏ ਅਬ ਕਥਾ ਸੁਭਗ ਸੁਖਦਾਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਇਹ ਕਥਾ ਵੀ ਇੱਥੇ ਸਮਾਪਤ ਕਰਦੇ ਹਾਂ, ਧਿਆਏ ਇੱਥੇ ਜਿਹੜਾ ਹੈ ਇਹ ਸੰਪੂਰਨ ਹੋ ਗਿਆ। ਕਹਿੰਦੇ ਅਬ ਕਥਾ ਸੁਭਗ ਸੁਧਾਨ, ਇਹ ਸ੍ਰਿਸ਼ਟ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਜਿਹੜੀ ਹੈ ਸੱਚ ਨੂੰ ਪ੍ਰਗਟ ਕਰਨ ਵਾਲੀ, ਇੱਥੇ ਅਸੀਂ ਸਮਾਪਤ ਕਰਦੇ ਹਾਂ। ਦੋਹਰਾ ਬੀਤਿਓ ਕੇਤਕ ਕਾਲ ਜਬ ਰਹਤੇ ਤਾਂ ਸਥਾਨ, ਪੂਰਨ ਕੀਨੋ ਧਿਆਏ ਅਬ ਕਥਾ ਸੁਭਗ ਸੁਖਦਾਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਮੱਕੇ ਫਿਰਨ ਪ੍ਰਸੰਗ ਵਰਣਨ ਨਾਮ ਅਸ਼ਟ ਪੰਚਮੋ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।